वाहिगुरू जी का खालसा वाहिगुरू जी की फतेह। हाँ जी, सत्कारयोग खालसा जीओ। एक नूर रेडियो के परिवार में दास मलकीत सिंह आप सारिया संगतां का तਹਿ दिल तो स्वागत करता है जी। वाहिगुरू सच्चे पातशाह रहमतां करन आप सारे गुरसिखां नूं चढ़दी कला बख्शण, खालसा पंथ नूं एक निशान साझे थले इकट्ठे होने का बल बख्शण। सो खालसा जी, जिवें आपां ਜਿਹੜਾ ਅਸੀਂ ਕੱਲ੍ਹ ਪੋਸਟਰ ਪਾਇਆ ਸੀ ਵੀ ਆਪਾਂ ਅੱਜ ਜਿਹੜਾ ਹੈਗਾ ਇੱਕ ਪ੍ਰੋਗਰਾਮ ਲਿਖਣ ਜਾ ਰਹੇ ਹਾਂ, ਜਿਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਜੋ ਅੱਜ ਸਾਡੇ ਇਤਿਹਾਸ ਦੇ ਉੱਤੇ ਗੁਰਬਾਣੀ ਦੇ ਪ੍ਰਥਾਏ ਅੱਜ ਜੋ ਐਲੀਗੇਸ਼ਨਸ ਲਾਏ ਜਾ ਰਹੇ ਨੇ, ਜੋ ਅੱਜ ਕਿੰਤੂ ਪਰੰਤੂ ਕੀਤੇ ਜਾ ਰਹੇ ਨੇ, ਵੀ ਆਪਾਂ ਕੋਸ਼ਿਸ਼ ਕਰਕੇ ਇਹਨਾਂ ਦਾ ਥੋੜ੍ਹਾ ਜਿਹਾ ਪਿਛੋਕੜ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਵੀ ਇਹ ਜਿਹੜੇ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਵਖਰੇਵੇਂ ਸਾਡੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਅਤੇ ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਜਦੋਂ ਤੋਂ ਖਾਲਸਾ ਪੰਥ ਆਪਣੇ ਹੋਂਦ ਦੇ ਵਿੱਚ ਆਇਆ ਆ ਅਤੇ ਇਸ ਨਿਆਰੇ ਧਰਮ ਦੇ ਉੱਤੇ ਕਿਤੇ ਜਿਹੜਾ ਸੀਗਾ ਉਹ ਜਬਰ ਜਨਾਹ ਕੀਤੇ ਗਏ ਨੇ। ਇਹੋ ਜਿਹੇ ਇਤਿਹਾਸ ਦੇ ਵਿੱਚ ਕਿਤੇ ਵੀ ਤੁਹਾਨੂੰ ਕਾਇਨਾਤ ਦੇ ਵਿੱਚ ਇਹੋ ਜਿਹੇ ਜ਼ੁਲਮਾਂ ਦੀ ਦਾਸਤਾਨ ਨਹੀਂ ਮਿਲਦੀ ਜੋ ਜ਼ੁਲਮਾਂ ਦੀ ਦਾਸਤਾਨ ਜਿਹੜੀ ਹੈਗੀ ਆ ਉਹ ਸਿੱਖ ਮਜ਼ਹਬ ਦੇ ਵਿੱਚ ਮਿਲਦੀ ਆ। ਕਿਤੇ ਬੰਦ ਕੱਟੇ ਜਾਂਦੇ ਨੇ, ਕਿਤੇ ਦੇਗਾਂ 'ਚ ਉਬਾਲੇ ਜਾਂਦੇ ਨੇ, ਕਿਤੇ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾਲਿਆ ਜਾਂਦਾ ਆ, ਬਿਨਾਂ ਜਿਹੜੇ ਹੈਗੇ ਸਾਡੇ ਕੇਸਾਂ ਦੇ ਨਾਲ ਸਾਡੇ ਖੋਪੜ ਲਾ ਦਿੱਤੇ ਜਾਂਦੇ ਨੇ, ਸਾਡੇ ਬੱਚਿਆਂ ਦੇ ਦਿਲ ਕੱਢ ਕੇ ਸੋ ਸਾਡਿਆਂ ਸ਼ਹੀਦਾਂ ਦੇ ਮੂੰਹ ਦੇ ਵਿੱਚ ਪਾਏ ਜਾਂਦੇ ਨੇ। ਮਾਵਾਂ ਸਾਡੀਆਂ ਜਿਹੜੀਆਂ ਉਹ ਬੱਚਿਆਂ ਨੂੰ ਜਿਹੜੇ ਬੱਚਿਆਂ ਦੇ ਸਿਰਾਂ ਦਾ ਹਾਰ ਪਰੋਕਣਾ ਦੇ ਗਲਾਂ ਵਿੱਚ ਪਾ ਕੇ ਅਤੇ ਉਹ ਜਿਹੜਾ ਹੈਗਾ ਆ ਉਹ ਚੱਕੀਆਂ ਪੀਂਦੀਆਂ ਨੇ, ਮਣ ਆਟਾ ਰੋਜ਼ ਉਹਨਾਂ ਨੂੰ ਪੀਣਾ ਪੈਂਦਾ ਆ। ਸੋ ਐਸੇ ਬਹੁਤਾਤ ਜ਼ੁਲਮਾਂ ਦੀ ਦਾਸਤਾਨ ਆਪਾਂ ਜਿਹੜੀ ਉਹ ਸਾਰੀਆਂ ਸਿੱਖਾਂ ਨੇ ਸੁਣੀ ਆ। ਸੋ ਜਦੋਂ ਇਹ ਇਤਿਹਾਸ ਸੁਣਦੇ ਹਾਂ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਵੀ ਕੈਸਾ ਇਤਿਹਾਸ ਜਿਹੜਾ ਉਹ ਸਿਰਜਿਆ। ਪਰ ਕਿਤੇ ਨਾ ਕਿਤੇ ਇੱਕ ਜਮਾਤ ਉਹ ਵੀ ਆਪਣੇ ਨਾਲ ਹੀ ਚੱਲਦੀ ਰਹੀ, ਜਿਹੜੀ ਸਾਡੇ ਆਪਣੇ ਵੱਲੋਂ ਦਿਖਾਵਾ ਤਾਂ ਇਹ ਕਰਦੀ ਰਹੀ ਕਿ ਮੈਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਹਾਂ ਤੁਹਾਡੇ ਨਾਲ। ਪਰ ਜਦੋਂ ਪਰਖ ਦੀ ਘੜੀ ਆਈ ਅਤੇ ਜਗ੍ਹਾ ਦੇ ਉੱਤੇ ਜਿਹੜਾ ਸੀ ਉਹ ਕਦੇ ਚੰਦੂ ਬਣ ਕੇ ਅਤੇ ਕਦੀ ਗੰਗੂ ਬਣ ਕੇ ਵਾਰ ਕੀਤਾ ਅਤੇ ਕਿਤੇ ਗਾਵਾਂ ਦੀਆਂ ਸੌਹਾਂ ਖਾ ਕੇ ਵੀ ਉਹ ਕੌਮ ਮੁੱਕਰੀ। ਸੋ ਉਹਨੇ ਜਦੋਂ ਉਹਦਾ ਰਾਜ ਆਇਆ, ਜਿੱਥੇ ਸਾਨੂੰ ਮੁਗਲਾਂ ਨੇ ਇਹ ਗੱਲ ਕਹੀ ਕਿ ਜਿੰਨਾ ਚੱਕਰ ਜਿਹੜੇ ਹੈਗੇ ਆ ਸਿੱਖਾਂ ਨੂੰ ਆਦਾ ਸੀ ਕੜਾ ਕੂਚ ਨਹੀਂ ਮਿਟਾ ਲੈਂਦੇ ਅਤੇ ਹਿੰਦੁਸਤਾਨ ਦੇ ਖਿੱਤੇ ਵਿੱਚ ਸਾਡਾ ਰਾਜ ਨਹੀਂ ਹੋ ਸਕਦਾ। ਜੇ ਗੋਰੇ ਆਏ ਅਤੇ ਇਹਨਾਂ ਨੇ ਇਹ ਗੱਲ ਕਹੀ ਜਿੰਨਾ ਚੱਕਰ ਸਿੱਖਾਂ ਦੇ ਸਿਰਾਂ ਨੂੰ ਅਸੀਂ ਘੋੜੀਆਂ ਦੀਆਂ ਕਾਠੀਆਂ ਦੇ ਥੱਲੇ ਲਤਾੜ ਨਹੀਂ ਦਿੰਦੇ ਉਹਨਾਂ ਚੱਕਰ ਸਾਡਾ ਰਾਜ ਨਹੀਂ ਇੱਥੇ ਹੋ ਸਕਦਾ। ਸੋ ਉਸੇ ਤਰੀਕੇ ਦੇ ਨਾਲ ਜਦੋਂ ਅਸੀਂ ਜਿਨ੍ਹਾਂ ਨਾਲ 9 ਮਾਸ ਦਾ ਰਸਤਾ ਬਣਾਇਆ ਸੀ, ਜਦੋਂ ਉਹਨਾਂ ਦਾ ਰਾਜ ਆਇਆ ਤਾਂ ਉਹਨਾਂ ਨੇ ਵੀ ਇਹ ਗੱਲ ਹੀ ਕਹੀ ਕਿ ਜਿੰਨਾ ਚੱਕਰ ਜਰਾਈਮ ਪੇਸ਼ਾ ਕੌਮ ਦਾ ਅਸੀਂ ਕੜਾ ਕੂਚ ਨਹੀਂ ਮਿਟਾ ਲੈਂਦੇ ਉਹਨਾਂ ਚੱਕਰ ਜਿਹੜਾ ਹੈਗਾ ਅਸੀਂ ਇੱਥੇ ਰਾਜ ਨਹੀਂ ਕਰ ਸਕਦੇ। ਸੋ ਬਾਰ ਜਿਹੜੇ ਸੀਗੇ ਉਹ ਖਾਲਸਾ ਪੰਥ ਦੇ ਨਾਲ ਇਸ ਕੌਮ ਨੇ ਧਰੋ ਕਮਾਏ। ਅਤੇ ਜਦੋਂ ਆਪਾਂ ਦੇਖਦੇ ਹਾਂ ਵੀ ਬਹੁਤਾਤ ਧਰਮਾਂ ਨੂੰ ਇਹਨਾਂ ਨੇ ਕਿਵੇਂ ਆਪਣੇ ਵਿੱਚ ਗਲਪ ਕੀਤਾ ਅਤੇ ਉਹਦੇ ਵਿੱਚ ਆਪਾਂ ਸਭ ਤੋਂ ਵੱਡੀ ਜਿਹੜੀ ਹੈ ਉਹ ਚਣੱਕਿਆ ਦੀ ਨੀਤੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ। ਸੋ ਚਣੱਕਿਆ ਜਿਹੜਾ ਹੈ ਉਹ ਕੀ ਕਹਿੰਦਾ ਆ ਵੀ ਜਦੋਂ ਕਿਸੇ ਕੌਮ ਨੂੰ ਤੁਸੀਂ ਆਪਣੇ ਵਿੱਚ ਗਲਪ ਕਰਨਾ ਆ, ਉਹਦਾ ਕੜਾ ਕੂਚ ਮਿਟਾਉਣਾ ਹੈ ਤਾਂ ਉਹਦਾ ਇੱਕ ਤਰੀਕਾ ਹੈ ਕਿ ਉਹਦੇ ਉੱਤੇ ਬਹੁਤ ਜ਼ਬਰਦਸਤ ਇੱਕ ਜਿਹੜਾ ਹਮਲਾ ਕੀਤਾ ਜਾਵੇ ਅਤੇ ਉਹਦੀ ਜਿਹੜੀ ਮੁੱਢਲੀ ਲੀਡਰਸ਼ਿਪ ਹੈ ਉਹਦਾ ਵੱਡੇ ਪੱਧਰ ਦੇ ਉੱਤੇ ਕਤਲੇਆਮ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਜਿਹੜੇ ਉਹਦੇ ਧਾਰਮਿਕ ਗ੍ਰੰਥ ਆ ਉਹਨਾਂ ਦਾ ਜਿੰਨੀ ਵੀ ਤਬਾਹੀ ਕੀਤੀ ਜਾ ਸਕਦੀ ਉਹ ਕੀਤੀ ਜਾਵੇ। ਅਤੇ ਉਸ ਤੋਂ ਬਾਅਦ ਜਦੋਂ ਕੌਮ ਜਿਹੜੀ ਹੈ ਉਹ ਆਪਣੇ ਪੈਰਾਂ 'ਤੇ ਆਉਣ ਦੀ ਮੁੜ ਖਲੋਣ ਦੀ ਕੋਸ਼ਿਸ਼ ਕਰ ਰਹੀ ਹੋਵੇ ਤਾਂ ਫਿਰ ਉਹਦੇ ਵਿੱਚ ਇੰਨੇ ਕੁ ਵਖਰੇਵੇਂ ਪਾ ਦਿਓ ਕਿ ਉਹ ਕੌਮ ਜਿਹੜੀ ਆਪਣੇ ਆਪ ਦੇ ਵਿੱਚ ਉਲਝ ਕੇ ਅਤੇ ਖਤਮ ਹੋ ਜਾਵੇ। ਸੋ ਅੱਜ ਇਹ ਸਾਡੀ ਤਰਾਸਦੀ ਇਹ ਹੈ ਕਿ ਅਸੀਂ ਆਪਣੇ ਹੀ ਧਰਮ ਨੂੰ ਨਹੀਂ ਪੜ੍ਹਦੇ ਅਤੇ ਅਸੀਂ ਦੁਸ਼ਮਣਾਂ ਦੀਆਂ ਨੀਤੀਆਂ ਨੂੰ ਅਤੇ ਬਹੁਤ ਦੂਰ ਦੀ ਗੱਲ ਆ ਪੜ੍ਹਨਾ ਹੈ। ਇਹ ਸਾਡੀ ਤਰਾਸਦੀ ਹੈ। ਸੋ ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਅਤੇ ਉਹ ਹਮਲਾ ਜਿਹੜਾ ਸੀ ਵੱਡੇ ਪੱਧਰ ਦਾ ਹਮਲਾ ਸੀ। ਪਹਿਲਾਂ 55 'ਚ ਸਾਡੇ ਨਾਲ ਹੁੰਦਾ ਹੈ, 47 'ਚ ਸਾਡਾ ਕਤਲੇਆਮ ਹੁੰਦਾ ਆ, ਫਿਰ ਉਸ ਤੋਂ ਕੌਮ ਉੱਭਰਦੀ ਹੈ 84 ਵਿੱਚ, ਫਿਰ ਸਾਡੇ 'ਤੇ ਇੱਕ ਬਹੁਤ ਵੱਡੇ ਪੱਧਰ ਦਾ ਜਿਹੜਾ ਉਹ ਹਮਲਾ ਹੁੰਦਾ। ਕੌਮ ਇੱਕ ਬਹੁਤ ਵੱਡਾ ਸੰਘਰਸ਼ ਵਿੰਡਦੀ ਆ। ਜਦੋਂ ਉਸ ਸੰਘਰਸ਼ ਦੇ ਵਿੱਚ ਕੌਮ ਜਿਹੜੀ ਸੀ ਉਹ ਕੌਮ ਦੇ ਜਿਹੜੀ ਜਵਾਨੀ ਸੀ ਉਹ ਆਪਣਾ ਸਿਰਾਂ ਦਾ ਜਿਹੜਾ ਵਾਰਨਾ ਕਰ ਰਹੀ ਸੀ ਪੰਥ ਦੇ ਉੱਤੋਂ। ਅਤੇ ਉਸ ਸਮੇਂ ਦੇ ਵਿੱਚ ਜਿਹੜੇ ਸੀ ਇਹਨਾਂ ਜਰਵਾਣਿਆਂ ਵੱਲੋਂ ਬਹੁਤ ਹੀ ਭੱਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਕੌਮ ਦੇ ਸਿਰ ਮਾਪੀਆਂ ਜਾਂਦੀਆਂ ਨੇ। ਅਤੇ ਉਸ ਸਮੇਂ ਜਿਹੜੇ ਸਰਕਾਰੀ ਕਰਿੰਦੇ ਸੀ, ਸਰਕਾਰੀ ਟੌਂਟ ਸੀ, ਉਹਨਾਂ ਨੂੰ ਜਿਹੜੇ ਹੈ ਉਹ ਗਾਤਰੇ ਕਿਰਪਾਨਾਂ ਪਵਾ ਕੇ
ਤੇ ਉਹਨਾਂ ਨੂੰ ਜਿਹੜਾ ਸਿੱਖ ਧਰਮ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਆ। ਤੇ ਉਹ ਅਨਪੜ੍ਹ ਵਿਦਵਾਨ ਜਿਨ੍ਹਾਂ ਦੇ ਪੱਲੇ ਕੋਈ ਗਿਆਨ ਨਹੀਂ ਸੀ, ਉਹਨਾਂ ਦੇ ਕੋਲੋਂ ਏਡੇ ਏਡੇ ਗ੍ਰੰਥਾਂ ਦੀ ਜਿਹੜੀ ਰਚਨਾ ਕਰਵਾ ਦਿੱਤੀ ਜਾਂਦੀ ਹੈ। ਤੇ ਫਿਰ ਇੱਕ ਸਾਜ਼ਿਸ਼ ਦੇ ਅਧੀਨ ਉਹਨਾਂ ਨੂੰ ਪੰਥ ਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ ਜਾਂਦਾ ਆ। ਸੋ ਇਹਨਾਂ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਆ ਉਹ ਬਹੁਤ ਲੰਬੀਆਂ ਨੇ, ਪਰ ਜਿੱਥੋਂ ਜਾ ਕੇ ਇਹਨਾਂ ਦਾ ਸਿਰ ਚੱਕਣਾ ਸ਼ੁਰੂ ਹੁੰਦਾ ਉਹਦੇ ਵਿੱਚ ਇੱਕ ਸਭ ਤੋਂ ਵੱਡਾ ਰੋਲ ਜਿਹੜਾ ਉਹ ਰਿਹਾ, ਉਹ ਇੱਕ ਅਕ੍ਰਿਤਕਣ ਬੰਦਾ ਜਿਹਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਹੈ। ਸੋ ਮੈਂ ਨਹੀਂ ਸਮਝਦਾ ਕਿ ਉਹਦਾ ਜਿਹੜਾ ਹੈ ਉਹ ਪੂਰਾ ਨਾਂ ਜਿਹੜਾ ਹੈ ਉਹ ਲੈਣਾ ਚਾਹੀਦਾ ਹੈ, ਕਿਉਂਕਿ ਪੂਰਾ ਨਾਮ ਸਿੰਘਾਂ ਦਾ ਲਿਆ ਜਾਂਦਾ। ਸੋ ਉਹਨੂੰ ਕਾਲੇ ਅਫਗਾਨੇ ਦੇ ਨਾਮ ਦੇ ਨਾਲ ਜਿਹੜਾ ਹੈ ਉਹ ਜਾਣਿਆ ਜਾਂਦਾ ਪੰਥ ਦੇ ਵਿੱਚ। ਸੋ ਪਹਿਲੇ ਤਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਅੱਜ ਕਰਾਂਗੇ ਵੀ ਕਾਲਾ ਅਫਗਾਨਾ ਜਿਹੜਾ ਹੈ ਉਹ ਸੀ ਕੌਣ, ਉਹਦਾ ਬੈਕਗਰਾਊਂਡ ਕੀ ਸੀ, ਅਤੇ ਕਿਵੇਂ ਉਹ ਜਿਹੜਾ ਸੀ ਉਹ ਸਿੱਖ ਧਰਮ ਦੇ ਵਿੱਚ ਸ਼ਾਮਲ ਹੋਇਆ, ਅਤੇ ਕਿਵੇਂ ਜਿਹੜਾ ਸੀ ਉਹਨੇ ਉਹ ਜੋ ਆਪਣਾ ਕੂੜ ਪ੍ਰਚਾਰ ਲਿਖਿਆ ਉਹ ਕਿਵੇਂ ਲਿਖਿਆ, ਅਤੇ ਉਹਦੇ ਕੂੜ ਪ੍ਰਚਾਰ ਨੇ ਕਿਵੇਂ ਜਿਹੜਾ ਸੀਗਾ ਉਹ ਸਾਡੇ 'ਚ ਵਖਰੇਵਿਆਂ ਦਾ ਮੁੱਢ ਬੰਨ੍ਹਿਆ। ਅਤੇ ਅੱਜ ਕਿਵੇਂ ਉਹਨਾਂ ਦੀਆਂ ਐਗਜ਼ੈਂਪਲਾਂ ਦੇ ਕੇ ਅਤੇ ਸਾਡੇ ਵਿੱਚ ਕੁਝ ਜਿਹੜੇ ਟੁਕੜ ਬੋਚ ਨੇ ਸਰਕਾਰੀ, ਉਹ ਅੱਜ ਸਾਡੇ ਬੱਚਿਆਂ ਦੇ ਵਿੱਚ ਵਖਰੇਵਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਜਿਹੜਾ ਕਾਲਾ ਅਫਗਾਨਾ ਹੈ ਇਹ ਪਹਿਲੋਂ ਪੁਲਿਸ ਦਾ ਕਰਿੰਦਾ ਹੈ। ਇਹ 84 ਦੇ ਵਿੱਚ ਜਿਹੜਾ ਹੈ ਉਹ ਸਰਗਰਮ ਰਹਿੰਦਾ ਆ ਜਿਹੜਾ ਪੁਲਿਸ ਦੇ ਵਿੱਚ। ਸੋ ਤਕਰੀਬਨ ਜਦੋਂ 84 ਦੇ ਵਿੱਚ ਜਿਹੜਾ ਹਮਲਾ ਹੋਣ ਦੇ ਜਦੋਂ ਥੋੜ੍ਹਾ ਕੁਝ ਸਮਾਂ ਪਹਿਲਾਂ ਇਹ ਅੰਮ੍ਰਿਤ ਦੀ ਦਾਤ ਲੈ ਕੇ ਅਤੇ ਇਹ ਗਾਤਰਾ ਉੱਪਰ ਦੀ ਪਾ ਕੇ ਅਤੇ ਸਿੱਖ ਪੰਥ ਵਿੱਚ ਸ਼ਾਮਲ ਹੋਣ ਦਾ ਇਹ ਡਰਾਮਾ ਕਰਦਾ ਆ। ਪਰ ਉਸ ਸਮੇਂ ਦੇ ਸਿੰਘ ਜਿਹੜੇ ਸੀ ਬਹੁਤ ਸੁਚੇਤ ਸਨ, ਅਤੇ ਉਸ ਸਮੇਂ ਇਹਦੀ ਜਿਹੜੀ ਬਹੁਤੀ ਚਾਲ ਆ ਉਹ ਨਾ ਚੱਲ ਸਕੀ। ਫਿਰ ਇਹ ਨਾਟਕੀ ਢੰਗ ਦੇ ਨਾਲ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਆ ਜਾਂਦਾ ਹੈ, ਅਤੇ ਇੱਥੇ ਕੈਨੇਡਾ ਦੇ ਵਿੱਚ ਆਣ ਕੇ ਇੱਕ ਗੁਰੂ ਘਰ ਦੇ ਵਿੱਚ ਇਹ ਪਾਠੀ ਸਿੰਘ ਦੀ ਸੇਵਾ ਵਜੋਂ ਨਿਭਾਉਣੀ ਸ਼ੁਰੂ ਕਰ ਦਿੰਦਾ ਹੈ। ਸੋ ਇੱਥੇ ਇਹ ਵੀ ਦੇਖਣ ਵਾਲੀ ਗੱਲ ਸੀ ਵੀ ਇਹ ਜਦੋਂ ਪਾਠੀ ਸਿੰਘ ਦੀ ਸੇਵਾ ਨਿਭਾਉਣੀ ਸ਼ੁਰੂ ਕਰਦਾ, ਉਸ ਸਮੇਂ ਜਿਹੜਾ ਸੀ ਉਹ ਅੱਜ ਵਾਲੇ ਹਾਲਾਤ ਨਹੀਂ ਸਨ। ਅੱਜ ਜ਼ਰੂਰ ਇੰਨਾ ਮਿਆਰ ਸਾਡਾ ਡੇਗਿਆ ਜਾ ਰਿਹਾ ਵੀ ਪਾਠੀ ਜਿਹੜਾ ਉਹਨੂੰ ਘੱਟ ਤਨਖਾਹ ਦੇ ਤੌਰ 'ਤੇ ਰੱਖ ਲਿਆ ਜਾਂਦਾ, ਭਾਵੇਂ ਉਹ ਬਾਣੀ ਜਿਹੜੀ ਹੈ ਸ਼ੁੱਧ ਪੜ੍ਹਦਾ ਹੋਵੇ ਚਾਹੇ ਨਾ ਪੜ੍ਹਦਾ ਹੋਵੇ, ਪਰ ਉਸ ਸਮੇਂ ਬਹੁਤ ਰੂਹਾਂ ਜੁੜੀਆਂ ਹੋਈਆਂ ਸੀ, ਅਤੇ ਉਹ ਫੱਟ ਪਤਾ ਲੱਗ ਜਾਂਦਾ ਸੀ ਕਿ ਬੰਦਾ ਗੁਰਬਾਣੀ ਦੇ ਵਿੱਚ ਕਿੱਥੋਂ ਜਿਹੜਾ ਹੈ ਉਹ ਭੁੱਲ ਰਿਹਾ ਆ। ਸੋ ਇੱਕ ਬੰਦਾ ਉਹ ਪਾਠੀ ਦੇ ਜਿਹੜਾ ਤੌਰ ਦੇ ਉੱਤੇ ਕੈਨੇਡਾ ਆਉਂਦਾ, ਜਿਹੜੇ ਬੰਦੇ ਨੂੰ ਗੁਰਬਾਣੀ ਦਾ ਰਤਾ ਜਿੰਨਾ ਵੀ ਗਿਆਨ ਨਹੀਂ ਸੀ, ਉਹਦੇ ਮੈਂ ਅੱਗੇ ਸਬੂਤ ਵੀ ਦੇਵਾਂਗਾ। ਸੋ ਖੈਰ ਇਹ ਪਾਠੀ ਦੀ ਸੇਵਾ ਨਿਭਾਉਂਦਾ ਆ। ਉਸ ਤੋਂ ਬਾਅਦ ਇਹ ਕੈਨੇਡਾ ਦੇ ਵਿੱਚ ਇਹਦੇ ਉੱਤੇ ਇੱਕ, ਕਿਉਂਕਿ ਤੁਸੀਂ ਜਿਹੜਾ ਹੁੰਦਾ ਆ ਭੇੜੀਆ ਆ, ਉਹ ਭੇੜੀਆ ਲੱਖ ਜਿਹੜੇ ਹੈ ਉਹ ਜਿਹੜੇ ਗਿਰਗਟ ਵਾਂਗੂ ਰੰਗ ਬਦਲ ਸਕਦਾ ਆ, ਪਰ ਆਪਦਾ ਸੁਭਾਅ ਨਹੀਂ ਬਦਲ ਸਕਦਾ। ਸੋ ਇਹ ਬੰਦੇ ਦੀ ਤਕਰੀਬਨ ਜਿਹੜੀ ਉਦੋਂ ਉਮਰ ਆ ਉਹ 55 ਤੋਂ 60 ਸਾਲ ਦੀ ਉਮਰ ਬਣਦੀ ਆ। ਸੋ 55 ਤੋਂ 60 ਸਾਲ ਦੀ ਉਮਰ ਦੇ ਵਿੱਚ ਵੀ ਇੱਕ ਗੋਰੀ ਬੀਬੀ ਨੂੰ ਜਿਹੜਾ ਸੀ ਉਹ ਓਲ ਜਲੂਲ ਕਾਲਾਂ ਕਰਦਾ ਜਿਹੜਾ ਹੈ, ਇਹਦੇ ਉੱਤੇ ਕੇਸ ਹੁੰਦਾ ਆ। ਉਸ ਕੇਸ ਦੇ ਵਿੱਚ ਇਹਦੇ 'ਤੇ 5000 ਦੇ ਕਰੀਬ ਡਾਲਰ ਦਾ ਜਿਹੜਾ ਉਹ ਜੁਰਮਾਨਾ ਵੀ ਇਹ ਭਰਦਾ ਆ। ਸੋ ਐਸੇ ਇਹ ਕੁਕਰਮਾਂ ਦਾ ਮਾਰਿਆ ਹੋਇਆ ਬੰਦਾ ਸੀ। ਅਤੇ ਉਸ ਤੋਂ ਬਾਅਦ ਇਹ ਜਿਹੜਾ ਕਾਲਾ ਅਫਗਾਨਾ ਹੈ ਇਹਦੇ ਬੋਲ ਨੇ, ਮੈਂ ਉਹ ਜਿਹੜਾ ਲਿੰਕ ਵੀ ਪਾਵਾਂਗਾ ਜਿੱਥੇ ਇਹਦੀ ਸਿੰਘਾਂ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਗੁਰਬਾਣੀ ਦਾ। ਅਤੇ ਇਹ ਕਹਿੰਦਾ ਕਿ ਮੈਂ 3 ਸਾਲ ਦੇ ਵਿੱਚ ਜਿਹੜਾ ਸੀ ਉਹ ਗੁਰਬਾਣੀ ਦਾ ਅਧਿਐਨ ਕੀਤਾ ਆ, ਅਤੇ ਹੁਣ ਫਿਰ ਮੈਂ ਜਿਹੜੀਆਂ ਲਿਖਤਾਂ ਉਹ ਲਿਖੀਆਂ। ਪਰ ਬਿਲਕੁਲ ਬਾਬਾ ਚੜ੍ਹਤ ਸਿੰਘ ਜੀ ਇਹ ਜਿਹੜਾ ਹੈ ਮਿਸ਼ਨਰੀ ਵਿਚਾਰਧਾਰਾ ਦਾ ਜਿਹੜਾ ਪਿਤਾਮਾ ਇਹਨੂੰ ਕਹਿ ਸਕਦੇ ਹਾਂ, ਬਿਲਕੁਲ ਕੁਰੀਤੀ ਹੈ ਨਾ, ਅਤੇ ਇਹਨਾਂ ਦੇ ਤਰਕ ਨਹੀਂ ਆਪਾਂ ਕਹਿ ਸਕਦੇ, ਕੁਤਰਕੀ ਕਹਿ ਸਕਦੇ ਜੀ ਬਿਲਕੁਲ। ਸੋ ਇਹ ਕਾਲਾ ਅਫਗਾਨਾ ਜਿਹੜਾ ਹੈ ਉਹ ਇਹ ਤਾਂ ਦੱਸ ਦਿੰਦਾ ਕਿ ਮੈਂ 3 ਸਾਲ ਦੇ ਟਾਈਮ ਦੇ ਵਿੱਚ ਜਿਹੜਾ ਸੀ ਉਹ ਮੈਂ ਗੁਰਬਾਣੀ ਦਾ ਗਿਆਤਾ ਬਣ ਗਿਆ। ਪਰ ਉਹ ਇਹ ਗ੍ਰੰਥ ਜਿਹੜੇ ਮੈਂ ਲਿਖੇ ਨੇ ਇਹ ਕਦੋਂ ਲਿਖੇ ਨੇ? ਹੁਣ ਇੱਕ ਛੋਟੀ ਜਿਹੀ ਲਿਖਤ ਲਿਖਣੀ ਹੋਵੇ, ਇੱਕ ਕਵਿਤਾ ਲਿਖਣੀ ਹੋਵੇ, ਅਤੇ ਇਨਸਾਨ ਦਾ ਕਈ ਮਹੀਨੇ ਉਹਦੇ ਵਿੱਚ ਨਿਕਲ ਜਾਂਦੇ ਨੇ। ਉਹ ਲਿਖਦਾ ਆ ਫਿਰ ਛੱਡਦਾ ਆ, ਕਿਉਂਕਿ ਅਭਿਆਸ ਬਹੁਤ ਜ਼ਰੂਰੀ ਆ। ਲਿਖਣ ਦੀ ਜਿਹੜੀ ਸ਼ੈਲੀ ਆ ਉਹਨੂੰ ਪਕੜਨਾ ਬਹੁਤ ਜ਼ਰੂਰੀ ਆ। ਇਹ ਬਹੁਤ ਔਖੇ ਕੰਮ ਨੇ। ਸੋ ਇਹ ਬੰਦਾ ਕਦੋਂ ਜਿਹੜੇ ਹੈਗੇ ਉਹ ਗ੍ਰੰਥ ਰਚਣੇ ਸ਼ੁਰੂ ਕਰ ਦਿੰਦਾ ਕਿਸੇ ਨੂੰ ਨਹੀਂ ਪਤਾ, ਉਹਦਾ ਕੋਈ ਪ੍ਰੂਫ ਨਹੀਂ ਮਿਲਦਾ। ਖੈਰ ਇਹ ਜਦੋਂ ਆਪਣੇ ਜਿਹੜੀਆਂ ਕਿਤਾਬਾਂ ਹੈ ਉਹਨਾਂ ਵਿੱਚ ਇਹ ਆਪਣਾ ਕੂੜ ਪ੍ਰਚਾਰ ਸ਼ੁਰੂ ਕਰਦਾ ਅਤੇ ਸਿੰਘਾਂ ਦੇ ਨਾਲ ਇਹਦੀ ਵਿਚਾਰ ਵੀ ਹੁੰਦੀ ਆ। ਪਹਿਲੀ ਵਿਚਾਰ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਹੁੰਦੀ ਹੈ, ਜਿਹਦਾ ਮੈਂ ਲਿੰਕ ਵੀ ਪ੍ਰੋਗਰਾਮ ਤੋਂ ਬਾਅਦ ਪਾਵਾਂਗਾ। ਉਸ ਵਿਚਾਰ ਦੇ ਵਿੱਚ ਜਦੋਂ ਇਹ ਸੋਹਲਾ ਸਾਹਿਬ ਦੀ ਬਾਣੀ ਪੜ੍ਹਨ ਲੱਗਦਾ ਹੈ ਅਤੇ ਇਹ ਬਾਣੀ ਦੀਆਂ ਤੁਕਾਂ ਵੀ ਜਿਹੜੀਆਂ ਸੀ ਉਹ ਨਹੀਂ ਬੋਲ ਪਾਉਂਦਾ।
ਸੋ ਇੱਕ ਉਹ ਇਨਸਾਨ ਜਿਹਨੂੰ ਬਾਣੀ ਦੀ ਤੁੱਕ ਨਹੀਂ ਬੋਲਣੀ ਆਉਂਦੀ, ਉਹ ਜਿਹੜਾ ਹੈ ਉਹ ਪੰਥ ਦੇ ਉੱਤੇ ਏਡੇ ਏਡੇ ਵੱਡੇ ਜਿਹੜੇ ਉਹ ਐਲੀਗੇਸ਼ਨ ਉਹ ਲਾਉਂਦਾ ਆ ਅਤੇ ਆਪਣੇ ਆਪ ਨੂੰ ਉਹ ਜਿਹੜਾ ਬਾਣੀ ਦਾ ਉਹ ਗਿਆਤਾ ਮੰਨਦਾ ਆ। ਸੋ ਇਹਦੀਆਂ ਕੁਝ ਕੁ ਗੱਲਾਂ ਜਿਹੜੀਆਂ ਨੇ ਮੈਂ ਉਹ ਬਣਾਏ ਨੇ ਨੋਟਿਸ, ਕਿਉਂਕਿ ਥੋੜ੍ਹਾ ਜਿਹਾ ਸ਼ੋਰਟ ਨੋਟਿਸ ਦੇ ਵਿੱਚ ਪ੍ਰੋਗਰਾਮ ਕੀਤਾ ਆ। ਸੋ ਇਹਦੀਆਂ ਕੁਝ ਕੁ ਗੱਲਾਂ ਜਿਹੜੀਆਂ ਨੇ ਫਿਰ ਵੀ ਉਹਨਾਂ ਦਾ ਮੈਂ ਪੈਨ ਆਊਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਜਿਹਦੇ ਵਿੱਚ ਇਹ ਸਭ ਤੋਂ ਇਹਦਾ ਜਿਹੜਾ ਪਹਿਲਾ ਇਹਦਾ ਤਰਕ ਕਰਦਾ ਹੈ, ਕੁਤਰਕ ਹੀ ਉਹ ਜਿਹੜਾ ਇਹ ਕਰਦਾ ਆ। ਉਹਦੇ ਵਿੱਚ ਇਹ ਜਿਹੜਾ ਸੀ ਉਹ ਪਹਿਲੀ ਟੀਚਰ ਜਿਹੜੀ ਪੰਥ ਨੂੰ ਕਰਦਾ ਹੈ, ਉਹ ਜਿਹੜਾ ਚਮਕੌਰ ਦੀ ਆਪਣੀ ਜੰਗ ਹੈ, ਜਿਹੜੀ ਐਡਾ ਮਹਾਨ ਇਤਿਹਾਸ ਹੈ ਕਿ ਦੁਨੀਆ ਉਸ ਜੰਗ ਨੂੰ ਸਜਦਾ ਕਰਦੀ ਆ। ਇਹ ਇੱਕ ਟੀਚਰ ਰੂਪੀ ਲਿਜ ਦੇ ਵਿੱਚ ਕਹਿੰਦਾ ਕਿ ਜਿਹੜੇ ਉੱਥੇ 40 ਸਿੰਘ ਲੜ ਰਹੇ ਸੀ, ਜੇ ਗੁਰੂ ਸਾਹਿਬ ਦੀ ਬੋਲਾਂ 'ਤੇ ਜਾਂਦੇ ਹੋ ਤਾਂ ਉੱਥੇ ਤਾਂ 8 ਹੀ ਕਾਫੀ ਸੀਗੇ, ਫਿਰ 40 ਦੀ ਕੀ ਲੋੜ ਸੀ। ਇਹਦੀ ਕਿਤਾਬ ਦੇ ਵਿੱਚ ਅੱਜ ਵੀ ਪੜ੍ਹਿਆ ਜਾ ਸਕਦਾ। ਸੋ ਇਹੋ ਜਿਹੇ ਜਿਹੜੇ ਕੁਤਰਕ ਨੇ ਇਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਆ, ਪਰ ਉਸ 'ਤੇ ਇਹ ਇੱਥੇ ਹੀ ਜਿਹੜਾ ਹੈ ਉਹ ਬਸ ਨਹੀਂ ਕਰਦਾ। ਇਸ ਤੋਂ ਬਾਅਦ ਇਹਦਾ ਜਿਹੜਾ ਸਭ ਤੋਂ ਇਹਦਾ ਜਿਹੜਾ ਵੱਡਾ ਐਲੀਗੇਸ਼ਨ ਲਾਉਂਦਾ ਹੈ, ਇਹ ਅਰਦਾਸ 'ਤੇ ਲਾਉਂਦਾ ਹੈ। ਉਸ ਸਮੇਂ ਤੋਂ ਪਹਿਲਾਂ ਕਿਸੇ ਨੇ ਵੀ ਜਿਹੜਾ ਸੀ ਅਰਦਾਸ ਦੇ ਉੱਤੇ ਕਿੰਤੂ ਨਹੀਂ ਕੀਤਾ। ਸੋ ਇਹ ਬੰਦਾ ਜਿਹੜਾ ਹੈ ਉਹ ਅਰਦਾਸ ਨੂੰ ਵੀ ਜਿਹੜਾ ਹੈ ਉਹ ਕਹਿੰਦਾ ਹੈ ਕਿ ਉਹ ਕੂੜ ਇਕੱਠਾ ਕੀਤਾ ਹੋਇਆ ਆ। ਇਹ ਆਪਣੀ ਕਿਤਾਬ ਦੇ ਵਿੱਚ ਲਿਖਦਾ, ਜਿਹਨੂੰ ਬਾਅਦ ਦੇ ਵਿੱਚ ਇਹਦੇ ਚੇਲੇ ਬਾਲ ਕੇ ਜਿਹੜੇ ਸੀ, ਜਦੋਂ ਇਹਨੂੰ ਪੰਥ ਦੇ ਵਿੱਚੋਂ ਛੇਕਿਆ ਜਾਂਦਾ ਤਾਂ ਬੜਾ ਉਹ ਡਿਫੈਂਡ ਕਰਨ ਦੀ ਵੀ ਇਹਨੂੰ ਕੋਸ਼ਿਸ਼ ਕਰਦੇ ਨੇ ਵੀ ਇਹਦੀ ਭਾਵਨਾ ਉਹ ਨਹੀਂ ਰਹੀ ਆ। ਪਰ ਫਿਰ ਕੋਈ ਵੀ ਜਦੋਂ ਕਿਉਂਕਿ ਬੜੇ ਸਿੱਧੇ ਸਿੱਧੇ ਲਫ਼ਜ਼ ਲਿਖੇ ਹੋਏ ਸੀਗੇ, ਅਤੇ ਫਿਰ ਕੋਈ ਵੀ ਜਿਹੜਾ ਸੀ ਇਹਨੂੰ ਉਹ ਆਪਣੇ ਵੱਲੋਂ ਜਿਹੜਾ ਸੀ ਇਹਨੂੰ ਸਹੀ ਸਾਬਤ ਨਾ ਕਰ ਸਕਿਆ। ਸੋ ਉਸ ਸਮੇਂ ਜਿਹੜੇ ਸੀ ਇਹਦੀਆਂ ਕਿਤਾਬਾਂ ਦੇ ਵਿੱਚ ਇਹ ਪਹਿਲੀ ਇਹਨੇ ਜਿਹੜਾ ਸੀ ਉਹ 40 ਸਿੰਘਾਂ ਦੀ ਜਿਹੜਾ ਜੰਗ ਸੀ ਮੈਦਾਨ ਵਿੱਚ ਜੂਝੇ, ਇਹ ਉਹਨਾਂ 'ਤੇ ਤਰਕ ਕਰਦਾ ਹੈ। ਦੂਸਰਾ ਤਰਕ ਜਿਹੜਾ ਇਹ ਅਰਦਾਸ 'ਤੇ ਕਰਦਾ ਆ। ਤੀਸਰਾ ਜਿਹੜਾ ਇਹ ਅੰਮ੍ਰਿਤ ਦੀਆਂ ਜਿਹੜਾ ਸਾਡੀਆਂ ਬਾਣੀਆਂ ਨੇ, ਇਹ ਅੰਮ੍ਰਿਤ ਦੇ ਉੱਤੇ ਆਪਣਾ ਕੁਤਰਕ ਕਰਦਾ ਆ। ਅਤੇ ਇਹ ਜਿਹੜਾ ਆਪਾਂ ਸਾਰਾ ਖਾਲਸਾ ਪੰਥ ਜਾਣਦਾ ਹੈ ਕਿ ਗੁਰੂ ਸਾਹਿਬ ਜੀ ਨੇ ਰਹਿਮਤ ਕਰਕੇ ਅਤੇ ਪਤਾਸਿਆਂ ਦਾ ਖੰਡੇ ਨਾਲ ਮੇਲ ਕਰਕੇ, ਬਾਣੀ ਦਾ ਸੁਮੇਲ ਕਰਕੇ ਜੋ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਇਹ ਉਸ ਦਾਤ ਦੇ ਉੱਤੇ ਪਾਪੀ ਕਿੰਤੂ ਕਰਦਾ ਆ। ਅਤੇ ਇਹ ਗੱਲ ਕਹਿੰਦਾ ਆ ਵੀ ਜਿਹੜੇ ਪਤਾਸੇ ਨੇ ਉਹ ਬਾਣੀਏ ਤੋਂ ਲਏ ਜਾਂਦੇ ਨੇ ਅਤੇ ਬਾਣੀਆਂ ਬੇਈਮਾਨ ਆ, ਅਤੇ ਇਦੋਂ ਚੰਗਾ ਸੀ ਵੀ ਗੁਰੂ ਸਾਹਿਬ ਜੀ ਗੁੜ ਪਾ ਲੈਂਦੇ। ਦੇਖੋ ਇਹਦੇ ਕੁਤਰਕਾਂ ਦੀ ਕੋਈ ਜਿਹੜੀ ਸੀ ਉਹ ਕੋਈ ਨਾ ਉਹਦਾ ਸਿਰ ਸੀ ਅਤੇ ਨਾ ਉਹ ਪੈਰ ਸੀ, ਔਰ ਨਾ ਇਸ ਬੰਦੇ ਨੂੰ ਕੋਈ ਗੁਰਬਾਣੀ ਦਾ ਗਿਆਨ ਸੀ। ਸੋ ਗੁਰਬਾਣੀ ਦੇ ਗਿਆਨ ਤੋਂ ਸੱਖਣਾ ਬੰਦਾ ਫਿਰ ਇਹਦੇ ਗਾਂਹ ਜਿਹੜੇ ਇਹਨੂੰ ਸਹੀ ਸਾਬਤ ਕਰਨ ਵਾਲੇ ਇਹਦੇ ਚੇਲੇ ਬਾਲ ਕੇ ਸੀ, ਜਦੋਂ ਉਹਨਾਂ ਦੀ ਡਿਬੇਟ ਹੁੰਦੀ ਆ ਤਾਂ ਉਹ ਆਪ ਡਿਬੇਟ 'ਚ ਮੰਨਦੇ ਨੇ ਵੀ ਇਹ ਕੋਈ ਇਤਿਹਾਸਕਾਰ ਨਹੀਂ ਆ, ਉਹਦਾ ਇਤਿਹਾਸ ਉਹਦਾ ਵਿਸ਼ਾ ਹੀ ਨਹੀਂ ਆ। ਅਤੇ ਜਿਹੜੇ ਬੰਦੇ ਦਾ ਇਤਿਹਾਸ ਦਾ ਵਿਸ਼ਾ ਹੀ ਨਹੀਂ ਸੀਗਾ, ਉਹ ਜਿਹੜਾ ਚਮਕੌਰ ਦੀ ਆ ਉਹ ਇਹ ਦੱਸਣਾ ਹੀ ਭੁੱਲ ਗਏ ਵੀ ਇਹ ਇਤਿਹਾਸ ਹੈ ਕਿ ਨਹੀਂ ਹੈ। ਜੇ ਉਹ ਇਤਿਹਾਸ ਸੀ ਤਾਂ ਕਾਲੇ ਅਫਗਾਨੇ ਦਾ ਲਿਖਣਾ ਬਣਦਾ ਹੀ ਨਹੀਂ ਸੀ, ਕਿਉਂਕਿ ਇਤਿਹਾਸ ਉਹਦਾ ਵਿਸ਼ਾ ਹੀ ਨਹੀਂ ਸੀ, ਫਿਰ ਉਹਦੇ ਵਿਸ਼ੇ ਤੋਂ ਵਿਪਰੀਤ ਸੀ। ਪਰ ਪ੍ਰੋਬਲਮ ਇਹ ਸੀ ਕਿ ਇਹ ਪੇੜ ਬੰਦਾ ਸੀ ਸਰਕਾਰਾਂ ਦਾ। ਇਹ ਪਹਿਲੋਂ ਪੁਲਿਸ ਦੇ ਵਿੱਚ ਸੀ, ਫਿਰ ਟੌਂਟ ਬਣ ਕੇ ਸਿੰਘ ਫੜਾਏ ਇਹਨੇ। ਉਸ ਤੋਂ ਬਾਅਦ ਇਹ ਕੈਨੇਡਾ ਆਉਂਦਾ ਆ, ਕੈਨੇਡਾ ਨੂੰ ਪੰਥ ਦੇ ਵਿੱਚ ਦਫਾੜੇ ਕਰਨ ਦੇ ਲਈ ਇਹਨੂੰ ਵਰਤਿਆ ਜਾਂਦਾ ਆ। ਅਤੇ ਉਹ ਵਰਤਣ ਦੇ ਨਾਲ ਹੀ ਇਹ ਜਿਹੜਾ ਸੀਗਾ ਇਹਦੇ ਮੇਲੇ 3 ਕੁਤਰਕ ਜਿਹੜੇ ਮੈਂ ਆਪ ਜੀ ਦੇ ਨਾਲ ਹਜੇ ਤੱਕ ਸਾਂਝੇ ਕੀਤੇ ਨੇ। ਇਹ ਜਿਹੜਾ ਚਮਕੌਰ ਦੀ ਜੰਗ ਦੇ ਉੱਤੇ ਜਿਹੜੀਆਂ ਉਹ ਪੰਥ ਨੂੰ ਚੜਾਉਂਦਾ ਆ, ਫਿਰ ਇਹ ਅਰਦਾਸ ਦੇ ਉੱਤੇ ਕਿੰਤੂ ਕਰਦਾ ਹੈ। ਉਸ ਤੋਂ ਬਾਅਦ ਇਹ ਜਿਹੜਾ ਸੀਗਾ ਉਹ ਸਾਡੇ ਅੰਮ੍ਰਿਤ ਦੇ ਉੱਤੇ ਜਿਹੜਾ ਕਿੰਤੂ ਕਰਦਾ ਆ। ਸੋ ਇਹਦੇ ਪਹਿਲੇ 3 ਕੁਤਰਕ ਨੇ, ਅਤੇ ਜਿਨ੍ਹਾਂ ਵਿੱਚ ਇਹਦੇ ਜਿਹੜੇ ਇਹਦੇ ਉੱਤੇ ਡਿਬੇਟਾਂ ਕਰਨ ਵਾਲੇ ਨੇ ਉਹ ਆਮ ਮੰਨਦੇ ਨੇ ਕਿ ਇਤਿਹਾਸ ਇਹਦਾ ਵਿਸ਼ਾ ਨਹੀਂ ਸੀ, ਅਤੇ ਜਦ ਕਿ ਇਹ ਸਾਰੇ ਵਿਸ਼ੇ ਜਿਹੜੇ ਸੀ ਇਹ ਇਤਿਹਾਸ ਦੇ ਸੀ। ਸੋ ਇਹਦੇ ਪਹਿਲੇ ਕੁਤਰਕ ਨੇ, ਅਤੇ ਇਹਦਾ ਜੀਵਨ ਜਿਹੜਾ ਹੈ ਮੈਂ ਆਪ ਜੀ ਨੂੰ ਦੱਸਿਆ ਆ। ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਸਿੰਘ ਨੇ, ਜੇ ਕਿਸੇ ਨੂੰ ਵੀ ਜਿਹੜਾ ਹੈ ਉਹ ਇਹ ਹੋਵੇ ਕਿ ਇਹਦੇ ਵਿੱਚ ਕੋਈ ਅਤਕਥਨੀ ਦੀ ਗੱਲ ਮੈਂ ਕਰ ਰਿਹਾ ਹਾਂ, ਉਹ ਸਾਨੂੰ ਕਾਲ ਵੀ ਕਰ ਸਕਦੇ ਨੇ। ਸੋ ਜਿਹੜਾ ਮੇਰਾ ਨੰਬਰ ਹੈ ਉਹ ਥੱਲੇ ਸ਼ੋਅ ਹੁੰਦਾ ਹੋਵੇਗਾ, ਸਾਨੂੰ ਕਾਲ ਵੀ ਕਰ ਸਕਦੇ ਨੇ। ਅਤੇ ਪਰ ਜਿਹੜੇ ਬਾਕੀ ਦੇ ਵੀਰ ਭੈਣ ਭਰਾ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਅੱਜ ਸਾਡੇ ਕੋਲ ਜ਼ਿਆਦਾ ਕਾਲਾਂ ਨਹੀਂ ਲੈ ਹੋਣੀਆਂ, ਕਿਉਂਕਿ ਇਹ ਟੌਪਿਕ ਜਿਹੜਾ ਹੈ ਉਹ ਕਾਫੀ ਲੰਬਾ ਆ, ਅਤੇ ਆਪਾਂ ਇਹਨੂੰ ਤੈਅ ਸੀਮਾ ਦੇ ਵਿੱਚ ਜਿਹੜਾ ਸੰਕੋਚਣ ਦਾ ਆਪਾਂ ਯਤਨ ਕਰਨਾ ਆ, ਕਿਉਂਕਿ ਜਦੋਂ ਜ਼ਿਆਦਾ ਪ੍ਰੋਗਰਾਮ ਲੰਬਾ ਹੋ ਜਾਂਦਾ ਫਿਰ ਸੁਣਨ ਵਿੱਚ ਵੀ ਔਖਾ ਹੁੰਦਾ ਆ। ਅਤੇ ਸਾਡੀ ਇਹ ਕੋਸ਼ਿਸ਼ ਹੈ ਕਿ ਇਹ ਜਿਹੜਾ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਇਹ ਹਰ ਕਿਸੇ ਦੇ ਜਿਹੜਾ ਹੈ ਵੀ ਜਿਹੜਾ ਹਰ ਕਿਸੇ ਤੱਕ ਪਹੁੰਚੇ, ਤਾਂ ਜੋ ਪਤਾ ਚੱਲ ਸਕੇ ਕਿ ਇਹ ਸਾਡੀ ਜੜ੍ਹ ਦੇ ਵਿੱਚ ਆਰੀ ਕਿਵੇਂ ਇਹਨਾਂ ਨੇ ਫੇਰਨੀ ਸ਼ੁਰੂ ਕੀਤੀ ਸੀਗੀ।
ਤੇ ਅਰਸ਼ਪ੍ਰੀਤ ਸਿੰਘ ਜੀ ਬਿਲਕੁਲ ਜੀ, ਜਿਹੜਾ ਇਹਨਾਂ ਦੇ ਇਹ ਦਸਮ ਬਾਣੀ ਦਾ ਬਹੁਤ ਵੱਡਾ ਨਿੰਦਕ ਆ, ਉਹ ਮੈਂ ਅੱਗੇ ਜਾ ਕੇ ਗੱਲ ਕਰਾਂਗਾ। ਪਰ ਪਹਿਲਾਂ ਮੈਂ ਇੱਕ ਗੱਲ ਇੱਥੇ ਇਹ ਕਰ ਦੇਵਾਂ ਕਿ ਜਦੋਂ ਇਹ ਪਹਿਲੇ ਕੁਤਰਕ ਆਪਣੇ ਚੱਕਦਾ ਆ, ਜਦੋਂ ਉਦੋਂ ਇਹਦੇ ਨਾਲ ਸਿੰਘਾਂ ਦੀ ਚਰਚਾ ਹੁੰਦੀ ਆ, ਅਤੇ ਇਹ ਪਾਪੀ ਇਹ ਗੱਲ ਕਹਿੰਦਾ ਨੇ ਕਿ ਮੈਂ ਦਸਮ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਰਪਿਤ ਹਾਂ। ਜਿਹੜਾ ਇਹ ਵੀ ਗੱਲ ਇੱਥੋਂ ਤੱਕ ਵੀ ਕਹਿੰਦਾ ਆ ਵੀ ਜਿਹੜਾ ਬੰਦਾ ਦਸਮ ਦੀ ਬਾਣੀ ਨੂੰ ਨਹੀਂ ਮੰਨਦਾ ਉਹ ਸਿੱਖ ਨਹੀਂ ਆ, ਉਹ ਸਿੱਖੀ ਤੋਂ ਆਪਣੇ ਆਪ ਨੂੰ ਬਾਹਰਾ ਕਰਦਾ। ਇਹਦੀ ਮੇਰੇ ਕੋਲ ਵੀਡੀਓ ਹੈ ਜੀ, ਜਿਹਦੇ ਵਿੱਚ ਇਹ ਪਹਿਲੀ ਵਿੱਚ ਕਹਿੰਦਾ ਆ, ਕਿਉਂਕਿ ਇਹ ਆਪ ਜਿਹੜਾ ਸੀ ਉਹ ਕਿਤਾਬਾਂ ਨਹੀਂ ਸੀ ਲਿਖਦਾ, ਇਹਦੀ ਆਪ ਦੀ ਕੋਈ ਕਿਤਾਬ ਲਿਖੀ ਹੋਈ ਤਾਂ ਹੈ ਨਹੀਂ ਆ, ਕਿਉਂਕਿ ਇੰਨੀ ਵਿਦਵਤਾ ਹੀ ਇਹਦੇ ਕੋਲ ਨਹੀਂ ਆ। ਕਿਉਂਕਿ ਜਦੋਂ ਵੀ ਕੋਈ ਬੰਦਾ ਆਪਣੀ ਕਿਤਾਬ ਲਿਖਣੀ ਸ਼ੁਰੂ ਕਰੂਗਾ ਅਤੇ ਉਹ ਹੌਲੀ ਹੌਲੀ ਜਿਹੜਾ ਅੱਗੇ ਵੱਧਦਾ ਆ, ਅਤੇ ਉਹ ਇੱਦਾਂ ਨਹੀਂ ਹੁੰਦਾ ਹੈਗਾ ਵੀ ਕੋਈ ਬੰਦਾ ਜਿਹੜਾ ਹੈਗਾ ਉਹ ਸ਼ੁਰੂ ਹੀ ਵੱਡੀਆਂ ਕਿਤਾਬਾਂ ਤੋਂ ਕਰੇ। ਸੋ ਇਹਨੂੰ ਜੋ ਪਿੱਛੋਂ ਨਾਗਪੁਰ ਤੋਂ ਲਿਖ ਕੇ ਆਉਂਦਾ ਸੀ ਉਹੀ ਇਹ ਅੱਗੇ ਗਿਣਾ ਦਿੰਦਾ ਸੀ, ਅਤੇ ਫਿਰ ਉੱਧਰ ਨੂੰ ਇਹ ਘੁੰਮ ਜਾਂਦਾ ਸੀ। ਸੋ ਪਹਿਲੋਂ ਇਹ ਦਸਮ ਬਾਣੀ ਦੇ ਹੱਕ 'ਚ ਰਿਹਾ, ਬਾਅਦ ਦੇ ਵਿੱਚ ਇਹ ਦਸਮ ਬਾਣੀ ਦੇ ਖਿਲਾਫ ਹੋ ਗਿਆ। ਸੋ ਇਹ ਬੜੇ ਛੋਟੇ ਪੀਰੀਅਡ ਦੇ ਵਿੱਚ ਹੀ ਸਾਰੀ ਇਹ ਗੱਲਬਾਤ ਜਿਹੜੀ ਹੈਗੀ ਆ ਘੁੰਮਦੀ ਆ। ਸੋ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਆ ਵੀ ਇਹ ਦਸਮ ਬਾਣੀ ਦੇ ਵੀ ਇਹ ਖਿਲਾਫ ਬੋਲਦਾ ਆ, ਇਹ ਜਾਪ ਸਾਹਿਬ ਦੀ ਬਾਣੀ, ਚੌਪਈ ਸਾਹਿਬ ਦੀ ਬਾਣੀ, ਫਿਰ ਸਾਰੀਆਂ ਬਾਣੀਆਂ ਦਾ ਇਹ ਬਿਲਕੁਲ ਖੰਡਨ ਕਰਦਾ ਆ। ਅਤੇ ਬੜੇ ਇੱਕ ਜਿਹੜਾ ਸੀ ਉਹ ਇੱਕ ਬੇਸ਼ਰਮੀ ਭਰੇ ਲਹਿਜੇ ਦੇ ਵਿੱਚ ਵਿਰੋਧ ਕਰਦਾ ਆ। ਸੋ ਉਸ ਤੋਂ ਬਾਅਦ ਇਹ ਜਿਹੜਾ ਆਪਾਂ ਸਾਰਾ ਇਹ 84 ਦਾ ਜੋ ਵੀ ਹਾਲਾਤ ਵਾਪਰਦੇ ਨੇ, ਅਤੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਅਤੇ ਉਹ ਸਰੀਰਕ ਰੂਪ ਦੇ ਵਿੱਚ ਸੇਵਾ ਨਿਭਾ ਰਹੇ ਨੇ, ਅਤੇ ਉਸ ਸਮੇਂ ਇਹ ਬੰਦਾ ਗਾਤਰਾ ਉੱਪਰ ਦੀ ਪਾ ਕੇ ਅਤੇ ਸੇਵਾ ਕਰਦਾ ਆ, ਅਤੇ ਇਹ ਕਹਿੰਦਾ ਵੀ ਮੈਂ ਸਿੰਘਾਂ ਦੇ ਜਿਹੜਾ ਸੀ ਉਹ ਸੰਘਰਸ਼ ਵੱਲ ਦੇਖ ਕੇ ਪ੍ਰੇਰਿਤ ਹੋਇਆ ਸਿੱਖੀ ਦੇ ਵੱਲ ਨੂੰ। ਪਰ ਜਦੋਂ ਇਹ ਅਸੀਂ ਸੰਘਰਸ਼ ਦੇ ਵਿੱਚ ਸੰਤਾਂ ਦੀ ਸ਼ਹਾਦਤ ਹੁੰਦੀ ਆ, ਹੋਰ ਸਿੰਘਾਂ ਦੀ ਸ਼ਹਾਦਤ ਹੋ ਜਾਂਦੀ ਹੈ, ਕੈਨੇਡਾ ਆ ਜਾਂਦਾ ਆ, ਫਿਰ ਇਹ ਉਸੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਵਿਰੋਧੀ ਬਣ ਕੇ ਜਿਹੜਾ ਉਹ ਨਿੱਤਰਦਾ ਆ। ਅਤੇ ਇਹ ਇੱਥੋਂ ਤੱਕ ਜਿਹੜੀ ਗੱਲ ਇਹ ਕਹਿਣ ਲੱਗਾ, ਗੁਰੇਜ਼ ਨਹੀਂ ਕਰਦਾ ਕਿ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਸ ਸਮੇਂ ਦੇ ਸਿੰਘਾਂ ਨੇ ਆਪਣੇ ਕੁਕਰਮਾਂ ਨੂੰ ਜਿਹੜਾ ਲੁਕਾਉਣ ਦੇ ਲਈ ਉਹ ਚੋਲੇ ਪਾਏ। ਅਤੇ ਨਾਲ ਦੀ ਨਾਲ ਇਹ ਵੀ ਗੱਲ ਜਿਹੜੀ ਹੈ ਉਹ ਕਹਿੰਦਾ ਆ ਵੀ ਜਿਹੜਾ ਗੁਰੂ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਜੀ ਨੇ 1.25 ਲੱਖ ਸੇ ਏਕ ਲੜਾਉਂ ਦੀ ਗੱਲ ਦਾ ਕਹਿ ਕੇ 1.25 ਲੱਖ ਸੇ ਏਕ ਮਰਾਉਂ ਵਾਲੀ ਗੱਲ ਕਰਕੇ ਰੱਖ ਦਿੱਤੀ ਆ। ਸੋ ਇਹ ਉੱਥੇ ਇਹ ਜਿਹੜਾ ਹੈਗਾ ਉਸ ਸਮੇਂ ਦੇ ਇਤਿਹਾਸ ਦੇ ਉੱਤੇ ਜਿਹੜਾ ਹੈ ਉਹ ਕਿੰਤੂ ਪਰੰਤੂ ਜਿਹੜੇ ਉਹ ਸ਼ੁਰੂ ਕਰਦਾ ਆ। ਅਤੇ ਹਾਲਾਂਕਿ ਉਹ ਸਾਰੇ ਦਾ ਸਾਰਾ ਜਿਹੜਾ ਵਰਤਾਰਾ ਸੀ ਉਹ ਸਿੰਘਾਂ ਦੇ ਅੱਖੀਂ ਵਾਪਰਿਆ ਸੀ, ਅਤੇ ਜੋ ਉਸ ਸਮੇਂ ਸਿੰਘਾਂ ਨੇ ਆਪਣਾ ਜੋ ਉਸ ਸਮੇਂ ਆਪਣੇ ਸਿਰਾਂ ਦੇ ਨਾਲ ਜਾਂ ਆਪਣੇ ਸਿਦਕ ਨੂੰ ਨਿਭਾਇਆ ਉਹ ਸਾਰੇ ਜਾਣਦੇ ਆ। ਪਰ ਇਸ ਪਾਪੀ ਨੇ ਕੈਨੇਡਾ ਦੇ ਵਿੱਚ ਆਣ ਕੇ ਉਹਦਾ ਵਿਰੋਧ ਕਰਨਾ ਸ਼ੁਰੂ ਕੀਤਾ। ਸੋ ਇਹਦੀਆਂ ਕੁਝ ਕੁ ਜਿਹੜੇ ਇਹਦੇ ਉਹ ਪਹਿਲੇ ਕਿੰਤੂ ਸੀਗੇ। ਇਸ ਤੋਂ ਇਲਾਵਾ ਜਿਹੜੇ ਜਦੋਂ ਇਹਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਆ, ਅਤੇ ਇਹਦਾ ਜਿਹੜਾ ਇਹਦੇ ਨਾਲ ਦੀ ਨਾਲ ਮੈਂ ਇਹਦਾ ਥੋੜ੍ਹਾ ਜਿਹਾ ਪਿਛੋਕੜ ਹੋਰ ਦੱਸ ਦੇਵਾਂ, ਕਿਉਂਕਿ ਉਸ ਤੋਂ ਬਾਅਦ ਮੈਂ ਵਿਦਵਾਨ ਪੁਰਸ਼ਾਂ ਨੂੰ ਵੀ ਨਾਲ ਲੈਣਾ ਆ। ਵੀਰ ਗੁਰਵਿੰਦਰ ਸਿੰਘ ਜੀ ਹੁਣੀ ਸਾਡੇ ਨਾਲ ਜੁੜਨਗੇ। ਸੋ ਇਹਦਾ ਜਿਹੜਾ ਮੁੰਡਾ ਆ ਇਹਦਾ ਕਾਲੇ ਅਫਗਾਨੇ ਦਾ, ਉਹ ਵੀ ਕਾਫੀ ਜਿਹੜੇ ਕੁਤਰਕ ਜਿਹੜੇ ਹੈਗੇ ਉਹ ਬਾਣੀ ਦੇ ਉੱਤੇ ਕਰਦਾ ਆ। ਪਰ ਉਹਦਾ ਵੀ ਜਿਹੜਾ ਜੀਵਨ ਹੈ ਉਹ ਕੋਈ ਵੀ ਅਮਰੀਕਾ ਦੇ ਵਿੱਚ ਜਿੱਥੇ ਹੁਣ ਢੰਡਰੀਆਂ ਵਾਲੇ ਦਾ ਵੀ ਡੇਰਾ ਆ, ਕਿਉਂਕਿ ਇਹਨਾਂ ਨੂੰ ਬਾਲਟੀਮੋਰ ਕਾਫੀ ਰਾਸ ਆਉਂਦਾ ਆ। ਸੋ ਬਾਲਟੀਮੋਰ ਗੁਰੂ ਘਰ ਤੋਂ ਪਤਾ ਕੀਤਾ ਜਾ ਸਕਦਾ ਵੀ ਬਾਲਟੀਮੋਰ ਦੀ ਪਾਰਕਿੰਗ ਦੇ ਵਿੱਚ ਕਿਸੇ ਗੋਰੀ ਬੀਬੀ ਦੇ ਨਾਲ ਕੁਕਰਮ ਕਰਦਾ ਉੱਥੋਂ ਦੀ ਸੰਗਤ ਫੜਦੀ ਆ। ਸੋ ਉੱਥੇ ਜਿਹੜੀ ਸੀ ਇਹ ਬਹੁਤ ਹੀ ਅਤਿ ਘਿਨਾਉਣੀ ਅਵਸਥਾ ਦੇ ਵਿੱਚ ਇਹ ਫੜਿਆ ਜਾਂਦਾ ਆ। ਸੋ ਪਹਿਲੇ ਨੰਬਰ ਦੇ ਉੱਤੇ ਦੇ ਆਪਾਂ ਇਹ ਦੇਖੀਏ ਵੀ ਕੈਸੇ ਬੰਦਿਆਂ ਨੂੰ ਜਿਹੜਾ ਸੀ ਉਹ ਧਰਮ ਦਾ ਚੋਲਾ ਪਵਾ ਕੇ ਅਤੇ ਉਹ ਜਿਹੜੇ ਨਾਗਪੁਰ ਵਾਲੇ ਆ ਸਾਡੇ ਵਿੱਚ ਸ਼ਾਮਲ ਕਰਦੇ ਨੇ। ਅਤੇ ਪਹਿਲੋਂ ਇਹਦੇ ਉੱਤੇ ਜਿਹੜਾ ਹੈ ਉਹ ਜੁਰਮਾਨਾ ਹੁੰਦਾ ਹੈ ਬੀਬੀ ਨੂੰ ਕਾਲਾਂ ਕਰਨ ਦਾ। ਇਹਦੇ ਪੁੱਤਰ ਦੇ ਉੱਤੇ ਜਿਹੜਾ ਹੈ ਉਹ ਗੁਰੂ ਘਰ ਦੇ ਜਿਹੜੀ ਪਾਰਕਿੰਗ ਆ ਉਹਦੇ ਵਿੱਚ ਫੜਿਆ ਜਾਂਦਾ ਆ। ਸੋ ਐਸੇ ਇਹਨਾਂ ਦਾ ਜਿਹੜਾ ਸੀ ਉਹ ਜੀਵਨ ਸੀ। ਸੋ ਪਿਆਰਾ ਸਿੰਘ ਜੀ ਬਿਲਕੁਲ ਜੀ, ਇਹ ਜਿਹੜਾ ਆਪਾਂ ਕਹਿ ਰਹੇ ਨਾ ਵੀ ਢੰਡਰੀ ਵਾਂਗੂ ਸੀ, ਇਹ ਢੰਡਰੀਆਂ ਵਾਲੇ 'ਤੇ ਆਪਾਂ ਐਂਡ 'ਤੇ ਪਹੁੰਚਾਂਗੇ ਜੀ। ਆਪਾਂ ਸਾਰਿਆਂ ਦੀ ਹੀ ਇਹਨਾਂ ਦੀ ਗੱਲ ਕਰਦੇ ਜਾਵਾਂਗੇ। ਜਿਹੜਾ ਇਹਨਾਂ ਦਾ ਪਿਤਾਮਾ ਆ ਉਹਦੀ ਜੜ੍ਹ ਜਿਹੜੀ ਹੈ ਉਹ ਅਸਲ ਜਿਹੜਾ ਸੱਪ ਸੀ ਉਹ ਕਾਲਾ ਅਫਗਾਨਾ ਆ, ਜੋ ਅੱਜ ਨੇਕੀ ਬਕਵਾਸਬਾਜੀ ਕਰ ਰਿਹਾ, ਜੋ ਢੰਡਰੀਆਂ ਵਾਲਾ ਬਕਵਾਸਬਾਜੀ ਕਰ ਰਿਹਾ, ਜਾਂ ਬਾਕੀ ਦੇ ਜਿੰਨੇ ਵੀ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਪਿਤਾਮਾ ਇਹੀ ਆ। ਸੋ ਗੱਲ ਇਹ ਆ ਕਿ ਇਹਨੂੰ ਜਦੋਂ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਸੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੀ RSS ਨੇ ਕੀ ਕੀਤਾ ਸੀ।
ਆਪਣੇ ਵੱਲੋਂ ਕੁਝ ਜਿਹੜੀਆਂ ਕਿਤਾਬਾਂ ਛਪਾਈਆਂ ਜਿਹਦੇ ਵਿੱਚ ਬਹੁਤ ਗਲਤ ਮੁਲਤ ਛਪਾਇਆ ਗਿਆ, ਕਿਸੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੀਆਂ ਮੋਹਰਾਂ ਤੱਕ ਲਾ ਦਿੱਤੀਆਂ ਗਈਆਂ, ਉਹਨਾਂ ਨੂੰ ਜਿਹੜਾ ਸੀ ਉਹ ਬਾਅਦ ਦੇ ਵਿੱਚ ਜਦੋਂ ਸਿੱਖਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਬਿਨਾਂ ਕਿਸੇ ਵਿਵਾਦ ਤੋਂ ਉਹਨਾਂ ਕਿਤਾਬਾਂ ਨੂੰ ਵਾਪਸ ਕਰ ਲਿਆ ਵੀ ਅਸੀਂ ਕਿਤਾਬਾਂ ਵਾਪਸ ਕਰ ਲੈਂਦੇ ਹਾਂ। ਪਰ ਉਹਨਾਂ ਕਿਤਾਬਾਂ ਨੂੰ ਖ਼ਤਮ ਨਹੀਂ ਕੀਤਾ। ਉਹਨਾਂ ਨੂੰ ਜਦੋਂ ਖ਼ਤਮ ਨਾ ਕੀਤਾ ਤਾਂ ਉਹਨਾਂ ਨੂੰ ਜਿਹੜਾ ਸੀ ਉਹ ਸਮੇਟ ਕੇ ਰੱਖ ਲਿਆ ਗਿਆ। ਉਸ ਤੋਂ ਬਾਅਦ 20-50 ਸਾਲ ਬਾਅਦ ਉਹਨਾਂ ਨੂੰ ਪਤਾ ਵੀ ਅਸੀਂ ਇਹ ਕਿਤਾਬਾਂ ਕੱਢ ਕੇ ਅਤੇ ਪੰਥ ਦੇ ਮੂਹਰੇ ਇੱਕ ਐਵੀਡੈਂਸ ਪੇਸ਼ ਕਰ ਸਕਦੇ ਹਾਂ। ਆਹ ਪੁਰਾਤਨ ਕਿਤਾਬਾਂ ਨੇ ਜੀ। ਜਦੋਂ 50 ਸਾਲ 60 ਸਾਲ ਬਾਅਦ ਇਹ ਪੀੜ੍ਹੀ ਬਦਲ ਗਈ ਤਾਂ ਅਗਲੀ ਪੀੜ੍ਹੀ ਨੂੰ ਇਹ ਮੰਨਣਾ ਪੈਣਾ ਵੀ ਇਹ ਕਿਤਾਬਾਂ ਵੀ ਉਸ ਸਮੇਂ ਦੀਆਂ ਛਪੀਆਂ, ਕਿਉਂਕਿ ਛਪਾਈ ਮੈਚ ਕਰ ਲਓ ਜੀ। ਇਸੇ ਹੀ ਹੂ ਤਰੀਕੇ ਦੇ ਨਾਲ ਜਦੋਂ ਇੱਕ ਬੰਦੇ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ, ਪੰਥ ਵਿੱਚੋਂ ਕੱਢ ਦਿੱਤਾ ਗਿਆ ਸੀ, ਸੋ ਉਹਦੀਆਂ ਲਿਖਤਾਂ ਦਾ ਕੋਈ ਵਜੂਦ ਨਹੀਂ ਸੀ ਬਣਦਾ। ਪਰ ਇਹ ਨਾਗਪੁਰ ਵਾਲੇ ਜਿਹੜੇ ਸੀ, ਕਿਉਂਕਿ ਉਹਨਾਂ ਦਾ ਰਾਜ ਹੈ ਅਤੇ ਉਹਨਾਂ ਦੇ ਰਾਜ ਦੇ ਥੱਲੇ ਹੀ ਇਹਦੀਆਂ ਕਿਤਾਬਾਂ ਨੂੰ ਜਿਹੜਾ ਉਹ ਜਿੰਦੀਆਂ ਰੱਖਿਆ ਗਿਆ। ਸੋ ਅੱਜ ਜਿਹਦੀਆਂ ਕਿਤਾਬਾਂ ਦੇ ਵਿੱਚੋਂ ਜਿੰਨੇ ਵੀ ਇਹਨਾਂ ਦੇ ਅਖੌਤੀ ਵਿਦਵਾਨ ਨੇ ਉਹ ਸਾਰੇ ਅੱਜ ਬਕਵਾਸਬਾਜ਼ੀ ਕਰ ਰਹੇ ਨੇ। ਸੋ ਆਪਾਂ ਅਗਰ ਇਹਨਾਂ ਦੇ ਵਿੱਚ ਅੱਜ ਪੈਂਦੇ ਹਾਂ ਤਾਂ ਆਪਾਂ ਸ਼ਾਇਦ ਆਪਣੇ ਵਿਸ਼ੇ ਤੋਂ ਖੁੰਝ ਜਾਵਾਂਗੇ। ਆਪਾਂ ਅੱਜ ਕੋਸ਼ਿਸ਼ ਕਰਾਂਗੇ ਕਿ ਵਿਸ਼ਾ ਜਿਹੜਾ ਹੈ ਉਹ ਕਾਲੇ ਅਫਗਾਨੇ 'ਤੇ ਰੱਖਿਆ ਜਾਵੇ। ਅੱਗੇ ਦੀ ਅੱਗੇ ਆਪਾਂ ਇਹਨਾਂ ਸਾਰਿਆਂ ਦੀ ਹੀ ਇੱਕ ਜਿੰਨਾ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਵੀ ਇੱਕ ਤੋਂ ਇੱਕ, ਜਿੱਦਾਂ ਦਰਸ਼ਨ ਸਿੰਘ ਦੇ ਵੀ ਆਪਾਂ ਵਿਚਾਰ ਕਰਾਂਗੇ। ਉਸ ਤੋਂ ਬਾਅਦ ਵਾਲੇ ਜਿੱਦਾਂ ਤੁਰੇ ਨੇ, ਚਾਹੇ ਉਹ ਘੱਗਾ ਹੋਇਆ, ਚਾਹੇ ਉਹ ਸਰਬਜੀਤ ਧੁੰਦਾ ਹੋਇਆ, ਅਤੇ ਉਹ ਚਾਹੇ ਉਹ ਦੂਸਰੇ ਆਪਣੇ ਦਲਗੀਰ ਹੋਇਆ। ਆਪਾਂ ਇਕੱਲੇ ਦਾ ਇਹਨਾਂ ਦਾ ਜੀਵਨ ਪਰਖਾਂਗੇ ਵੀ ਇਹ ਕੈਸ ਵਰਤਾਰੇ ਦੇ ਵਿੱਚ ਸੀ। ਅਤੇ ਫਿਰ ਇਹ ਵੀ ਆਪਾਂ ਦੇਖਾਂਗੇ ਵੀ ਇਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਸੀ ਉਹ ਕਿਵੇਂ ਉਛਾਲਾ ਮਾਰ ਕੇ ਵਧੀਆਂ। ਬਾਕੀ ਵੀ ਜਿਹੜੇ ਸਿੱਖ ਸੀ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਆਏ, ਉਹਨਾਂ ਨੇ ਇੱਥੇ ਕਮਾਈਆਂ ਕੀਤੀਆਂ, ਉਹਨਾਂ ਨੇ ਇੱਥੇ ਦਿਹਾੜੀਆਂ ਵੀ ਕੀਤੀਆਂ, ਉਹਨਾਂ ਨੇ ਅਗਾਂਹ ਦੇ ਬੱਚੇ ਪੜ੍ਹਾਏ। ਹੌਲੀ ਜਾ ਕੇ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਸੀ ਉਹ ਜੀਵਨ ਸੈਟਅਪ ਹੋਇਆ। ਪਰ ਇਹ ਬੰਦਿਆਂ ਦਾ ਜਿਹੜਾ ਜੀਵਨ ਸੀ ਉਹ ਇੱਕਦਮ ਉਛਾਲਾ ਮਾਰ ਕੇ ਸੈਟਅਪ ਕਿੱਦਾਂ ਹੋਇਆ ਵੀ ਇਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਰਹੀ। ਉਹ ਪੈਸਾ ਕਿੱਥੋਂ ਆਇਆ ਸੀ, ਕਿਹੜੀ ਇਹਨਾਂ ਦੀ ਕੋਈ ਲੋਟਰੀ ਲੱਗੀ ਸੀ, ਆਪਾਂ ਉਹ ਵੀ ਸਾਰਾ ਦਾ ਸਾਰਾ ਵਿਚਾਰਾਂਗੇ। ਅਤੇ ਜਿਹੜੇ ਅੱਜ ਦੇ ਕਹਿੰਦੇ ਨੇ ਨਾ ਬਈ ਅਸੀਂ ਜਿਹੜਾ ਹੈਗਾ ਵੀ ਬਾਕੀਆਂ ਨੇ ਪੰਥ ਨੂੰ ਖਾ ਲਿਆ ਅਤੇ ਅਸੀਂ ਪੰਥ ਪ੍ਰਸਤ ਹਾਂ ਅਤੇ ਬਾਕੀ ਮੌਕਾ ਪ੍ਰਸਤ, ਆਪਾਂ ਉਹਨਾਂ ਦਾ ਵੀ ਦੇਖਾਂਗੇ ਵੀ ਅੱਜ ਕਿੰਨੀਆਂ ਪ੍ਰੋਪਰਟੀਆਂ ਨੇ। ਸੋ ਆਪਾਂ ਇਹਨਾਂ ਨੂੰ 1 ਬਾਈ 1 ਜਿਹੜਾ ਉਹ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਪਾਂ ਨਾਲ ਵੀਰ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਹੁਣਾਂ ਨੂੰ ਲੈਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਜੀ। ਮੈਂ ਇਹਨਾਂ ਨਾਲ ਟਾਈਮ ਲਿਆ ਸੀ ਤਾਂ ਆਪਾਂ ਉਹਨਾਂ ਨੂੰ ਕਾਲ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਏਕ ਨੂਰ ਰੇਡੀਓ ਦੇ ਉੱਪਰ। ਧੰਨਵਾਦ ਜੀ। ਹਾਂਜੀ ਬਾਬਾ ਜੀ, ਜਿਵੇਂ ਆਪਾਂ ਅੱਜ ਬੇਨਤੀ ਕੀਤੀ ਸੀ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਇਹ ਜਿੰਨੇ ਵੀ ਕੁਤਰਕਵਾਦੀ ਨੇ ਇਹਨਾਂ ਦੇ ਪਿਤਾਮਾ ਜਿਹੜਾ ਆ ਉਹ ਕਾਲੇ ਅਫਗਾਨੇ ਦੇ ਜੀਵਨ ਅਤੇ ਜੋ ਉਹਦੀਆਂ ਲਿਖਤਾਂ ਸੀ ਉਹਨਾਂ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਜੇ ਆਪ ਜੀ ਮੁੱਢਲੀ ਜਾਣਕਾਰੀ ਉਹਨਾਂ ਬਾਰੇ ਦੇ ਸਕੋ, ਕਾਲੇ ਅਫਗਾਨੇ ਦੇ ਜੀਵਨ ਬਾਰੇ ਪਹਿਲਾਂ ਤਾਂ ਵੀ ਕਿਵੇਂ ਇਹਦਾ ਜਿਹੜਾ ਸੀ ਸਿੱਖੀ ਦੇ ਵਿੱਚ ਆਉਣਾ ਹੋਇਆ ਅਤੇ ਪਹਿਲਾਂ ਇਹਦਾ ਜਿਹੜੀ ਕਿਰਤ ਬਿਰਤ ਸੀ। ਇਹਦਾ ਇਸ ਤਰ੍ਹਾਂ ਜੀ ਭਾਈ ਸਾਹਿਬ, ਜਿੰਨਾ ਕੁ ਮੈਂ ਪੜ੍ਹਿਆ ਸੁਣਿਆ ਇਹਨਾਂ ਬਾਰੇ। ਜੀ 2002-03 ਦੇ ਵਿੱਚ ਮੈਂ ਸ਼ਬਦਾਂ ਦਾ ਖਾਲਸਾ ਖੰਡੇਤਰ ਜੀ ਤਾਂ ਬਾਬਾ ਜੀ ਤੁਹਾਡਾ ਥੋੜ੍ਹਾ ਜਿਹਾ ਨੈਟਵਰਕ ਟੁੱਟ ਰਿਹਾ, ਜੇ ਮਾੜਾ ਜਿਹਾ ਨੈਟਵਰਕ 'ਚ ਆ ਜਾਓ ਤੇ। ਅੱਛਾ ਜੀ, ਹਾਂਜੀ ਹੁਣ ਕਲੀਅਰ ਕਲੀਅਰ ਹੋ ਗਈ ਸੀ। 1 ਮਿੰਟ ਮੈਂ ਗੱਡੀ ਤਾਂ ਹਾਂਜੀ ਸ਼ਬਦਾਂ ਹੁੰਦਾ ਸੀ। ਹਾਂਜੀ ਆ ਰਹੀ ਵਾ ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਜੀ। ਹਾਂਜੀ ਤਾਂ ਉਸ ਸਮੇਂ ਦੀਆਂ ਕਿਤਾਬਾਂ ਜਿਹੜੀਆਂ ਸੀ ਉਹ ਮਾਰਕੀਟ ਵਿੱਚ ਆਈਆਂ ਸੀ, ਜਿਨ੍ਹਾਂ ਕਿਤਾਬਾਂ ਨੂੰ ਵੇਚਣ ਵਾਸਤੇ ਸਿੱਖ ਮਿਸ਼ਨਰੀ ਕਾਲਜ ਦੇ ਨਾਲ ਮੈਂ ਵੀ ਉਸ ਸਮੇਂ ਜੁੜਿਆ ਹੋਇਆ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨਾਲ। ਠੀਕ ਆ ਜੀ। ਮੈਂ ਉਹਨਾਂ ਦਾ ਕੋਰਸ ਵੀ ਕੀਤਾ ਸੀ, ਪੜ੍ਹਿਆ ਸੀ, ਤੇ ਮੈਂ ਉਹਨਾਂ ਦੇ ਸਟਾਲ ਵੀ ਲਾਉਂਦਾ ਹੁੰਦਾ ਸੀ ਜੀ। ਮੈਨੂੰ ਉਹਨਾਂ ਨੇ ਉਦੋਂ ਪੱਤਰ ਪਾਇਆ, ਇੱਕ ਚਿੱਠੀ ਲਿਖੀ ਕਿ ਤੁਸੀਂ ਕਾਲੇ ਅਫਗਾਨੇ ਦੀਆਂ ਕਿਤਾਬਾਂ ਜਿਹੜੀਆਂ ਉਹ ਵੀ ਕਿਤੋਂ ਲੈ ਕੇ ਤੇ ਨਾਲ ਸਟਾਲਾਂ ਤੇ ਵੇਚਿਆ ਕਰੋ। ਠੀਕ ਆ ਜੀ। ਤਾਂ ਮੈਨੂੰ ਜਿਹੜਾ ਸੀਗਾ, ਮੈਂ ਉੱਧਰ ਖਾਲਸਾ ਖੰਡੇਦਾਰ ਮੈਗਜ਼ੀਨ ਪੜ੍ਹਦਾ ਹੁੰਦਾ ਸੀ, ਉਹਦੇ ਵਿੱਚ ਤਰਦੀਪ ਸਿੰਘ ਤੇ ਸਰਦਾਰ ਕੰਵਰਜੀਤ ਸਿੰਘ ਜੀ
ਸ਼ਮਸ਼ੇਰ ਸਿੰਘ ਤੇ ਸਿਕੰਦਰ ਸਿੰਘ ਜੇਠੂਵਾਲ, ਇਹਨਾਂ ਦੇ ਲੇਖ ਵੀ ਉਦੋਂ ਆਉਂਦੇ ਹੁੰਦੇ ਸੀ ਤੇ ਕੰਮ ਬੜਾ ਗਹਿਮਾ ਗਿਆ ਮੈਨੂੰ, ਜਿਹੜੇ ਸੀ ਜਵਾਬ ਦਿੱਤੇ ਜਾ ਰਹੇ ਸੀ ਉਹਦੀਆਂ ਕਿਤਾਬਾਂ ਚੋਂ। ਠੀਕ ਹੈ ਜੀ। ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਨੂੰ ਉਹਦੇ ਬਾਰੇ ਜਾਣਕਾਰੀ ਸੀ। ਮੈਂ ਉਲਟਾ ਉਹਨਾਂ ਨੂੰ ਪ੍ਰਸ਼ਨ ਕੀਤਾ ਚਿੱਠੀ ਲਿਖ ਕੇ ਵੀ ਤੁਸੀਂ ਵੀ ਉਸ ਬੰਦੇ ਦੀ ਸਪੋਰਟ ਕਰ ਰਹੇ ਆ, ਉਹ ਤਾਂ ਪੰਥ ਵਿਰੋਧੀ ਆ ਜੀ। ਤਾਂ ਉਹਨਾਂ ਦਾ ਮੈਨੂੰ ਅੱਗੋਂ ਕੋਈ ਜਵਾਬ ਨਹੀਂ ਆਇਆ। ਤਾਂ ਮੈਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਦੀ ਨੀਤੀ ਦੀ ਸਮਝ ਪੈ ਗਈ ਵੀ ਇਹ ਸਾਰੇ ਪਿੱਛੋਂ ਇੱਕੋ ਸੋਚ ਹੀ ਰੱਖਦੇ, ਤੇ ਮੈਂ ਫਿਰ ਉਹਨਾਂ ਨਾਲ ਜੀ ਬਿਲਕੁਲ ਬਿਲਕੁਲ ਜੀ। ਇਹ ਬਿਲਕੁਲ ਇੰਝ ਹੀ ਸੀ ਜਿਵੇਂ ਮੇਰੇ ਖਿਆਲ ਨਾਲ ਅੱਜ ਆਪਾਂ ਕਹਿ ਲਈਏ ਨੇਕੀ ਢੰਡਰੀ ਦਾ ਸਾਥ ਹੈ ਨਾ, ਵੀ ਇੱਕ ਖੁੱਲ ਕੇ ਬੋਲਦਾ, ਦੂਜਾ ਹੌਲੀ ਹੌਲੀ ਉੱਥੇ ਲੈ ਕੇ ਜੀ 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 ਹਾਂਜੀ। ਤਾਂ ਮੈਂ ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਨਾ ਇਸ ਪਾਸੇ ਥੋੜਾ ਧਿਆਨ ਦਿੱਤਾ। ਤਾਂ ਮੁੜ ਕੇ ਥੋੜੇ ਸਮੇਂ ਬਾਅਦ ਸਪੋਕਸਮੈਨ ਅਖਬਾਰ ਛਪਣਾ ਸ਼ੁਰੂ ਹੋ ਗਿਆ ਜੀ। ਸਪੋਕਸਮੈਨ ਅਖਬਾਰ ਦੇ ਵਿੱਚ ਵੀ ਉਹਨੂੰ ਜਿਹੜਾ ਸੀ ਸਿੱਖ ਧਰਮ ਦੀ, ਖਾਲਸਾ ਪੰਥ ਦੀ ਆਕਾਸ਼ ਗੰਗਾ ਦਾ ਧਰੂ ਤਾਰਾ ਕਰਕੇ ਛਾਪਿਆ ਜਾਂਦਾ ਸੀ। ਜੀ ਠੀਕ ਹੈ ਜੀ। ਤੇ ਉਹਦੇ ਵਿੱਚ ਉਹਦੇ ਕੁਝ ਲੇਖ ਵੀ ਛਪਦੇ ਸੀ। ਇੰਦਰ ਸਿੰਘ ਘੱਗੇ ਦੇ ਛਪਦੇ ਸੀ, ਅਮਰਜੀਤ ਸਿੰਘ ਚੰਦੀ ਨਾਮ ਦਾ ਇੱਕ ਲੇਖ ਸੀ, ਉਹਦੇ ਛਪਦੇ ਸੀ। ਤਾਂ ਇਹ ਜਿੰਨੇ ਵੀ ਸਾਰੇ ਸੀ ਇਹ ਤਰਕਵਾਦੀ ਲੋਕ ਸੀਗੇ ਤੇ ਇਹਨਾਂ ਦੀਆਂ ਲਿਖਤਾਂ ਜਿਹੜੀਆਂ ਹੁੰਦੀਆਂ ਸੀ ਉਹ ਸਾਰੀਆਂ ਗੁਰਮਤ ਵਿਰੋਧੀ ਹੁੰਦੀਆਂ ਸੀ, ਜਾਣੀ ਕਿ ਨਾ ਗੁਰਮਤ ਸਿਧਾਂਤਾਂ ਦੇ ਉੱਤੇ ਕਿੰਤੂ ਪਰੰਤੂ ਐਸਾ ਹੀ ਜਿਹੜਾ ਸੀ ਉਹ ਲਿਖਿਆ ਜਾਂਦਾ ਸੀ ਇਹਨਾਂ ਸਾਰਿਆਂ ਵੱਲੋਂ ਹੀ। ਜੀ ਜੀ ਜੀ। ਤਾਂ ਫਿਰ ਸਹਿਜੇ ਫਿਰ ਜਿਹੜੀ ਸਭ ਦੁਸ਼ਟ ਝੱਖ ਮਾਰਾ ਕਿਤਾਬ ਕਮਰਜੀਤ ਸਿੰਘ ਹੋਣਾ ਦੀ ਬਾਜ਼ਾਰ ਵਿੱਚ ਆਈ ਤਾਂ ਮੈਂ ਉਹ ਪੜ੍ਹੀ ਜੀ। ਉਹ ਪੜ੍ਹਨ ਤੋਂ ਬਾਅਦ ਫਿਰ ਮੈਨੂੰ ਸਾਰੀ ਜਾਣਕਾਰੀ ਮਿਲੀ ਕਿ ਜਿੰਨੇ ਕੋ ਉਹਨੇ ਸਾਹਿਤ ਲਿਖਿਆ ਸੀ ਅਫਗਾਨੇ ਦਾ, ਉਹਦੇ ਸਾਰੇ ਜਵਾਬ ਵਿੱਚੋਂ ਟੂਕਾਂ ਦੇ ਦੇ ਕੇ ਜਾਂ ਜਿੱਥੇ ਜਿੱਥੇ ਉਹਨੇ ਗੁਰਮਤ ਤੋਂ ਵਿਰੁੱਧ ਲਿਖਿਆ ਸੀ ਕਮਰਜੀਤ ਸਿੰਘ ਹੋਣਾ ਨੇ ਨਸ਼ਰ ਕੀਤਾ ਉਹਨੂੰ। ਜੀ ਜੀ ਬਿਲਕੁਲ ਬਿਲਕੁਲ ਜੀ। ਮੇਰੇ ਖਿਆਲ ਨਾਲ ਸੰਗਤਾਂ ਨੂੰ ਵੀ ਚਾਹੀਦਾ ਵੀ ਉਹ ਕਿਤਾਬ ਜ਼ਰੂਰ ਪੜ੍ਹਨ। ਜ਼ਰੂਰ ਪੜ੍ਹਨੀ ਚਾਹੀਦੀ ਹੈ ਜੀ ਸਾਰਿਆਂ ਨੂੰ। ਮੈਂ ਉਹ 2 ਵਾਰ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹਿਆ ਤਾਂ ਮੈਨੂੰ ਸਾਰਾ ਉਹਦੇ ਤੋਂ ਭੇਤ ਆ ਗਿਆ। ਫਿਰ ਮੈਂ ਨਾ ਇੱਕ ਇੰਟਰਵਿਊ ਪਈ ਹੋਈ ਆ ਬਾਬਾ ਸੰਤਾ ਸਿੰਘ ਹੋਣਾ ਦੇ ਨਾਲ YouTube ਦੇ ਉੱਤੇ, ਕਾਲੇ ਅਫਗਾਨੇ ਦੀ। ਜੀ ਬਿਲਕੁਲ, ਉਹ ਕੈਨੇਡਾ ਦੇ ਵਿੱਚ ਹੋਈ ਆ ਨਾ? ਕੈਨੇਡਾ ਵਿੱਚ ਹੋਈ। ਮੈਂ ਉਹ ਸੁਣੀ ਤਾਂ ਮੈਂ ਦੇਖਿਆ, ਮੈਂ ਹੈਰਾਨ ਰਹਿ ਗਿਆ ਕਿ ਤਾਂ ਕਾਲੇ ਅਫਗਾਨੇ ਨੂੰ ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚੋਂ ਵੀ ਪ੍ਰਮਾਣ ਬੋਲਣੇ ਨਹੀਂ ਸੀ ਆ ਰਹੇ। ਹਾਂਜੀ ਹਾਂਜੀ ਬਿਲਕੁਲ ਜੀ, ਉਹ ਮੈਂ ਵੀ ਸੁਣੀ ਆ ਜੀ। ਹਾਂਜੀ, ਇਹ ਨਹੀਂ ਬੋਲ ਪਾਇਆ। ਉਹ ਭਲੀ ਭਾਂਤ ਪਤਾ ਲੱਗ ਜਾਂਦਾ ਸੀ ਵੀ ਇਹ ਬੰਦਾ ਤਾਂ ਵੀ ਗੁਰਮਤ ਦੀ ਸੋਝੀ ਕੋਈ ਨਹੀਂ ਰੱਖਦਾ ਗਾ, ਗੁਰਬਾਣੀ ਬਾਰੇ ਜਾਣਕਾਰੀ ਕੋਈ ਨਹੀਂ। ਤਾਂ ਇੰਨੀਆਂ ਮੋਟੀਆਂ ਕਿਤਾਬਾਂ। ਬਿਲਕੁਲ ਜੀ। ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਕੋਈ ਲਿਖਾਰੀ ਲਿਖਣ ਲੱਗਦਾ ਹੈ ਕੁਝ ਵੀ, ਤਾਂ ਉਹ ਪਹਿਲਾਂ ਛੋਟਾ ਮੋਟਾ ਕੋਈ ਲੇਖ ਲਿਖਦਾ ਹੈ, ਕਿਸੇ ਮੈਗਜ਼ੀਨ ਅਖਬਾਰ ਵਿੱਚ ਦਿੰਦਾ ਹੈ, ਫਿਰ ਉਹ ਛੋਟੀ ਕਿਤਾਬ ਲਿਖੇਗਾ, ਫਿਰ ਵੱਡੀਆਂ ਕਿਤਾਬਾਂ ਲਿਖਣ ਤੱਕ ਉਹ ਪਹੁੰਚਦਾ। ਬਿਲਕੁਲ ਬਿਲਕੁਲ ਜੀ। ਜਿਹੜੀਆਂ ਉਹਦੀਆਂ ਕਿਤਾਬਾਂ ਸੀਗੀਆਂ ਉਹ ਬਹੁਤ ਮੋਟੀਆਂ ਸੀਗੀਆਂ ਤੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਲਿਖੀਆਂ ਗਈਆਂ ਸੀ। ਵਿਵਰਣ ਕੀ ਰੀਤ ਤੋਂ ਸੱਚ ਦਾ ਮਾਰਗ ਜੀ, ਜਿੱਥੋਂ ਭਲੀ ਭਾਂਤ ਪਤਾ ਲੱਗਦਾ ਸੀਗਾ ਕਿ ਇਹ ਕਿਤਾਬਾਂ ਉਸ ਬੰਦੇ ਦੀ ਲਿਖਤ ਹੀ ਨਹੀਂ ਗੀ, ਕਿਤਾਬਾਂ ਲਿਖਣ ਵਾਲੀਆਂ ਪਿੱਛੇ ਏਜੰਸੀਆਂ ਨੇ, ਕੇਵਲ ਉਹਦਾ ਨਾਮ ਵਰਤਿਆ ਗਿਆ। ਜੀ ਬਿਲਕੁਲ ਜੀ। ਇਹਦਾ ਮੇਰੇ ਖਿਆਲ ਨਾਲ ਇੱਕ ਪ੍ਰੂਫ ਇੱਥੋਂ ਹੀ ਮਿਲਦਾ, ਜਦੋਂ ਇਹ ਪਹਿਲੀ ਆਪਣੀ ਦੀ ਡਿਬੇਟ ਹੁੰਦੀ ਆ ਸਿੰਘਾਂ ਨਾਲ, ਉੱਥੇ ਇਹ ਕਹਿੰਦਾ ਮੈਂ 10ਵੀਂ ਦੀ ਬਾਣੀ ਨੂੰ ਮੰਨਦਾ, ਜਦੋਂ ਦੂਜੀ ਹੁੰਦੀ ਕਹਿੰਦਾ ਮੈਂ ਨਹੀਂ ਮੰਨਦਾ, ਕਿਉਂਕਿ ਉਦੋਂ ਤੱਕ ਇਹਦੀਆਂ ਦੂਜੀ ਕਿਤਾਬ ਆ ਚੁੱਕੀ ਸੀ। ਜੀ ਜੀ ਜੀ। ਸੋ ਲਿਖਾਰੀ ਦੀ ਸੋਚ ਜਿਹੜੀ ਮਹੀਨੇ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਏਡੀ ਨਹੀਂ ਬਦਲ ਸਕਦੀ ਵੀ ਉਹਦੀ ਇੱਕ ਕਿਤਾਬ ਲਿਖ ਕੇ ਤੋਂ ਕਹਿ ਰਿਹਾ ਮੈਂ ਮੰਨਦਾ, ਦੂਜੀ ਕਿਤਾਬ ਲਿਖਣ ਲੱਗਾ ਕਹਿੰਦਾ ਮੈਂ ਨਹੀਂ ਮੰਨਦਾ। ਫਿਰ ਤੁਸੀਂ ਦੇਖੋ ਉਹਦੀਆਂ ਕਿਤਾਬਾਂ ਦੇ ਵਿੱਚ ਜਿੱਥੇ ਲੋੜ ਪਈ ਪ੍ਰਮਾਣ ਦੇਣ ਦੀ, ਉੱਥੇ ਵਿੱਚੋਂ ਦਸਮ ਬਾਣੀ ਦੇ ਪ੍ਰਮਾਣ ਵੀ ਦਿੱਤੇ ਹੋਏ ਆ। ਬਿਲਕੁਲ ਬਿਲਕੁਲ ਜੀ। ਹਾਂਜੀ ਜੀ। ਇਸ ਤਰ੍ਹਾਂ ਕਰਕੇ ਨਾ ਇਹਨਾਂ ਦਾ ਸਾਰਾ ਕੁਝ ਜਿਹੜਾ ਸੀ ਉਹ ਸਾਹਮਣੇ ਆ ਗਿਆ। ਫਿਰ ਉਹ ਤਾਂ ਚਲੋ ਇਹ ਗੱਲਾਂ ਤਾਂ ਮੀਡੀਆ ਦੇ ਵਿੱਚ ਵੀ ਆਈਆਂ, ਲਿਖਤਾਂ ਵਿੱਚ ਵੀ ਆਈਆਂ ਵੀ ਇਹ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਸੀ ਸਰਵਿਸ ਕਰਦਾ ਸੀ ਜੀ। ਤੇ ਆਪਣੇ ਇਸ ਸਮੇਂ ਸਰੀ ਤੋਂ ਗਿਆਨੀ ਪ੍ਰੇਮ ਸਿੰਘ ਜੀ ਕੈਨੇਡਾ ਪਿੰਡਾਂ ਵਿੱਚ ਕੈਂਪ ਲਾ ਰਹੇ ਨੇ, ਤੇ ਉਹ ਬਜ਼ੁਰਗ ਨੇ ਇਸ ਵੇਲੇ ਚਲੋ ਇੱਥੇ ਵਿਚਰਦੇ ਆ, ਪਿੰਡਾਂ ਵਿੱਚ ਆ ਕੇ ਹਫ਼ਤੇ ਦੇ ਕੈਂਪ ਲਾਉਂਦੇ ਆ, ਮਤਲਬ ਸੰਚਾਰ ਕਰਾਉਂਦੇ ਆ ਜੀ। ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ, ਉਹਨਾਂ ਨੇ ਸਾਰੀ ਕਹਾਣੀ ਦੱਸੀ। ਉਹ ਕਹਿੰਦੇ ਵੀ ਅਸੀਂ ਸੰਤ ਜਰਨੈਲ ਸਿੰਘ ਜੀ ਦੇ ਕੋਲ ਗਏ ਲੰਗਰ ਹਾਲ ਤੇ, ਤਾਂ ਉੱਪਰ ਗੁਰੂ ਸਾਹਿਬ ਦਾ ਪ੍ਰਕਾਸ਼ ਸੀ, ਮਹਾਂਪੁਰਖ ਵੀ ਬੈਠੇ ਸੀ, ਸੰਗਤਾਂ ਵੀ ਬੈਠੀਆਂ ਸੀ, ਤੇ ਗੁਰਬਾਜ ਸਿੰਘ ਕਾਲਾ ਅਫਗਾਨਾ ਤਾਬਿਆ ਬੈਠਾ ਗੁਰੂ ਸਾਹਿਬ ਨੂੰ ਚੌਰ ਦੀ ਸੇਵਾ ਕਰ ਰਿਹਾ ਸੀ, ਕੁੜਤਾ ਪਜਾਮਾ ਪਹਿਨਿਆ ਹੋਇਆ ਸੀ, ਇਹਨੇ ਉੱਪਰ ਦੀ ਕਿਰਪਾਨ ਪਾਈ ਸੀ ਜੀ ਜੀ ਜੀ। ਉਹ ਕਹਿੰਦੇ ਮੈਨੂੰ ਵੀ ਤੇ ਜਾਣਦਾ ਸੀਗਾ ਬਾਈ ਫੇਸ ਇਹ, ਤੇ ਮੇਰੇ ਵੱਲ ਨੂੰ ਨਾ ਚੌਰ ਕਰਦੇ ਨੇ, ਕਹਿੰਦੇ ਹੱਥ ਕਰਕੇ ਇਸ਼ਾਰਾ ਕੀਤਾ ਕਿਰਪਾਨ ਨੂੰ, ਗਾਤਰੇ ਨੂੰ ਹੱਥ ਲਾ ਕੇ ਵੀ ਮੈਂ ਵੀ ਅੰਮ੍ਰਿਤ ਛਕ ਲਿਆ ਜੀ।
ਉਹ ਕਹਿੰਦੇ ਪਰ ਮੇਰਾ ਮੱਥਾ ਠਣਕਿਆ ਵੀ ਇਹ ਬੰਦਾ ਪੁਲਿਸ ਮੁਲਾਜ਼ਮ ਆ, ਵੀ ਇਹ CID ਵਾਸਤੇ ਨਾ ਜਥੇ 'ਚ ਵੜਿਆ ਹੋਵੇ। ਕਹਿੰਦੇ ਅਸੀਂ ਬਾਅਦ ਵਿੱਚ ਆਉਣ ਲੱਗੇ ਭਾਈ ਸਾਹਿਬ ਅਮਰੀਕ ਸਿੰਘ ਜਿਹਨੂੰ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਨੂੰ ਪਾਸੇ ਕਰਕੇ ਕਹਿੰਦੇ ਅਸੀਂ ਕਿਹਾ ਵੀ ਇਸ ਬੰਦੇ ਦਾ ਖਿਆਲ ਰੱਖਿਓ ਜੀ। ਤਾਂ ਕਿਹਾ ਜਾਂਦਾ ਵੀ ਬਾਅਦ ਦੇ ਵਿੱਚ ਜਿਹੜਾ ਸੀ ਉਹ ਸਿੰਘਾਂ ਦੀ ਵੀ ਅੱਖ ਜਿਹੜੀ ਸੀ ਬਾਜ ਵਰਗੀ ਹੁੰਦੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਵਾਕਿਆ ਹੀ ਇਹ ਬੰਦਾ CID ਵਾਲਾ ਵਾ, ਤਾਂ ਇਹ ਫਿਰ ਉੱਥੋਂ ਪੱਤਰੇ ਵਾਚ ਗਿਆ ਜਥੇ ਵਿੱਚੋਂ। ਉਸ ਤੋਂ ਬਾਅਦ ਇਹ ਪੁਲਿਸ ਦੇ ਵਿੱਚ ਸਰਵਿਸ ਕਰਦਿਆਂ ਖਰੜ ਥਾਣੇ ਦੇ ਵਿੱਚ SHO ਵੀ ਦੱਸਦੇ ਰਿਹਾ ਵਾ ਜੀ। ਤਾਂ ਫਿਰ ਇਹ ਜਿਹੜਾ ਸੀ ਸਰਕਾਰ ਨੇ ਇਹਨੂੰ ਹੋ ਸਕਦਾ ਬਾਹਰ ਕੱਢ ਦਿੱਤਾ ਹੋਵੇ। ਜਿਹੜੇ ਇਦਾਂ ਦੇ ਕੈਡ ਸੀਗੇ ਉਹਨਾਂ ਦੀ ਸਪੋਰਟ ਸਰਕਾਰਾਂ ਕਰਦੀਆਂ ਸੀ। ਇਹ ਫਿਰ ਉਸ ਤੋਂ ਬਾਅਦ ਜਾ ਕੇ ਸ਼ਾਇਦ ਮੈਂ ਭੁੱਲਦਾ ਨਾ ਹੋਵਾਂ ਤਾਂ ਵਿੰਨੀਪੈਗ ਜਾਂ ਉਸ ਇਲਾਕੇ ਦੇ ਵਿੱਚ ਗ੍ਰੰਥੀ ਰਿਹਾ ਹੈ। ਹਾਂਜੀ, ਵਿੰਨੀਪੈਗ ਦੇ ਵਿੱਚ ਰਿਹਾ ਜੀ। ਫਿਰ ਉਸ ਤੋਂ ਬਾਅਦ ਇਹ ਵਿਕਟੋਰੀਆ ਚਲੇ ਗਿਆ। ਸਰੀ ਤੋਂ ਅੱਗੇ ਵਿਕਟੋਰੀਆ ਪੈਂਦਾ, ਵੈਨਕੂਵਰ ਤੋਂ ਅੱਗੇ। ਜੀ ਜੀ ਜੀ। ਵਿਕਟੋਰੀਆ ਦੇ ਵਿੱਚ ਇਹਦੀ ਕਿਸੇ ਅੰਗਰੇਜ਼ ਬੀਬੀ ਦੇ ਨਾਲ ਬਦਸਲੂਕੀ ਕੀਤੀ ਇਹਨੇ। ਫੋਨ ਤੋਂ ਮੋਬਾਈਲ ਨਹੀਂ ਸੀ ਹੁੰਦੇ, ਦੂਜੇ ਫੋਨ ਰਾਹੀਂ, ਤਾਂ ਉਹਨੇ ਕਾਲ ਰਿਕਾਰਡਿੰਗ ਕਰਕੇ ਜਿਹੜਾ ਇਹਦੇ ਤੇ ਕੇਸ ਕੀਤਾ। ਹਾਂਜੀ ਹਾਂਜੀ ਹਾਂਜੀ। ਤਾਂ ਇਹਨੂੰ $5000 ਜਿਹੜਾ ਸੀਗਾ ਵਿਕਟੋਰੀਆ ਦੀ ਅਦਾਲਤ ਵੱਲੋਂ ਫਾਈਨ ਪਾਇਆ ਗਿਆ। ਉਹ ਜਿਹੜੀ ਚਿੱਠੀ ਸੀ ਸਾਰੀ ਉਹ ਸ਼ਾਇਦ ਕਮਰਜੀਤ ਸਿੰਘ ਉਹਨਾਂ ਨੇ ਵੀ ਛਾਪੀ ਆ ਤੇ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਪਈ ਹੋਈ ਆ। ਉਹ ਜਿਹੜੀ ਜੁਰਮਾਨੇ ਦਾ ਜਿਹੜਾ ਸੀ ਉਹ ਸਾਰੀ ਲੈਟਰ ਹੈ ਨਾ ਜਿਹੜੀ ਉਹ। ਹਾਂਜੀ 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 ਹਾਂਜੀ, ਉਹ ਸਬੂਤ ਜਿਹੜਾ ਪਿਆ ਹੋਇਆ। ਆਪਾਂ ਕੋਸ਼ਿਸ਼ ਕਰਾਂਗੇ ਜੇ ਉਹ ਮਿਲ ਜਾਵੇ ਤੇ ਉਹ ਆਪਾਂ ਨਸ਼ਰ ਵੀ ਜ਼ਰੂਰ ਕਰਾਂਗੇ ਫਿਰ ਅਗਲੇ ਪ੍ਰੋਗਰਾਮ। ਹਾਂਜੀ ਹਾਂਜੀ, ਮਿਲ ਜਾਊਗਾ ਜੀ, ਨਾ ਮਿਲਣ ਵਾਲੀ ਕੋਈ ਗੱਲ ਨਹੀਂ। ਉਹ ਜੀ ਜੀ ਜੀ, ਆਪਾਂ ਉਹ ਜ਼ਰੂਰ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਕਰਕੇ ਯਾਨੀ ਕਿ ਇਸ ਬੰਦੇ ਦਾ ਕਿਰਦਾਰ ਇਸ ਪ੍ਰਕਾਰ ਦਾ ਸੀਗਾ ਕਿ 65 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹਨੇ ਬਜ਼ੁਰਗ ਅਵਸਥਾ ਦੇ ਵਿੱਚ ਉਹ ਬੀਬੀ ਨਾਲ ਬਦਸਲੂਕੀ ਕੀਤੀ ਸੀ। ਬਿਲਕੁਲ ਬਿਲਕੁਲ ਜੀ। ਮੇਰੇ 60 ਸਾਲ ਦੀ ਏਜ ਦੇ ਕਰੀਬ ਤੇ ਜਾ ਕੇ ਕੈਨੇਡਾ ਹੀ ਪਹਿਲਾਂ ਆਉਂਦਾ ਹਨਾ। ਹਾਂਜੀ 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 ਜੀ 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 ਜੀ, ਬਿਲਕੁਲ ਜੀ। ਤੇ ਦੇਖੋ ਜਿਹੜਾ 60 ਸਾਲ ਦੇ ਵਿੱਚ ਜਾ ਕੇ ਵੀ ਕਾਮ ਵਾਸ਼ਨਾ ਤੋਂ ਰਹਿਤ ਨਹੀਂ ਹੋ ਸਕਿਆ ਜੀ, ਉਹ ਆਪਣੇ ਆਪ ਨੂੰ ਕਹੇ ਮੈਂ ਵਿਦਵਾਨ ਬਣ ਗਿਆ। ਜੀ ਜੀ। ਸੋ ਫਿਰ ਉਹ ਦੂਸਰੀ ਗੱਲ ਇਹ ਵੀ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਦਵਾਂ ਵੀ ਇਹ ਕੈਸੀ ਜਿਹੜਾ ਘਰ ਦਾ ਮਾਹੌਲ ਹੋਊਗਾ ਉਹ ਕੈਸਾ ਹੋਊਗਾ। ਇਹਦਾ ਜਿਹੜਾ ਮੁੰਡਾ ਸੀ ਨਾ, ਇਹਦਾ ਪੁੱਤਰ ਸੀ ਜਿਹੜਾ, ਹਾਂਜੀ, ਉਹ ਅਮਰੀਕਾ ਦੇ ਵਿੱਚ ਆਪਣੇ ਬਾਲਟੀਮੋਰ ਦੇ ਵਿੱਚ ਜਿਹੜਾ ਸੀ ਉਹ ਜਿਹੜਾ ਸੀ ਉਹ ਬੀਬੀ ਦੇ ਨਾਲ ਗਲਤ ਅਵਸਥਾ ਦੇ ਵਿੱਚ ਗੁਰੂ ਘਰ ਦੀ ਪਾਰਕਿੰਗ 'ਚ ਫੜਿਆ ਗਿਆ ਸੀ। ਅੱਛਾ 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 ਜੀ। ਹਾਂਜੀ ਹਾਂਜੀ, ਉਹ ਵੀ ਗੱਲ ਮੀਡੀਆ ਦੇ ਵਿੱਚ ਆਈ ਸੀ। ਜੀ 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 ਜੀ, ਬਿਲਕੁਲ ਜੀ। ਜਿਹੜੇ ਉੱਥੇ ਪੁਰਾਣੇ ਸਿੰਘ ਨੇ ਉਹ ਦੱਸ ਸਕਦੇ ਆ ਇਸ ਗੱਲ ਨੂੰ। ਜੀ 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 ਜੀ। ਕਿਉਂਕਿ ਜੇ ਆਪਾਂ ਪਿਛੋਕੜ ਦੇਖਦੇ ਆ ਨਾ, ਜਿਹੜਾ ਇਹ ਵਾਦ ਵਿਵਾਦ ਚੱਲਿਆ ਤੇਜਾ ਸਿੰਘ ਭਸੌੜ ਤੋਂ, ਹਨਾ ਜੀ ਜੀ ਜੀ, ਤਾਂ ਤੇਜਾ ਸਿੰਘ ਭਸੌੜ ਬਾਰੇ ਵੀ ਇਹੀ ਤੱਥ ਮਿਲਦੇ ਆ ਕਿ ਉਹਨੇ ਵੀ 60-65 ਸਾਲ ਦੀ ਉਮਰ ਵਿੱਚ ਆਪਣੀ ਵਿਦਿਆਰਥਣ ਦੇ ਨਾਲ, ਨਿਰੰਜਨ ਕੌਰ ਸੀ ਸ਼ਾਇਦ ਉਹਦਾ ਨਾਂ ਜੀ, ਤਾਂ ਉਹਦੇ ਨਾਲ ਵਿਆਹ ਕਰਾਇਆ ਸੀ, ਜਿਹਦੀ ਉਮਰ ਕੇਵਲ 19-22 ਸਾਲ ਦੇ ਕਰੀਬ ਹੀ ਸੀਗੀ। ਜੀ 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 ਜੀ। ਤੇ ਇਸ ਤਰ੍ਹਾਂ ਕਰਕੇ ਐਸੇ ਲੋਕ ਜਿਹੜੇ ਆ ਜਿਹੜੇ ਵਿਕਾਰਾਂ ਨੂੰ ਨਹੀਂ ਜਿੱਤ ਸਕੇ, ਹਨਾ, ਕੇਵਲ ਵਿੱਦਿਆ ਦੇ ਬਲ ਦੇ ਨਾਲ ਹੀ ਜਿਹੜਾ ਕੌਮ ਦੇ ਵਿੱਚ ਇਹਨਾਂ ਨੇ ਵਾਦ ਵਿਵਾਦ ਖੜੇ ਕਰ ਦਿੱਤੇ, ਜਾਂ ਸ਼ੈਤਾਨੀ ਚਾਲਾਂ ਦੇ ਨਾਲ। ਜੀ ਜੀ ਜੀ। ਵਿੱਦਿਆ ਵੀ ਇਹਨਾਂ ਕੋਲ ਭਾਈ ਸਾਹਿਬ ਜੀ, ਵਿੱਦਿਆ ਵੀ ਆਪਣੀ ਨਹੀਂ ਸੀ। ਵਿੱਦਿਆ ਵੀ ਜਿਹੜੀ ਉਹ ਕਾਨਪੁਰੀਆਂ ਦੀ ਵਿੱਦਿਆ ਸੀ, ਤੇ ਇਹਨਾਂ ਦੇ ਕੋਲ ਮੇਰੇ ਖਿਆਲ ਦੇ ਨਾਲ ਸਿਰਫ ਇਹਨਾਂ ਦੇ ਨਾਮ ਹੀ ਸੀ, ਕਿਉਂਕਿ ਬਿਲਕੁਲ ਜੀ, ਕਿਉਂਕਿ ਥੋੜਾ ਹੀ ਵਰਤਿਆ ਗਿਆ ਜੀ। ਬਿਲਕੁਲ ਜੀ, ਕਿਉਂਕਿ ਇਹਨਾਂ ਦੀ ਇੱਕ ਕਿਤਾਬ ਜਿਹੜੀ ਆ, ਦੇਖੋ ਬਾਬਾ ਚੜ੍ਹਤ ਸਿੰਘ ਹੁਣੀ ਵੀ ਲਿਖਦੇ ਪਏ ਨੇ ਵੀ ਵਿਪਰਨ ਕੀ ਰੀਤ ਕਿਤਾਬ ਦਾ ਜਿਹੜਾ ਆਧਾਰ ਸੀ ਉਹ 10ਵੇਂ ਪਾਤਸ਼ਾਹ ਦੀ ਬਾਣੀ ਸੀ। ਹਾਂਜੀ। ਤੇ ਉਸ ਤੋਂ ਬਾਅਦ ਜਿਹੜੀ ਅਗਲੀਆਂ ਕਿਤਾਬਾਂ ਉਹਦੇ ਵਿੱਚ ਇਹ 10ਵੇਂ ਦੀ ਬਾਣੀ ਦੀ ਵਿਰੋਧਤਾ ਕਰਦਾ। ਵਿਰੋਧਤਾ ਕਰਦਾ, ਹਾਂਜੀ ਹਾਂਜੀ ਜੀ। ਸੋ ਇਹਦਾ ਮਤਲਬ ਇਹ ਗੱਲ, ਕਿਉਂਕਿ ਇਹ ਵੀ ਕਿਹਾ ਜਾਂਦਾ ਡਾਕਟਰ ਅਨੁਰਾਗ ਸਿੰਘ ਉਹਨਾਂ ਨੇ ਸ਼ਾਇਦ ਗੱਲ ਜੀ, ਇੱਕ ਸਪੀਚ ਨਾ ਸ਼ਾਇਦ ਡਾਕਟਰ ਅਨੁਰਾਗ ਸਿੰਘ ਜਾਂ ਡਾਕਟਰ ਜੋਧ ਸਿੰਘ ਹੁਣਾਂ ਦੀ ਵੀ ਪਈ ਹੋਈ ਆ, ਜਿਹਦੇ ਚ ਉਹਨਾਂ ਨੇ ਦੱਸਿਆ ਵੀ ਜਦੋਂ 1999 ਵਿੱਚ ਖਾਲਸਾ ਪੰਥ ਸਾਜਨਾ ਦਿਵਸ ਮਨਾ ਰਿਹਾ ਸੀ ਨਾ ਆਪਣਾ ਜੀ, ਤਾਂ ਉਦੋਂ ਅਜੇ ਇਹਦੇ 3 ਜਾਂ 4 ਵੋਲੀਅਮ ਬਾਜ਼ਾਰ ਵਿੱਚ, ਇੱਕਦਮ 9ਵਾਂ ਜਾਂ 10ਵਾਂ ਵੋਲੀਅਮ ਜਿਹਦੇ ਵਿੱਚ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਦਾ ਖੰਡਨ ਕੀਤਾ ਗਿਆ, ਉਹ ਇੱਕਦਮ ਮਾਰਕੀਟ ਵਿੱਚ ਆ ਗਿਆ। ਵਿਚਲੇ ਵੋਲੀਅਮ ਛੱਡ ਹੀ ਦਿੱਤੇ ਗਏ। ਜੀ ਜੀ, ਬਿਲਕੁਲ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਜੀ। ਜਿੱਥੋਂ ਇਹ ਲੱਗਦਾ ਕਿ ਇਹ ਬਿਲਕੁਲ ਸਾਜ਼ਿਸ਼ ਸੀ ਅਸਲ ਵਿੱਚ ਨਾ, ਜਿਵੇਂ ਹੁਣ ਸੰਤਾਂ ਦੇ ਕੌਤਕ ਕਿਤਾਬਾਂ ਲਿਖੀਆਂ ਗਈਆਂ ਹਨਾ, ਉਹਨਾਂ ਦੀ ਟੀਵੀ ਦੇ ਰਾਹੀਂ ਵੀ ਐਡ ਕੀਤੀ ਗਈ ਜੀ। ਤਾਂ
ਉਹਨਾਂ ਕਿਤਾਬਾਂ ਦਾ ਲਿਖਾਰੀ ਵੀ ਜਿਹੜਾ ਉਹ ਵੀ ਇੱਕ ਪੁਲਿਸ ਮੁਲਾਜ਼ਮ ਹੀ ਆ। ਇਹ ਵੀ ਕਿਹਾ ਜਾਂਦਾ ਵੀ ਉਹਨਾਂ ਨੂੰ ਬਾਬਾ ਤਾਰਾ ਸਿੰਘ ਹੋਣਾ ਨੇ ਉਹਨਾਂ ਨੇ ਹੀ ਭਰਤੀ ਕਰਾਇਆ ਸੀ ਤੇ ਉਹਨਾਂ ਦੇ ਵਿਰੋਧੀ ਉਹਨੇ ਬਹੁਤ ਕੁਝ ਕਿਤਾਬਾਂ ਵਿੱਚ ਲਿਖਿਆ। ਜੀ 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 ਜੀ। ਤੇ ਉਹ ਇੱਕ ਵਾਰ ਸਾਡੇ ਪਿੰਡ ਦੇ ਵਿੱਚ ਨਾ ਇੱਥੇ ਸਮਾਗਮ ਸੀ ਇੱਕ ਵਾਰ, ਤੇ ਇੱਥੇ ਸਮਾਗਮ ਤੇ ਆਇਆ, ਉਹ ਉਦੋਂ ਉਹਦੀ ਕਿਤਾਬ ਅਜੇ ਆਈ ਸੀ ਪਹਿਲਾ ਭਾਗ, ਤੇ ਅਸੀਂ ਉਹਨੂੰ ਸਟੇਜ ਤੇ ਟਾਈਮ ਦੇ ਦਿੱਤਾ ਬੋਲਣ ਵਾਸਤੇ ਜੀ। ਤਾਂ ਉਹ ਕਿਤਾਬ ਉਹਦੀ ਮੈਂ ਪਹਿਲਾ ਭਾਗ ਪੜ੍ਹੀ ਹੋਈ ਸੀ। ਸਟੇਜ ਦੇ ਉੱਤੇ ਬੋਲਣ ਲੱਗਿਆ ਉਸ ਬੰਦੇ ਤੋਂ ਕੋਈ ਵੀ ਵਧੀਆ ਸਪੀਚ ਨਾ ਦਿੱਤੀ ਗਈ। ਉਹਦਾ ਬੋਲਦੇ ਦਾ ਸਾਹ ਫੁੱਲ ਰਿਹਾ ਸੀ ਤੇ ਜਿੱਥੋਂ ਪਤਾ ਲੱਗਦਾ ਸੀ ਵੀ ਇਸ ਬੰਦੇ ਦੇ ਅੰਦਰ ਗਿਆਨ ਨਹੀਂ ਹੈਗਾ, ਇਹਦਾ ਵੀ ਨਾਂ ਹੀ ਵਰਤਿਆ ਗਿਆ। ਕਿਤਾਬਾਂ ਲਿਖਣ ਵਾਲੇ ਲੱਗਦੇ ਕੋਈ ਹੋਰ ਆ ਪਿੱਛੇ। ਜੀ ਜੀ ਜੀ। ਫਿਰ ਉਸ ਤੋਂ ਬਾਅਦ ਮੈਨੂੰ ਮਧੇਕੇ ਪਿੰਡ ਪੈਂਦਾ ਭਦੌੜ ਦੇ ਨੇੜੇ ਜੀ। ਉੱਥੋਂ ਦੇ ਇੱਕ ਸੱਜਣ ਕੁਝ ਮਿਲੇ ਸੀ, ਉਹਨਾਂ ਦੱਸਿਆ ਵੀ ਜਿਹੜਾ ਦਸਮ ਗ੍ਰੰਥ ਦਾ ਲਿਖਾਰੀ ਕੌਣ ਕਿਤਾਬ ਆਈ, ਉਹ ਬਹੁਤ ਮੋਟੀ ਕਿਤਾਬ ਸੀ ਤੇ ਉਹਦਾ ਲਿਖਾਰੀ ਸੀਗਾ ਦਲਬੀਰ ਸਿੰਘ ਸ਼ਾਇਦ ਉਹਦਾ ਨਾਂ ਸੀ ਜੀ। ਤਾਂ ਉਹ ਕਹਿੰਦੇ ਵੀ ਅਸੀਂ, ਉਹ ਬੰਦਾ ਸਾਡੇ ਨਾਲ ਮਸ਼ੀਨ ਆਪਰੇਟਰ ਸੀ ਤੇ ਦੁਬਈ ਵਿੱਚ ਅਸੀਂ ਇਕੱਠੇ ਕੰਮ ਕਰਦੇ ਰਹੇ ਤੇ ਉਹ ਬੰਦਾ ਕਦੀ ਕੋਈ ਮੈਗਜ਼ੀਨ ਪੜ੍ਹਦਾ ਵੀ ਨਹੀਂ ਸੀ। ਅਸੀਂ ਵੇਖਿਆ ਤੇ ਅਸੀਂ ਬੜੇ ਹੈਰਾਨ ਆ ਵੀ ਉਹਨੇ ਏਡੀ ਮੋਟੀ ਕਿਤਾਬ ਕਿਵੇਂ ਲਿਖ ਦਿੱਤੀ। ਬਿਲਕੁਲ ਬਿਲਕੁਲ ਜੀ। ਅਸਲ ਦੇ ਵਿੱਚ ਜਦੋਂ ਆਪਾਂ ਇਹਨਾਂ ਨਾ ਭਾਈ ਸਾਹਿਬ ਜੀ ਨਾਲ ਸਾਰਿਆਂ ਦਾ ਪਿਛੋਕੜ ਦੇਖਦੇ ਹਾਂ ਨਾ, ਤੇ ਉਹ ਨੇ ਵੀ ਜਿਹੜੇ ਅੱਜ ਜਿਹਨਾਂ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ ਤੇ ਸਵੇਰ ਨੂੰ ਹਵਾਈ ਜਹਾਜ਼ ਚਲਾਉਂਦੇ ਹੋਏ ਨਜ਼ਰ ਆ ਗਏ। ਜੀ 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 ਜੀ। ਸੋ ਇਹ ਇੱਕ ਮੈਂ ਇਹਨਾਂ ਦਾ ਨਾ ਦੇਖਦਾ ਪਿਆ ਸੀ, ਜਿਹੜੀ ਤੁਸੀਂ ਅੰਮ੍ਰਿਤ ਦੀ ਜਾਂ ਬਾਣੀ ਦੀ ਵੀ ਗੱਲ ਕੀਤੀ ਨਾ, ਵੀ ਅੰਮ੍ਰਿਤ ਦੀਆਂ ਬਾਣੀਆਂ ਨੂੰ ਭੰਡਿਆ ਨੇ, ਉੱਥੇ ਕੇਵਲ ਅੰਮ੍ਰਿਤ ਦੀਆਂ ਬਾਣੀਆਂ ਨੂੰ ਨਹੀਂ ਭੰਡਿਆ, ਅੰਮ੍ਰਿਤ ਦੀ ਵਿਧੀ ਨੂੰ ਵੀ ਭੰਡਿਆ। ਜੀ ਜੀ ਜੀ। ਸੋ ਇਹਨੇ ਜਿਹੜਾ ਸੀਗਾ ਉਹ ਇਹ ਗੱਲ ਦੇਖੋ, ਜਿਵੇਂ ਇੱਕ ਇਹਨੇ ਘੱਗੇ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਸੀ ਵੀ ਜਦੋਂ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਤੇ ਗੁਰੂ ਸਾਹਿਬ ਜਦੋਂ ਕੈਨੇਡਾ ਦੇ ਵਿੱਚ ਇਹਨੂੰ ਸਿੰਘਾਂ ਨੇ ਪੁੱਛਿਆ ਵੀ ਤੂੰ ਇਹ ਕਿਹੜੇ ਆਧਾਰ ਤੇ ਲਿਖਿਆ, ਕਹਿੰਦਾ ਮੇਰੇ ਮਨ ਦੇ ਵਲਵਲੇ ਸੀ। ਉਹ ਕਹਿੰਦੇ ਵੀ ਮਨ ਦੇ ਵਲਵਲੇ ਆਧਾਰ ਜਿਹੜੇ ਸੀ ਉਹ ਇਤਿਹਾਸ ਕਦੋਂ ਤੋਂ ਬਣ ਗਏ? ਕਾਵਿ ਰੂਪ 'ਚ ਤਾਂ ਆਪਾਂ ਮੰਨ ਸਕਦੇ ਵੀ ਉਹ ਕਵਿਤਾ ਰੂਪ ਬਣ ਗਏ, ਪਰ ਇਤਿਹਾਸ ਕਦੋਂ ਬਣ ਗਏ? ਉਸੇ ਸੇਮ ਤਰੀਕੇ ਦੇ ਨਾਲ ਕਾਲਾ ਅਫਗਾਨਾ ਇਹ ਗੱਲ ਲਿਖਦਾ ਆ ਵੀ ਜੇ ਜਿਹੜਾ ਉਹ ਬਾਣੀ ਤੋਂ ਬਾਣੀਆਂ ਬੇਈਮਾਨ ਆ ਤੇ ਇਦੋਂ ਚੰਗਾ ਸੀ ਵੀ ਗੁਰੂ ਸਾਹਿਬ ਜੀ ਵਿੱਚ ਗੁੜ ਪਾ ਲੈਂਦੇ ਜੀ। ਇਸ ਤਰੀਕੇ ਦੇ ਨਾਲ ਜਿਹੜਾ ਸੀ ਇਹ ਅੰਮ੍ਰਿਤ ਦਾ ਉਸ ਸਮੇਂ ਮਜ਼ਾਕ ਜਿਹੜਾ ਉਹ ਬਣਾਉਂਦਾ ਆ, ਮਜ਼ਾਕ ਉਡਾਇਆ ਗਿਆ। ਹਾਂਜੀ ਹਾਂਜੀ ਜੀ। ਸੋ ਇਹ ਇਹੋ ਜਿਹੀਆਂ ਜਿਹੜੀਆਂ ਲਿਖਤਾਂ ਸੀਗੀਆਂ ਜਿਹੜੀਆਂ ਬਿਲਕੁਲ ਕਿਸੇ ਕੋਈ ਆਧਾਰ ਹੀ ਨਹੀਂ ਉਹਨਾਂ ਦਾ ਬਣਦਾ, ਉਹੋ ਜਿਹੀਆਂ ਲਿਖਤਾਂ ਦੇ ਇਹਨਾਂ ਨੂੰ ਲਿਖੇਤਾ ਬਣਾਇਆ ਗਿਆ। ਜੀ 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 ਜੀ। ਸੋ ਐਸੇ ਇਹਨਾਂ ਦੇ ਕੁਕਰਮ ਸੀਗੇ ਜਿਹੜੇ। ਫਿਰ ਤੁਸੀਂ ਦੂਜਾ ਪੱਖ ਵੀ ਦੇਖੋ ਜੀ, ਇਹਨਾਂ ਦੀਆਂ ਲਿਖਤਾਂ ਨੂੰ ਪ੍ਰਮੋਟ ਕਰਨ ਵਾਲੇ ਕੌਣ ਲੋਕ ਨੇ? ਜਿਹੜੇ ਪੰਜਾਬ ਦੇ ਵਿੱਚ ਤਰਕਸ਼ੀਲ ਇਕਾਈ ਵਾਲੇ ਆ, ਉਹਨਾਂ ਨੇ ਹੀ ਪ੍ਰਮੋਟ ਕੀਤਾ ਇਹਨਾਂ ਨੂੰ। ਜੀ 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 ਬਿਲਕੁਲ। ਜਿੱਥੋਂ ਆਪਾਂ ਭਲੀ ਭਾਲ ਜਾਣ ਸਕਦੇ ਹਾਂ ਵੀ ਇਹ ਲੋਕ ਜਿਹੜੇ ਆ ਇਹ ਸਿੱਖੀ ਸਰੂਪ ਦੇ ਵਿੱਚ ਉਹਨਾਂ ਦੀ ਬੀ ਟੀਮ ਆ ਜੀ। ਇਸ ਕਰਕੇ ਨਾ ਸਾਨੂੰ ਇਹਨਾਂ ਤੋਂ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਜਿਹੜਾ ਵੇਖੋ ਸਾਡਾ ਇਤਿਹਾਸ ਲਿਖਿਆ ਗਿਆ ਜਾਂ ਜਿਹੜੇ ਪ੍ਰਵਾਨਿਤ ਵਿਦਵਾਨ ਨੇ ਸਾਡੇ, ਜਿਨ੍ਹਾਂ ਨੇ ਖੋਜ ਕਰਕੇ ਖਜ਼ਾਨਾ ਸਾਡੇ ਸਾਹਮਣੇ ਰੱਖਿਆ ਹੈ ਨਾ ਜੀ, ਜਿੰਨਾ ਚਿਰ ਸੰਗਤਾਂ ਉਹਨੂੰ ਨਹੀਂ ਪੜ੍ਹਨਗੀਆਂ ਤਾਂ ਉਹਨਾਂ ਚਿਰ ਜਿਹੜਾ ਹੈਗਾ ਇੱਕ ਤਰਫਾ ਗੱਲ ਜਿਹੜਾ ਇਹਨਾਂ ਦੀਆਂ ਲਿਖਤਾਂ ਪੜ੍ਹ ਲਵੇਗਾ ਜਾਂ ਇਹਨਾਂ ਮਗਰ ਲੱਗ ਜਾਵੇਗਾ ਤਾਂ ਉਹ ਫਿਰ ਗੁੰਮਰਾਹ ਤਾਂ ਹੋਵੇਗਾ ਹੀ ਜੀ। ਬਿਲਕੁਲ ਬਿਲਕੁਲ ਜੀ। ਇਸੇ ਲਈ ਅਸੀਂ ਹਮੇਸ਼ਾ ਸੰਗਤਾਂ ਦੇ ਅੱਗੇ ਤਰਲਾ ਕਰੀਦਾ ਵੀ ਭਾਈ ਆਪਣੇ ਇਤਿਹਾਸ ਨੂੰ ਪੜ੍ਹਨਾ ਕਰੋ। ਜੇ ਕਿਸੇ ਵੀ ਵੀਰ ਭੈਣ ਭਰਾ ਨੂੰ ਕੋਈ ਕਿਤਾਬ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਆ ਤੇ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਮੁਹੱਈਆ ਵੀ ਕਰਵਾਵਾਂਗੇ, ਵੀ ਜੋ ਸਾਨੂੰ ਦੱਸ ਸਕਦਾ ਵੀ ਸਾਨੂੰ ਆਹ ਕਿਤਾਬ ਚਾਹੀਦੀ ਆ ਤੇ ਆਪਾਂ ਉਹ ਉਹਨਾਂ ਨੂੰ ਮੁਹੱਈਆ ਵੀ ਕਰਵਾ ਸਕਦੇ ਹਾਂ। ਦੇਖੋ ਹਾਂਜੀ, ਤੁਹਾਡੀ ਇਹ ਕਾਲ ਆਉਣ ਤੋਂ ਪਹਿਲਾਂ ਨਾ ਹੁਣੇ ਹੀ ਮੇਰੇ ਨਾਲ ਕਿਸੇ ਨੌਜਵਾਨ ਦੀ ਸਾਡੇ ਪਿੰਡਾਂ ਵਿੱਚੋਂ ਕਾਲ ਆਈ ਸੀਗੀ, 20-22 ਸਾਲ ਦਾ ਨੌਜਵਾਨ ਆ ਉਹ ਜੀ। ਉਹ ਕਹਿੰਦਾ ਹਾਲੇ ਮੈਂ ਅੰਮ੍ਰਿਤਪਾਨ ਨਹੀਂ ਕੀਤਾ, ਮੈਂ ਬਾਣੀ ਬਹੁਤ ਪੜ੍ਹਦਾ ਹੁੰਦਾ ਸੀ, ਗੁਰੂ ਘਰ ਪ੍ਰਤੀ ਪਿਆਰ ਵੀ ਸੀ ਮੇਰਾ, ਤੇ ਫਿਰ ਮੈਂ ਉਸ ਤੋਂ ਬਾਅਦ ਸਹਿਜੇ ਕਹਿੰਦਾ ਵੀ ਸੁਣਨ ਲੱਗ ਪਿਆ ਹਰਜੀਤ ਢਪਾਲੀ ਦੀ ਕਥਾ, ਤਾਂ ਮੈਂ ਸਹਿਜੇ ਫਿਰ ਰਣਜੀਤ ਸਿੰਘ ਦੀ ਕਥਾ ਸੁਣਨ ਲੱਗ ਪਿਆ ਢੱਡਰੀਆਂ ਵਾਲੇ ਦੀ। ਜੀ ਜੀ ਜੀ। ਤੇ ਅੱਜ ਮੇਰੇ ਕੋਲ ਰਿਕਾਰਡਿੰਗ ਵੀ ਪਈ ਫਿਲਹਾਲ, ਹੁਣੇ ਮੇਰੀ ਗੱਲ ਹੋਈ ਕੋਈ 20 ਮਿੰਟ ਪਹਿਲਾਂ ਹੀ। ਉਹ ਕਹਿੰਦਾ ਅੱਜ ਮੇਰੇ ਮਨ ਦੀ ਸਥਿਤੀ ਇਹ ਹੈ ਕਿ ਮੇਰਾ ਜੀ ਕਰਦਾ ਮੈਂ ਕੇਸ ਘਟਾ ਦਿਆਂ। ਵਾਹਿਗੁਰੂ ਜੀ। ਹੈਲੋ। ਤੇ ਮੈਂ ਇਹਨੂੰ ਸਮਝਾਈ ਸਾਰੀ ਗੱਲ, ਮੈਂ ਕਿਹਾ ਵੀ ਤੇਰੇ ਹਾਂਜੀ ਆਵਾਜ਼ ਆ ਰਹੀ? ਜੀ ਜੀ ਆ ਰਹੀ ਹੈ ਜੀ। ਹਾਂਜੀ।
ਹਾਂਜੀ ਆ ਰਹੀ ਹੈ ਜੀ। ਉਹ ਕਹਿੰਦਾ ਮੇਰੇ ਮਨ ਦੀ ਸਥਿਤੀ ਏਦਾਂ ਦੀ ਬਣ ਗਈ ਉਹਨੂੰ ਸੁਣ ਕੇ ਕਿ ਮੈਂ ਆਪਣੇ ਹੁਣ ਕੇਸ ਕਤਲ ਕਰਵਾ ਦਿਆਂ। ਜੀ ਜੀ, ਇਹ ਭਾਈ ਸਾਹਿਬ ਜੀ ਦੇਖੋ ਮੈਂ ਇਹ ਇੰਝ ਹੋਇਆ ਵੀ ਇਹ ਇੱਕ ਨਾ ਚੇਨ ਦੇ ਥਰੂ, ਜਦੋਂ ਦਾ ਆਪਾਂ ਕਾਲੇ ਅਫਗਾਨੇ ਤੋਂ ਸ਼ੁਰੂ ਹੋ ਜਾਈਏ, ਇਹ ਇੱਕ ਚੈਨ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ। ਇੱਕ ਬੰਦਾ ਜਿਹੜਾ ਉਹਨੂੰ ਆਪਾਂ ਕਹਿ ਲਈਏ ਵੀ ਉਹ ਬਹੁਤ ਆਪਾਂ ਕੀ ਉਹਨੂੰ ਕਹਿ ਸਕਦੇ ਹੁਣ ਵੀ ਬੜਬੜਾਪਨ ਕਹਿ ਲਓ ਜਾਂ ਭੌਂਕੜ ਇਨਸਾਨ ਕਹਿ ਲਓ, ਅਤੇ ਇਹਨਾਂ ਲਈ ਉਹ ਅੱਤਕਥਨੀ ਵਾਲੀ ਗੱਲ ਨਹੀਂ। ਉਹ ਇੱਦਾਂ ਕਰਦਾ ਹੈ, ਦੂਸਰੇ ਜਿਹੜੇ ਨੇ ਉਹ ਮਿੱਠਾ ਜ਼ਹਿਰ ਦੇ ਕੇ ਬੱਚਿਆਂ ਨੂੰ ਫਿਰ ਉੱਥੋਂ ਤੱਕ ਲੈ ਕੇ ਜਾਂਦੇ ਨੇ। ਇਹ ਜਿਹੜਾ ਸੇਮ ਕੰਮ ਜਿਵੇਂ ਕਾਲੇ ਅਫਗਾਨੇ ਨੇ ਜੋ ਲਿਖਿਆ, ਮਿਸ਼ਨਰੀ ਕਾਲਜ ਨੇ ਅੱਗੇ ਕੰਮ ਸ਼ੁਰੂ ਕੀਤਾ ਵੀ ਹੌਲੀ ਹੌਲੀ ਸੋਚ ਨੂੰ ਉੱਥੇ ਜਾਣਾ, ਅਤੇ ਅੱਜ ਉਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਨੇਕੀ ਅਤੇ ਢੰਡਰੀਆਂ ਵਾਲਾ ਖੇਡ ਰਹੇ ਨੇ ਵੀ ਨੇਕੀ ਆਪਣੀ ਗੱਲ ਜਿਹੜੀ ਆ ਉਹ ਇੱਕ ਬਹੁਤ ਭੌਂਕੜ ਤਰੀਕੇ ਦੇ ਨਾਲ ਰੱਖ ਦਿੰਦਾ, ਅਤੇ ਢੰਡਰੀ ਉਹ ਜ਼ਹਿਰ ਮਿੱਠਾ ਦੇ ਕੇ ਉੱਥੋਂ ਤੱਕ ਲਿਜਾਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਿਹਾ। ਸੋ ਇੱਥੇ ਇੱਕ ਇਹ ਵੀ ਸਵਾਲ ਪੈਦਾ ਹੁੰਦਾ ਆ ਵੀ ਇਹ ਬਿਲਕੁਲ ਜੀ। ਹਾਂਜੀ ਹਾਂਜੀ ਭਾਈ ਸਾਹਿਬ ਜੀ, ਸਾਇੰਟੀਫਿਕ ਪੁਆਇੰਟ ਵੀ ਆ ਕਿ ਜਿਹੜਾ ਸਾਡਾ ਮਨ ਆ ਨਾ, ਮਨ ਦੇ ਵਿੱਚ ਜਿਹੜਾ ਵੀ ਆਪਾਂ ਬੀਜ ਪਾਉਣੇ, ਗੁਰੂ ਸਾਹਿਬ ਕਹਿੰਦੇ ਕਰਮ ਭੂਮੈ ਬੋਵੋ ਨਾਮ ਜੀ, ਖੇਤ ਸਰੀਰ ਜੋ ਬੀਜ ਗਿਆ ਸੋ ਅੰਤ ਖਲੋਆ ਆਏ, ਹਨਾ ਵਾਹਿਗੁਰੂ। ਬਿਲਕੁਲ ਜੀ। ਮਨ ਦੇ ਵਿੱਚ ਅਸੀਂ ਜਿੱਦਾਂ ਦਾ ਬੀਜ ਪਾਵਾਂਗੇ, ਜੇ ਅਸੀਂ ਪ੍ਰੇਮ ਦਾ ਬੀਜ ਪਾਵਾਂਗੇ ਨਾ ਤਾਂ ਉਹਨੂੰ ਫਲ ਵੀ ਪ੍ਰੇਮ ਵਾਲੇ ਲੱਗਣੇ ਆ। ਜੇ ਮਨ ਦੇ ਵਿੱਚ ਅਸੀਂ ਤਰਕ ਦਾ ਬੀਜ ਪਾਵਾਂਗੇ ਤਾਂ ਉਹਨੂੰ ਰਿਜ਼ਲਟ ਜਿਹੜਾ ਨਿਕਲਣਾ ਹੈ, ਸਮਾਂ ਪਾ ਕੇ ਸਿੱਟੇ ਵੀ ਤਰਕ ਦੇ ਹੀ ਲੱਗਣਗੇ। ਜੀ 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 ਜੀ, ਬਿਲਕੁਲ ਜੀ। ਇਸ ਕਰਕੇ ਮੈਂ ਇਹ ਗੱਲ ਕਹਿਣ ਤੋਂ ਸੰਕੋਚ ਨਹੀਂ ਕਰੂੰਗਾ ਕਿ ਜਿਹੜੇ ਲੋਕ ਇਹਨਾਂ ਦੀਆਂ ਤਰਕਵਾਦੀ ਕਿਤਾਬਾਂ ਪੜ੍ਹਦੇ ਨੇ, ਤਰਕਵਾਦੀ ਕਿਤਾਬਾਂ ਪੜ੍ਹਦੇ ਉਹਨਾਂ ਦੇ ਮਨ ਉਚਾਟ ਹੋ ਗਏ। ਉਹ ਪਰਮੇਸ਼ਰ ਦੀ ਹੋਂਦ ਤੋਂ, ਬਾਣੀ ਦੇ ਸਿਧਾਂਤ ਤੋਂ, ਗੁਰੂ ਪ੍ਰਤੀ ਸ਼ਰਧਾ ਤੋਂ ਉਹ ਮੁਨਕਰ ਹੋ ਗਏ। ਉਹਨਾਂ ਦੇ ਮੁਨਕਰ ਹੋਣ ਦਾ ਕਾਰਨ ਇਹ ਹੈ ਕਿ ਇਹਨਾਂ ਦੇ ਤਰਕਵਾਦੀ ਸਾਹਿਤ ਦੇ ਵਿੱਚੋਂ, ਲਿਟਰੇਚਰ ਤੋਂ ਮਨ 'ਚ ਬੀਜ ਹੀ ਤਰਕ ਦਾ ਪੈ ਗਿਆ। ਬਿਲਕੁਲ ਬਿਲਕੁਲ ਜੀ। ਦੇਖੋ ਭਾਈ ਸਾਹਿਬ ਜੀ, ਜਦੋਂ ਤੁਸੀਂ ਆਪਣੇ ਬਾਕੀ ਦੇ ਵਿਦਵਾਨਾਂ ਨੂੰ ਪੜ੍ਹਦੇ ਹੋ ਨਾ, ਉਹਨਾਂ ਦੀਆਂ 100 ਦੇ ਵਿੱਚੋਂ ਜ਼ਿਆਦਾ ਨਹੀਂ ਆਪਾਂ ਕਹਾਂਗੇ ਅਤੇ 95 ਗੱਲਾਂ ਜਿਹੜੀਆਂ ਨੇ ਨਾ ਉਹ ਗੁਰਬਾਣੀ ਦੀਆਂ ਆਧਾਰ ਬਣਾ ਕੇ, ਗੁਰਬਾਣੀ ਦੀਆਂ ਵਿੱਚ ਪੰਗਤੀਆਂ ਵਰਤ ਕੇ ਉਹ ਸਾਬਤ ਕਰਦੇ ਨੇ ਵੀ ਉਹ ਗੱਲ ਜਿਹੜੀ ਗੁਰਬਾਣੀ 'ਤੇ ਢੁੱਕਵੀਂ ਆ। ਔਰ ਇਹਨਾਂ ਦੀਆਂ ਗੱਲਾਂ ਬਿਲਕੁਲ ਉਲਟੀ ਹੋਵੇਗੀ। 100 ਗੱਲਾਂ ਵਿੱਚੋਂ ਇੱਕ ਗੱਲ ਦੇ ਵਿੱਚ ਕਿਸੇ ਦੇ ਵਿੱਚ ਅੱਧੀ ਤੁੱਕ ਦੇ ਕੇ ਆਪਣੀ ਗੱਲ ਸਮਝਾਉਣਗੇ, ਬਾਕੀ ਜਿਹੜੀ ਗੱਲ ਹੈ ਉਹ ਗੁਰਬਾਣੀ ਤੋਂ ਕੋਹਾਂ ਦੂਰ ਹੋਏਗੀ। ਜੀ ਜੀ। ਸੋ ਉਹ ਬਿਲਕੁਲ ਜੀ, ਇਹ ਜਿਹੜੀਆਂ ਇਹਨਾਂ ਦੀਆਂ ਲਿਖਤਾਂ ਨੇ ਕਾਲੇ ਅਫਗਾਨੇ ਦੀਆਂ। ਫਿਰ ਇੱਕ ਇਹ ਵੀ ਗੱਲ ਦੇਖਣ ਵਾਲੀ ਵੀ ਜਿਹੜੇ ਬੰਦੇ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਜਦੋਂ, ਅਤੇ ਇਹ ਗੱਲ ਜਿਹੜੀ ਉਹ ਕਹੀ ਜਾਂਦੀ ਆ ਵੀ ਉਸ ਬੰਦੇ ਨਾਲ ਰੋਟੀ ਬੁਰਕੀ ਦੀ ਸਾਂਝ ਸਾਡੀ ਖਤਮ ਹੋ ਜਾਂਦੀ ਆ, ਅਤੇ ਉਸ ਬੰਦੇ ਦੀਆਂ ਲਿਖਤਾਂ ਨੂੰ ਕਿਹੜੇ ਆਧਾਰ ਦੇ ਉੱਤੇ ਸਾਂਭਿਆ ਗਿਆ, ਕਿਹੜੇ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ, ਇੱਕ ਇਹ ਵੀ ਜਿਹੜੀ ਗੱਲ ਹੈ ਉਹ ਸਾਹਮਣੇ ਆਉਂਦੀ ਆ। ਜੇ ਉਹ ਬੰਦਾ ਇਹਨਾਂ ਨੂੰ ਗਲਤ ਨਹੀਂ ਸੀ ਲੱਗਦਾ ਤੇ ਉਸ ਸਮੇਂ ਖੜਨਾ ਚਾਹੀਦਾ ਸੀ ਉਹਦੇ ਨਾਲ। ਉਸ ਸਮੇਂ ਮੈਂ ਜਿੰਨੀਆਂ ਇਹਨਾਂ ਦੀਆਂ ਇੰਟਰਵਿਊਜ਼ ਦੇਖਦਾ ਹਾਂ ਉਹਦੇ ਵਿੱਚ ਖੁਦ ਮੰਨਿਆ ਜਾਂਦਾ ਵੀ ਹਾਂ ਵੀ ਉਹ ਇਤਿਹਾਸ ਦਾ ਗਿਆਤਾ ਨਹੀਂ ਸੀ, ਉਹਨੇ ਆਹ ਗੱਲ ਗਲਤ ਲਿਖੀ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹਦੀਆਂ ਕਿਤਾਬਾਂ ਨੂੰ ਫਿਰ ਜਿਹੜਾ ਹੈ ਉਹ ਨਾਲ ਰਲਾ ਕੇ ਅੱਜ ਤੱਕ ਸਾਂਭਿਆ ਜਾਂਦਾ ਹੈ। ਹਾਂਜੀ। ਸੋ ਇਹ ਬਿਲਕੁਲ ਉਵੇਂ ਹੀ ਹੈ ਜਿਵੇਂ RSS ਵਾਲੇ ਕਿਤਾਬਾਂ ਲਿਖਦੇ ਸੀ ਅਤੇ ਉਹ ਲਿਖ ਕੇ ਤੇ ਕੁਝ ਸਮੇਂ ਦੇ ਲਈ ਜਿਹੜਾ ਸੀ ਉਹ ਪਿੱਛੇ ਹਟ ਜਾਂਦੇ ਨੇ। 20-22 ਸਾਲ ਕਿਤਾਬਾਂ ਪਈਆਂ ਰਹਿਣ ਤੋਂ ਬਾਅਦ 'ਚ ਕਹਿ ਦਿਓ ਵੀ ਇਹ ਪੁਰਾਤਨ ਕਿਤਾਬਾਂ ਨੇ। ਅਸਲ ਵਿੱਚ ਤਾਂ ਇਹਨਾਂ ਲੋਕਾਂ ਨੇ ਨਾ ਇਹ ਕਾਲੇ ਅਫਗਾਨੇ ਦੀਆਂ ਕਿਤਾਬਾਂ ਜਿਹੜੀਆਂ ਨੇ, ਮੰਨ ਲਓ ਇੱਕ ਪਲੇਟਫਾਰਮ ਤਿਆਰ ਕੀਤਾ ਆਪਣੇ ਵਾਸਤੇ। ਜੀ ਜੀ ਜੀ। ਜਿਹਦੇ ਵਿੱਚ ਇਤਿਹਾਸ ਨੂੰ ਪੁੱਠਾ ਮੋੜ ਦਿੱਤਾ ਗਿਆ। ਇਤਿਹਾਸਕ ਸਾਡੇ ਨਾਇਕ ਜਿਹੜੇ ਆ ਉਹਨਾਂ ਦੇ ਉੱਪਰ ਕਿੰਤੂ ਪਰੰਤੂ ਕੀਤਾ ਗਿਆ, ਤੇ ਇਹਨਾਂ ਨੇ ਇੱਕ ਚਾਲ ਚੱਲੀ ਕਿ ਕਿਉਂ ਨਾ ਹੋਵੇ ਕਿ ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਜਾਂ ਜਿਨ੍ਹਾਂ ਸਤਿਪੁਰਸ਼ਾਂ ਸ਼ਹੀਦਾਂ ਦਾ ਕੌਮ ਦੇ ਅੰਦਰ ਸਤਿਕਾਰ ਆ, ਉਹਨਾਂ ਦੇ ਉੱਪਰ ਹੀ ਐਸਾ ਚਿੱਕੜ ਉਛਾਲੋ ਕਿ ਲੋਕ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਇੱਕ ਆਮ ਜਿਹੇ ਇਨਸਾਨ ਸਮਝਣ ਲੱਗ ਜਾਣ, ਤੇ ਲੋਕ ਉਹਨਾਂ ਦੇ ਪ੍ਰੇਮ ਤੋਂ ਜਿਹੜੇ ਵਾਂਝੇ ਹੋ ਜਾਣ ਤੇ ਮੁਨਕਰ ਹੋ ਜਾਣ। ਬਿਲਕੁਲ ਬਿਲਕੁਲ ਜੀ। ਇਹ ਦੇਖੋ ਹੁਣ ਇੱਕ ਚੀਜ਼ ਆ ਵੀ ਆਪਾਂ ਅੱਜ ਜੇ ਜਾਣੀਏ ਜਿਸ ਤਰੀਕੇ ਦੇ ਨਾਲ ਸਾਰੇ ਇਤਿਹਾਸ ਨੂੰ ਭੰਡਿਆ ਜਾ ਰਿਹਾ, ਕਿਉਂਕਿ ਦੇਖੋ ਗੱਲ ਇਹ ਹੁੰਦੀ ਹੈ ਜਦੋਂ ਕੋਈ ਆਪਣੇ ਤੇ ਕੱਲ੍ਹ ਨੂੰ ਕੋਈ ਐਲੀਗੇਸ਼ਨ ਲਾਉਂਦਾ ਆਣ ਕੇ, ਅਤੇ ਵਿਦਵਾਨਾਂ ਨੇ ਜਿਹੜੇ ਹਵਾਲੇ ਦੇਣੇ ਹੁੰਦੇ ਉਹ ਤਾਂ ਆਪਦੇ ਗ੍ਰੰਥਾਂ 'ਚੋਂ ਦੇਣੇ ਹੁੰਦੇ ਨਾ। ਜਿਹੜੇ ਉਸ ਸਮੇਂ ਦੇ ਪੁਰਾਤਨ ਵਿਦਵਾਨ ਹੁੰਦੇ ਉਹਨਾਂ ਦੀਆਂ ਲਿਖਤਾਂ ਵਿੱਚੋਂ ਹਵਾਲੇ ਦੇਣੇ ਹੁੰਦੇ। ਇਹਨਾਂ ਦਾ ਮੇਨ ਟਾਰਗੇਟ ਹਮੇਸ਼ਾ ਹੀ ਉਹ ਵਿਦਵਾਨ ਰਹੇ ਨੇ ਵੀ ਉਹਨਾਂ ਵਿਦਵਾਨਾਂ ਨੂੰ ਕਲੰਕਿਤ ਕਰ ਦਿਓ, ਤਾਂ ਕਿ ਕੱਲ੍ਹ ਨੂੰ ਜੇ ਕੋਈ ਇਹ ਹਵਾਲਾ ਦਿੱਤਾ ਜਾਂਦਾ ਤਾਂ ਉਹ ਕਹਿ ਦਈਏ ਵੀ ਉਹ ਵਿਦਵਾਨ ਨੂੰ ਤਾਂ ਅਸੀਂ ਸਮਝਦੇ ਨਹੀਂ ਵਿਦਵਾਨ ਹੈ।
ਇਹਨਾਂ ਦਾ ਟਾਰਗੇਟ ਹਮੇਸ਼ਾ ਹੀ ਉਹ ਜਿਹੜਾ ਇਹ ਟਾਰਗੇਟ ਰਹੇ ਨੇ। ਜਦੋਂ ਹਰਜਿੰਦਰ ਸਿੰਘ ਦਲਗੀਰ ਦੀ ਮਾਂ ਮਰੀ ਹੈ ਤੇ ਉਹਦਾ ਭੋਗ ਸੀਗਾ ਸ਼ਹਿਰ 34 ਸੈਕਟਰ ਗੁਰਦੁਆਰੇ ਚੰਡੀਗੜ੍ਹ ਦੇ ਵਿੱਚ ਜੀ। ਤਾਂ ਉਦੋਂ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਕਿ ਮੈਂ 9 ਗੁਰੂਆਂ ਨੂੰ ਗੁਰੂ ਨਹੀਂ ਮੰਨਦਾ, ਗੁਰੂ ਨਾਨਕ ਨੂੰ ਹੀ ਗੁਰੂ ਮੰਨਦਾ ਹਾਂ ਜੀ। ਦੇਖੋ ਕਿੱਡੇ ਕ੍ਰਿਤਕਣ ਬੰਦੇ ਨੇ। ਤਾਂ ਇਹਨਾਂ ਲੋਕਾਂ ਵੱਲੋਂ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਵੀ ਉਹਨੇ ਅਖਬਾਰ ਦੇ ਵਿੱਚ ਅੱਜ ਤੱਕ ਗੁਰੂ ਸ਼ਬਦ ਨਹੀਂ ਵਰਤਿਆ, ਉਹ ਬਾਬਾ ਨਾਨਕ ਸ਼ਬਦ ਵਰਤਦੇ ਆ ਜੀ ਜੀ। ਫਿਰ ਇਸ ਤਰ੍ਹਾਂ ਦੀਆਂ ਬੇਹੂਦਾ ਦਲੀਲਾਂ ਵੀ ਉਹਨਾਂ ਵੱਲੋਂ ਦਿੱਤੀਆਂ ਗਈਆਂ ਵੀ ਜਿਹੜੇ ਗੁਰੂ ਨਾਨਕ ਸਾਹਿਬ ਕਹਿੰਦੇ ਕੁੱਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨੇ ਲੱਜ, ਉਹ ਗੁਰੂ ਨਾਨਕ ਸਾਹਿਬ ਗਾਂ ਕਿਸੇ ਨੂੰ ਗੱਦੀ ਕਿਵੇਂ ਦੇ ਸਕਦੇ ਆ। ਇਹ ਵੀ ਇਹਨਾਂ ਨੇ ਜਿਹੜਾ ਸੀਗਾ ਤਰਕ ਕੀਤੀ ਗੁਰੂ ਸਾਹਿਬ ਦੇ ਸਿਧਾਂਤ ਦੇ ਉੱਤੇ। ਜੀ 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 ਬਿਲਕੁਲ ਜੀ। ਦੇਖੋ ਇਹ ਉਹੀ ਭਾਈ ਸਾਹਿਬ ਦੀ ਗੱਲ ਹੈ ਕਿ ਜਦੋਂ ਤੁਸੀਂ ਉਹ ਜਿਹੜੀ ਚਣਕਿਆ ਨੀਤੀ ਹੈ ਨਾ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਾਈ ਗੁਰਦਾਸ ਜੀ ਦੇ ਸਾਰੇ ਹੀ ਉਹ ਪੱਕੇ ਤੌਰ ਦੇ ਉੱਤੇ ਗਵਾਹ ਰਹੇ ਨੇ। ਬਿਲਕੁਲ ਬਿਲਕੁਲ ਜੀ, ਕੋਈ ਨਹੀਂ ਜਾ ਸਕਦਾ ਉਸ ਗੱਲ ਦੇ ਉੱਤੇ ਜਾ ਸਕਦਾ ਹੈ ਨਾ ਜੀ ਜੀ ਜੀ। ਇਸ ਕਰਕੇ ਸਾਨੂੰ ਇਹੀ ਆ ਕਿ ਕੌਮ ਨੂੰ ਇਹਨਾਂ ਤੋਂ ਸੁਚੇਤ ਹੀ ਰਹਿਣ ਦੀ ਲੋੜ ਹੈ। ਤਾਂ ਇਹਨਾਂ ਦਾ ਘੱਟੋ ਘੱਟ ਦੇਖ ਲੈਣਾ ਚਾਹੀਦਾ ਸਾਨੂੰ ਵੀ ਇਹਨਾਂ ਦਾ ਜੀਵਨ ਕੀ ਆ, ਇਹਨਾਂ ਦੀ ਕੌਮ ਨੂੰ ਦੇਣ ਕੀ ਆ। ਜਿੱਥੇ ਲੋੜ ਪਈ ਆ ਕੌਮ ਵਾਸਤੇ ਇਹ ਕੁਰਬਾਨੀ ਵਾਸਤੇ ਅੱਗੇ ਆਉਣ ਤਾਂ ਬੜੀ ਦੂਰ ਦੀ ਗੱਲ ਹੈ। ਜਿਵੇਂ ਮੰਨ ਲਓ ਅੱਜ ਲੰਗਰਾਂ ਦੀ ਲੋੜ ਪਈ ਆ ਜਾਂ ਛੋਟੀਆਂ ਮੋਟੀਆਂ ਸੇਵਾਵਾਂ ਦੀ ਵੀ ਲੋੜ ਪੈਂਦੀ ਆ, ਤਾਂ ਉੱਥੇ ਵੀ ਇਹਨਾਂ ਦਾ ਜਿਹੜਾ ਹੈਗਾ ਵਾ ਉਹ 0% ਹੀ ਆ ਜਿਹੜਾ ਇਹਨਾਂ ਦਾ ਯੋਗਦਾਨ ਹੈਗਾ ਹੈ ਨਾ। ਜੀ 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 ਜੀ। ਦੇਖੋ ਜੇ ਇਹ ਗੱਲ ਬਿਲਕੁਲ ਉਵੇਂ ਇੱਕ ਢੁੱਕਦੀ ਆ। ਮੈਂ ਜਿਵੇਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਕਿ ਨਹੀਂ ਵੀ ਜਦੋਂ ਪੰਡਤ ਕਹਿੰਦਾ ਸੀ ਵੀ ਜਿਹੜਾ ਧਰਤੀ ਦਾ ਭਾਰ ਆ ਉਹ ਧੌਲਾ ਬਲਦ ਚੱਕ ਕੇ ਖੜਾ, ਤੇ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਵੀ ਉਹ ਬਲਦ ਕਿੱਥੇ ਖੜਾ ਆ। ਹੁਣ ਗੱਲ ਇਹ ਵੀ ਅੱਜ ਦੇ ਤਰਕੀ ਤੇ ਕਹਿ ਰਹੇ ਨੇ ਵੀ ਸਾਡਾ ਆਧਾਰ ਜਿਹੜਾ ਆਪਣਾ ਬਣਾ ਲਿਆ ਕਾਲੇ ਅਫਗਾਨੇ ਨੂੰ, ਪਰ ਜਦੋਂ ਇਹ ਪੁੱਛਦੇ ਵੀ ਕਾਲੇ ਅਫਗਾਨੇ ਦੀਆਂ ਕਿਤਾਬਾਂ ਦਾ ਆਧਾਰ ਕੀ ਆ, ਉੱਥੇ ਜਾ ਕੇ ਮੁੱਕ ਜਾਂਦਾ। ਹਾਂਜੀ ਹਾਂਜੀ। ਸੋ ਗੱਲ ਤੇ ਇਹ ਆ ਕਿ ਅਸੀਂ ਅੱਜ ਤਦੇ ਇਹ ਸਾਡਾ ਪ੍ਰੋਗਰਾਮ ਮੇਨ ਰੱਖਣ ਦਾ ਜਿਹੜਾ ਕਾਰਨ ਵੀ ਉਹ ਇਹੀ ਆ ਵੀ ਜੇ ਅੱਜ ਤਾਂ ਤੁਸੀਂ ਕਹਿ ਦਿੱਤਾ ਵੀ ਕਾਲੇ ਅਫਗਾਨੇ ਦੀਆਂ ਕਿਤਾਬਾਂ ਨੂੰ ਆਧਾਰ ਬਣਾ ਕੇ ਤੇ ਘੱਗਾ ਵੀ ਜਿਹੜਾ ਉਹ ਰੌਲਾ ਪਾਈ ਜਾ ਰਿਹਾ, ਦਲਗੀਰ ਵੀ ਰੌਲਾ ਪਾ ਰਿਹਾ, ਪਰ ਕਾਲੇ ਅਫਗਾਨੇ ਦੀਆਂ ਕਿਤਾਬਾਂ ਦਾ ਕੀ ਆਧਾਰ ਆ? ਗੱਲ ਤੇ ਇਹ ਆ। ਹਾਂਜੀ। ਸੋ ਹਾਂਜੀ ਭਾਈ ਸਾਹਿਬ ਜੀ, ਸੋ ਆਪਾਂ 1-2 ਕਾਲਾਂ ਹਜੇ ਵਿੱਚ ਆ ਰਹੀਆਂ ਨੇ। ਮੈਂ ਆਪ ਜੀ ਦੇ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰਦਾ ਹਾਂ ਕਿ ਆਪਾਂ 1-2 ਕਾਲਾਂ ਫਿਰ ਲੈ ਲਈਏ ਵਿੱਚ। ਠੀਕ ਹੈ ਜੀ। ਜੀ ਮੈਂ 1-2 ਆਪਾਂ ਕਾਲਾਂ ਲੈ ਲਈਏ ਕਿਉਂਕਿ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ 1 ਘੰਟੇ ਦੇ ਵਿੱਚ ਅੱਜ ਸਮਾਪਤੀ ਕਰੀਏ, ਕਿਉਂਕਿ ਫਿਰ ਪ੍ਰੋਗਰਾਮ ਜ਼ਿਆਦਾ ਲੰਬਾ ਹੋ ਜਾਂਦਾ ਅਤੇ ਸੁਣਨ ਵਾਲਿਆਂ ਦੀ ਉਹ ਕਾਲਸ ਆਉਂਦੀਆਂ ਵੀ ਜ਼ਿਆਦਾ ਲੰਬਾ ਹੋ ਜਾਂਦਾ ਪ੍ਰੋਗਰਾਮ। ਸੋ ਮੈਂ ਦੇਖਦਾ ਜੀ, ਫਿਰ ਮੈਂ ਆਪ ਜੀ ਨੂੰ ਦੁਬਾਰਾ ਕਾਲ 'ਤੇ ਲੈਂਦਾ ਜੀ। ਠੀਕ ਹੈ ਜੀ। ਜੀ ਠੀਕ ਆ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਇਹ ਬਿਲਕੁਲ ਦੇਖੋ ਜਿਵੇਂ ਭਾਈ ਸਾਹਿਬ ਜੀ ਨੇ ਬਹੁਤ ਆਪਾਂ ਨੂੰ ਇੱਕ ਵਧੀਆ ਢੰਗ ਦੇ ਨਾਲ ਦੱਸਿਆ ਆ। ਸੋ ਆਪਣੇ ਵਿਦਵਾਨਾਂ ਨੇ ਕਿਤੇ ਵੀ ਐਸੀ ਨਹੀਂ ਗੱਲ ਹੈ ਜਿੱਥੇ ਇਹਨਾਂ ਦੀਆਂ ਕਿਤਾਬਾਂ ਦਾ ਇਹਨਾਂ ਦੇ ਹਵਾਲਿਆਂ ਦਾ ਜਵਾਬ ਨਾ ਦਿੱਤਾ ਹੋਵੇ। ਹਰੇਕ ਜਗ੍ਹਾ ਦੇ ਉੱਤੇ ਗੁਰੂ ਪਾਤਸ਼ਾਹ ਦੀ ਰਹਿਮਤ ਦੇ ਨਾਲ ਉਹਨਾਂ ਨੇ ਜਵਾਬ ਦਿੱਤੇ ਨੇ, ਪਰ ਸਾਡੀ ਇਹ ਤਰਾਸਦੀ ਆ ਖਾਲਸਾ ਜੀ ਕਿ ਅਸੀਂ ਉਹਨਾਂ ਜਵਾਬਾਂ ਨੂੰ ਪੜ੍ਹਦੇ ਨਹੀਂ ਹਾਂ। ਜੇ ਅਸੀਂ ਪੜ੍ਹ ਲਈਏ ਹੈ ਨਾ ਤਾਂ ਫਿਰ ਸਾਨੂੰ ਜਵਾਬ ਦੇਣੇ ਉਹ ਬੜੇ ਸੁਖਾਲੇ ਹੋ ਜਾਣ। ਸੋ ਆਪਾਂ ਉਹ ਵਿਦਵਾਨਾਂ ਨੂੰ ਪੜ੍ਹੀਏ, ਸੋ ਉਹਨਾਂ ਤੋਂ ਜਿਹੜੀ ਸੋਝੀ ਲੈ ਕੇ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਮਹਾਰਾਜ ਜੀ, ਫਤਿਹ ਬਾਰੰਬਾਰ ਗੁਰੂ ਸਾਹਿਬ ਦੀ ਮਹਾਰਾਜ ਬੁਲਾਈ ਫਤਿਹ ਮਹਾਰਾਜ ਜੀ। ਹੋਰ ਸੁਣਾਓ ਕਿੱਦਾਂ ਮਹਾਰਾਜ, ਠੀਕ ਠਾਕ ਹੋ ਜੀ? ਹਾਂਜੀ ਚੜ੍ਹਦੀ ਕਲਾ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਏਕ ਨੂਰ ਰੇਡੀਓ ਦੇ ਉੱਪਰ। ਤੇ ਕੌਣ ਸਾਹਿਬ ਬੋਲ ਰਹੇ ਜੀ? ਮੈਂ ਮਹਾਰਾਜ ਜੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਉਦਾਸ ਸਿੰਘ ਸੰਪਰਦਾਇ ਦੇ। ਜੀ 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 ਭਾਈ ਸਾਹਿਬ ਜੀ, ਬਹੁਤ ਬਹੁਤ ਸਵਾਗਤ ਆ ਜੀ। ਆਪ ਜੀ ਦੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਾਲ ਆਈ ਸੀ। ਜੀ 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 ਹਾਂਜੀ ਵੀਰ ਜੀ, ਆਪਣੀ ਰੱਖੋ ਜੀ ਤੁਸੀਂ ਗੱਲ। ਮਹਾਰਾਜ ਜੀ ਅੱਜ ਜੀ ਕੁਛ ਕੁ ਟਾਈਮ ਵਾਸਤੇ ਨਾ ਕਦੇ ਜਦੋਂ ਪਾਠ ਪੂਜਾ ਤੋਂ ਮਹਾਰਾਜ ਜਦੋਂ ਵਿਹਲੇ ਹੋਈਦਾ ਤੇ ਮਹਾਰਾਜ ਨਾ ਸੁਣ ਰਿਹਾ ਸੀ ਅੱਜ ਮੈਂ। ਜੀ 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 ਤਤ ਗੁਰਮਤ ਗਿਆਨ ਬਾਰੇ ਗੱਲ ਕਰ ਰਿਹਾ ਸੀ ਇੰਦਰ ਸਿੰਘ ਘੱਗਾ ਜੀ। ਤੇ ਉਹ ਮੈਂ ਸੁਣ ਰਿਹਾ ਸੀ ਤੇ ਉਹ ਕੁਛ ਨਾ
ਤੇ ਸੰਗਤਾਂ ਦੇ ਸਨਮੁਖ ਕੁਝ ਹੋਰ ਹੀ ਰੱਖ ਰਿਹਾ ਸੀ, ਪਕਾ ਕੇ ਕੁਝ ਆਪਣੀ ਖਿਚੜੀ। ਜੀ ਜੀ, ਉਹ ਤਾਂ ਸ਼ੁਰੂ ਤੋਂ ਇਹਨਾਂ ਦਾ ਕੰਮ ਆ ਭਾਈ ਸਾਹਿਬ ਜੀ, ਉਹ ਤਾਂ ਸ਼ੁਰੂ ਤੋਂ ਹੀ ਆ ਜੀ, ਉਹ ਕੋਈ ਅੱਜ ਨਵਾਂ ਕੰਮ ਨਹੀਂ ਹੈਗਾ ਆ। ਦੇਖੋ ਮਹਾਰਾਜ, ਗੁਰੂ ਨਾਨਕ ਦੇ ਦਰ ਘਰ ਤੋਂ ਮਹਾਰਾਜ ਇਹ ਕੁਛ ਅੱਜ ਸਿੱਖ ਕੇ ਤਾਂ ਮਹਾਰਾਜ ਦੁਨੀਆ ਨੂੰ ਕੁਛ ਵੱਖਰੇ ਹੀ ਮਹਾਰਾਜ ਸਿਰਜ ਕੇ ਇਹ ਦੇਈ ਜਾਂਦੇ ਆ ਜੀ। ਉਹ ਮਾੜਾ ਜੀ, ਉਹ ਮਾੜਾ ਆ। ਇਹ ਭਾਈ ਸਾਹਿਬ ਜੀ ਗੱਲ ਏਦਾਂ ਵੀ ਇਹ ਗੁਰੂ ਨਾਨਕ ਦੇ ਘਰ ਤੋਂ ਨਾ ਸਿੱਖੇ ਹੋਏ, ਇਹ ਸਿੱਖੇ ਹੋਏ ਨਾਗਪੁਰ ਤੋਂ ਜੀ। ਇਹ ਸਰਕਾਰਾਂ ਦੇ ਹੱਥ ਟੋਕੇ ਨੇ ਤੇ ਉਧਰੋਂ ਸਿੱਖ ਕੇ ਕੇਵਲ ਤੇ ਕੇਵਲ ਇਹਨਾਂ ਦਾ ਕੰਮ ਹੀ ਜਿਹੜਾ ਹੈਗਾ ਨਾ ਜੀ, ਉਹ ਕਿੰਤੂ ਪਰੰਤੂ ਕਰਨਾ ਆ ਜੀ। ਜੀ ਜੀ, ਸੋ ਇਹ ਆਪਣਾ ਉਹੀ ਨਿਭਾ ਰਹੇ ਨੇ। ਜੇ ਤਦੇ ਕਰਕੇ ਆਪਾਂ ਜਿਹੜਾ ਸੀ ਅੱਜ ਉਹ ਕਾਲੇ ਅਫਗਾਨੇ ਦੇ ਉੱਤੇ ਵੀ ਪ੍ਰੋਗਰਾਮ ਰੱਖਿਆ ਸੀ। ਆਪਾਂ ਹੌਲੀ ਹੌਲੀ ਜਿਹੜਾ ਹੈ ਉਹ ਇਹਨਾਂ ਤੇ ਵੀ ਆਵਾਂਗੇ ਵੀ 1 ਬਾਈ 1 ਹਨਾ। ਦੇਖੋ ਮਹਾਰਾਜ, ਇਹ ਗੁਰੂ ਨਾਨਕ ਦੇ ਘਰ ਤੋਂ ਬੁਰਕੀਆਂ ਖਾ ਖਾ ਕੇ ਪਲੇ ਆ ਕੁੱਤੇ ਇਹ ਜੀ, ਤੇ ਅੱਜ ਮਹਾਰਾਜ ਇਹ ਉਹਨਾਂ ਦੀ ਸੰਗਤ ਨੂੰ ਮਹਾਰਾਜ ਕੱਟਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੀ ਜੀ ਜੀ। ਤੇ ਇਹ ਮਹਾਰਾਜ ਜੀ, ਇਹ ਤਾਂ ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਵੀ ਕੁਛ ਨਹੀਂ ਸੀ ਜੀ। ਜੋ ਕੁਛ ਅਸੀਂ ਬੋਲ ਰਹੇ ਉਹ ਸੱਚ ਆ, ਜੋ ਗੁਰੂ ਨਾਨਕ ਮਹਾਰਾਜ ਬੋਲ ਕੇ ਗਿਆ ਉਹ ਮਹਾਰਾਜ ਝੂਠਾ ਆ। ਵਾਹਿਗੁਰੂ ਵਾਹਿਗੁਰੂ। ਹਾਂਜੀ ਜੀ ਜੀ। ਅੱਜ ਮਹਾਰਾਜ ਅਸੀਂ ਇੰਨੇ ਕੁ ਮਹਾਰਾਜ ਸਿਆਣੇ ਹੋ ਗਏ ਹੋ ਆ ਕਿ ਗੁਰਬਾਣੀ ਦਾ ਬਚਨ ਆ ਮਹਾਰਾਜ, ਸਹਿ ਸਿਆਣਪਾ ਲੱਖੋ ਤਾਂ ਇੱਕ ਨਾ ਚੱਲੇ ਨਾਲ। ਜੀ ਬਿਲਕੁਲ ਜੀ। ਤੇ ਦੇਖੋ ਮਹਾਰਾਜ, ਜਿਹਨੂੰ ਵੀ ਅੱਜ ਤੱਕ ਭਗਵਾਨ ਮਿਲਿਆ ਮਹਾਰਾਜ, ਉਹਨੂੰ ਸਿਆਣਪਣਾ ਨਹੀਂ ਮਿਲਿਆ ਮਹਾਰਾਜ ਉਹਨੂੰ। ਬਿਲਕੁਲ ਬਿਲਕੁਲ ਜੀ। ਹਾਂਜੀ, ਜੇ ਅਸੀਂ ਕਹਿ ਰਹੇ ਹਾਂ ਮਹਾਰਾਜ ਗੁਰੂ ਨਾਨਕ ਜੇ ਰੱਬ ਹੈ ਨਹੀਂ ਦੁਨੀਆ ਤੇ, ਗੁਰੂ ਨਾਨਕ ਮਹਾਰਾਜ ਜੀ ਆਏ ਸੀ ਨਾ ਜੀ, ਉਹ ਵੀ ਮਹਾਰਾਜ ਰੱਬ ਸੀ ਜੇ ਮੰਨੋ ਤਾਂ। ਜੀ ਜੀ ਜੀ। ਜਾਂ ਨਾ ਮੰਨੋ ਤੇ ਮਹਾਰਾਜ ਉਹ ਕੁਛ ਵੀ ਨਹੀਂ ਲੱਗ ਰਿਹਾ ਉਹ। ਜੀ ਜੀ ਜੀ। ਇਹ ਮਹਾਰਾਜ ਘਰ ਦੇ ਮੈਂਬਰਾਂ ਨੂੰ ਮਹਾਰਾਜ ਤੋੜ ਤੋੜ ਕੇ ਸੁੱਟੀ ਜਾਂਦੇ, ਕਹਿੰਦੇ ਤੂੰ ਵੀ ਜੁਦਾ, ਕਹਿੰਦੇ ਚੱਲ ਇੱਕ ਪਾਸੇ ਹਟ, ਕਹਿੰਦੇ ਜੀ ਜੀ ਜੀ। ਮਹਾਰਾਜ ਸੰਤਾਂ ਨੂੰ ਅੱਜ ਇਹਨਾਂ ਦੇ ਮਜ਼ਾਕ ਦੇ ਮਹਾਰਾਜ ਪਾਤਰ ਬਣਾਤਾ। ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਵੀ ਪ੍ਰਚਾਰ ਕੀਤਾ, ਬਾਬਾ ਅਤਰ ਸਿੰਘ ਜੀ ਨੇ ਪ੍ਰਚਾਰ ਕੀਤਾ, ਬੜੇ ਸੰਤ ਮਸਕੀਨ ਸਿੰਘ ਜੀ ਨੇ ਪ੍ਰਚਾਰ ਕੀਤਾ। ਮਹਾਰਾਜ ਏਦਾਂ ਦੀ ਬਾਣੀ ਉਹਨਾਂ ਦੇ ਮੁਖੋਂ ਨਹੀਂ ਕਦੇ ਸੁਣੀ ਸੀ ਜਿੱਦਾਂ ਦੇ ਇਹ ਕੁੱਤੇ ਅੱਜ। ਉਹ ਬਾਬਾ ਜੀ ਏਦਾਂ ਸੀ, ਉਹ ਪੰਥ ਪ੍ਰਸਤ ਸੀਗੇ, ਇਹ ਮੌਕਾ ਪ੍ਰਸਤ ਨੇ ਜੀ। ਉਹ ਪੰਥ ਪ੍ਰਸਤ ਨੇ, ਇਹ ਮੌਕਾ ਪ੍ਰਸਤ ਨੇ। ਸੋ ਮੇਰੀ ਇੰਨੀ ਕੁ ਜ਼ਰੂਰ ਹੱਥ ਜੋੜ ਕੇ ਬੇਨਤੀ ਸੀ ਵੀ ਆਪਾਂ ਇਹਨਾਂ ਦੇ ਉੱਤੇ ਨਾ ਹੌਲੀ ਹੌਲੀ ਜ਼ਰੂਰ ਆਵਾਂਗੇ। ਅੱਜ ਦਾ ਆਪਣਾ ਟੌਪਿਕ ਜਿਹੜਾ ਸੀ ਉਹ ਕੇਵਲ ਤੇ ਕੇਵਲ ਅੱਜ ਦਾ ਪ੍ਰੋਗਰਾਮ ਕਾਲੇ ਅਫਗਾਨੇ ਤੇ ਸੀ। ਸੋ ਜੇ ਆਪਾਂ ਅੱਜ ਪਹਿਲੋਂ ਹੈ ਤਾਂ ਮਹਾਰਾਜ ਪੰਥ ਵਿਰੋਧੀ ਹੈ ਨਾ ਮਹਾਰਾਜ ਇਹ। ਜੀ ਜੀ ਨਹੀਂ, ਬਿਲਕੁਲ ਬਿਲਕੁਲ ਜੀ। ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਆਪਾਂ ਇਹਨਾਂ ਨੂੰ 1 ਬਾਈ 1 ਜਿਹੜਾ ਹੈ ਨਾ ਇਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰੀਏ ਵੀ ਇਹ ਬੰਦੇ ਜਿਹੜੇ ਅੱਜ ਰੌਲਾ ਪਾ ਰਹੇ ਨੇ ਇਹਦਾ ਆਪਦਾ ਜੀਵਨ ਕੀ ਆ। ਜੀ ਜੀ। ਸੋ ਮਹਾਰਾਜ ਬਾਣੀ ਨਾਲ ਕੁਛ ਨਹੀਂ ਹੁੰਦਾ ਜੀ। ਸੱਚੇ ਪਾਤਸ਼ਾਹ ਤਾਂ ਕਹਿ ਰਿਹਾ ਸਰਬ ਰੋਗ ਔਖਦ ਨਾਮ। ਬਿਲਕੁਲ ਬਿਲਕੁਲ ਜੀ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਬਿਲਕੁਲ ਜੀ। ਗੁਰੂ ਨਾਨਕ ਮਹਾਰਾਜ ਜੀ ਦੀ ਘਰ ਦੀ ਬਾਣੀ ਇਹ ਫਰਮਾਨ ਸਾਨੂੰ ਦੇ ਰਹੀ। ਮਹਾਰਾਜ ਜਿਹੜੇ ਇਹਨਾਂ ਦੇ ਮਹਾਰਾਜ ਮੁੱਖੋਂ ਫਰਮਾਨ ਆ ਰਹੇ ਹੋ ਮਹਾਰਾਜ ਪਤਾ ਨਹੀਂ ਕੀ ਫੇਰ ਤਾਂ ਮਹਾਰਾਜ ਇਹਨਾਂ ਦੇ ਉੱਪਰ ਇੱਕ ਹੀ ਗੱਲ ਲਾਗੂ ਹੁੰਦੀ, ਬਾਬਾ ਨਹੀਂ ਰਸਨਾ ਮੇਰੀਏ ਤੂੰ ਬੋਲੇ ਆਲ ਪਤਾਲ, ਤੂੰ ਬੋਲੇ ਅੰਦਰ ਵੜ ਜਾਂਦਾ ਛਿੱਤਰ ਸਹਿ ਕਪਾਲ। ਵਾਹਿਗੁਰੂ ਵਾਹਿਗੁਰੂ। ਜੀ 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 ਬਿਲਕੁਲ ਜੀ। ਮਹਾਰਾਜ ਉਹ ਲਾਗੂ ਆ। ਬਿਲਕੁਲ ਬਿਲਕੁਲ ਜੀ। ਜਿੱਥੇ ਸੱਚੇ ਪਾਤਸ਼ਾਹ ਨੇ ਮੀਰ ਦੋ ਭੇਂਟ ਕੀਤੀਆਂ ਨਾ, ਇੱਕ ਨਾ ਮਹਾਰਾਜ ਮੂੰਹ ਨਾਲ ਨਹੀਂ ਮੰਨਦਾ ਫਿਰ ਸੋਧੇ ਮਹਾਰਾਜ ਉਹਨਾਂ ਤੱਕ ਇਹੀ ਸੀਮਤ ਆ। ਜੀ ਬਿਲਕੁਲ ਬਿਲਕੁਲ ਜੀ। ਇਹ ਦੇਖੋ ਜਿੰਨਾ ਚੱਕਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਡਾਂਗ ਦੇ ਉੱਤੇ ਡੇਰਾ ਰੱਖਿਆ ਉਹਨਾਂ ਚੱਕਰ ਇਹ ਕੋਈ ਨਹੀਂ ਬੋਲੇ। ਜਦੋਂ ਦਾ ਅਸੀਂ ਉਹ ਡਾਂਗ ਵਾਲਾ ਡੇਰਾ ਛੱਡ ਦਿੱਤਾ ਤੇ ਉਸ ਤੋਂ ਬਾਅਦ ਇਹ ਚੁੱਪ ਕਰਾਉਣੇ ਔਖੇ ਹੋ ਗਏ ਜੀ। ਜੀ ਕਿਉਂਕਿ ਗੱਲ ਇਹ ਹੁੰਦੀ ਹੈ ਕਿਸੇ ਵਿਦਵਾਨ ਦੇ ਨਾਲ ਬੈਠ ਕੇ ਗੱਲ, ਉਹ ਤਾਂ ਇਹਨਾਂ ਕੋਲ ਸਲੀਕਾ ਹੀ ਹੈ ਨੀਗਾ। ਜੇ ਆਪਾਂ ਕਹੀਏ ਨਾ ਇਹਨਾਂ ਦੀ ਜਿੰਨੀਆਂ ਵੀ ਡਿਬੇਟਸ ਹੋਈਆਂ ਨੇ ਪੁਰਾਣੀਆਂ ਸਿੰਘਾਂ ਦੇ ਨਾਲ ਹੋਈਆਂ, ਇਹਨਾਂ ਦੇ ਕੋਲ ਵਿਚਾਰ ਕਰਨੀ ਚਲੋ ਇੱਕ ਅਲੱਗ ਵਿਸ਼ਾ ਹੈ, ਇਹਨਾਂ ਦੇ ਕੋਲ ਬੈਠਣ ਜੋਗੀ ਵੀ ਯੋਗਤਾ ਨਹੀਂ ਹੈਗੀ ਹੈ। ਅੱਜ ਭਾਈ ਸਾਹਿਬ ਅੱਜ ਅਸੀਂ ਅੱਜ ਬਹੁਤ ਅਸੀਂ ਸਿਆਣੇ ਹੋ ਗਏ ਆ ਜੀ। ਅੱਜ ਹਰੇਕ ਕੋਈ ਕਹਿ ਰਿਹਾ ਹੈ, ਜੇ ਕੋਈ ਕਹਿੰਦਾ ਪਾਣੀ ਨਾ ਕਹਿੰਦਾ ਕੋਈ ਠੀਕ ਕਰਕੇ ਦੱਸੇ, ਜਾਂ ਪਾਣੀ ਨਾ ਕਹਿੰਦਾ ਠੀਕ ਕਰਕੇ ਦੱਸੇ ਕੋਈ। ਅੱਜ ਕਹਿੰਦਾ ਦੋਨਾਂ ਫੈਲਿਆ ਫਿਰਦਾ ਆ ਜੀ। ਜੋ ਅੱਜ ਦਾ ਏਜੰਡਾ ਚੁੱਕ ਕੇ ਫਿਰ ਰਹੇ ਆ ਇਹ ਕਹਿੰਦੇ ਜੀ ਕਰੋਨਾ ਫੈਲ ਗਿਆ, ਹੁਣ ਤੁਸੀਂ ਪਾਣੀ ਨਾਲ ਠੀਕ ਕਰਕੇ ਦੱਸੋ। ਜੀ ਜੀ ਜੀ। ਗੱਪ ਗਪੌੜਾ ਮਾਰ ਕੇ ਦੁਨੀਆ ਨੂੰ ਤੁਸੀਂ ਭਰਮਾਉਂਦੇ ਰਹੇ ਆ, ਹੁਣ ਕਹਿੰਦੇ ਠੀਕ ਕਰੋ। ਹੁਣ ਤੁਸੀਂ ਹਰਮੰਦਰ ਸਾਹਿਬ ਵਿੱਚ ਕਹਿੰਦੇ ਨਲਾ ਕੇ ਕਹਿੰਦੇ ਠੀਕ ਕਰੋ, ਇਸ਼ਨਾਨ ਕਰਾ ਕੇ ਹੁਣ ਠੀਕ ਕਰੋ ਜੀ। ਮਹਾਰਾਜ ਬਾਣੀ ਦਾ ਬਚਨ ਹੈ। ਭਗਤ ਕਬੀਰ ਸਾਹਿਬ ਕਹਿ ਰਹੇ ਆ, ਕਹਿੰਦੇ ਕਬੀਰ ਇਹ ਵੈਦ ਕਹੇ ਦਾਰੂ ਮੇਰੇ ਬਸ, ਇਹ ਤਿਉ ਬਸਤ ਗੋਪਾਲ ਕੀ ਜਬ ਲੈ ਭਾਵੇਂ ਖਸ। ਵਾਹਿਗੁਰੂ। ਜੀ ਜੀ ਜੀ।
ਕਿ ਜਿੱਦਣ ਸੱਚੇ ਪਾਤਸ਼ਾਹ ਨੇ ਬੁਲਾਉਣਾ ਉਦੋਂ ਤੈਨੂੰ ਜਾਣਾ ਪੈਣਾ ਆ। ਬਿਲਕੁਲ ਬਿਲਕੁਲ ਜੀ, ਤੂੰ ਮਨਾ ਨਹੀਂ ਕਰ ਸਕਦਾ। ਦੇਖੋ ਭਾਈ ਸਾਹਿਬ ਜੀ, ਇਹਨਾਂ ਦੀ ਅੱਖ ਜਿਹੜੀ ਹੈ ਨਾ ਖੂਹ ਦੇ ਡੱਡੂ ਵਾਲੀ ਆ, ਉਹ ਖੂਹ ਦੇ ਵਿੱਚੋਂ ਨੂੰ ਹੀ ਜਿਹੜੀ ਦੁਨੀਆਦਾਰੀ ਸਮਝ ਕੇ ਬੈਠੀ ਆ। ਹੁਣ ਗੱਲ ਇੱਕ ਆ, ਅੱਜ ਜੋ ਇਨਸਾਨ ਨੇ ਹੱਥੀਂ ਬੀਜਿਆ ਸੀ ਉਹ ਅੱਜ ਵੱਢਣਾ ਪੈ ਰਿਹਾ। ਪਰ ਨਾਲ ਦੀ ਨਾਲ ਜੇ ਤੁਸੀਂ ਅੱਜ ਅਸਮਾਨ ਵੱਲ ਨਿਗਾਹ ਮਾਰ ਕੇ ਦੇਖਦੇ ਹੋ ਤਾਂ ਤੁਸੀਂ ਦੇਖਦੇ ਹੋ ਵੀ ਅੱਜ ਪ੍ਰਦੂਸ਼ਣ ਦੂਰ ਹੋ ਰਿਹਾ। ਉਹ ਜਿਹੜੇ ਵਿਚਾਰੇ ਜਾਨਵਰ ਬਿਨਾਂ ਕਿਸੇ ਗੁਨਾਹ ਤੋਂ ਮਰ ਰਹੇ ਸੀ, ਅੱਜ ਉਹਨਾਂ ਨੂੰ ਜ਼ਿੰਦਗੀ ਮਿਲ ਰਹੀ ਆ। ਸੋ ਪਰ ਵੀਰ ਜੀ, ਮੈਂ ਥੋੜ੍ਹਾ ਜਿਹਾ ਖਿਮਾ ਦਾ ਜਾਚਕ ਹਾਂ ਵੀ ਆਪਾਂ ਅੱਜ ਜਿਹੜਾ ਵਿਸ਼ਾ ਰੱਖਿਆ ਨਾ, ਉਹ ਮੈਂ ਜ਼ਰੂਰ ਆਪ ਜੀ ਦੇ ਕੋਲੋਂ ਟਾਈਮ ਲੈ ਕੇ ਮੈਂ ਨਾ ਛੋਟੀ ਜਿਹੀ ਮੈਂ ਆਪ ਜੀ ਨੂੰ ਭਗਤ ਕਬੀਰ ਸਾਹਿਬ ਦਾ ਨਾ ਜੀ ਮੈਂ ਸ਼ਲੋਕ ਆਪ ਜੀ ਨੂੰ ਸੁਣਾ ਰਿਹਾ ਜੀ। ਕਬੀਰ ਸਾਹਿਬ ਕਹਿੰਦੇ ਆ, ਕਬੀਰ ਰਾਮ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਓ ਗਾਫਲ ਆਪਣੇ ਹੱਥ। ਵਾਹਿਗੁਰੂ ਜੀ। ਇਹ ਮਹਾਰਾਜ ਉਹ ਹੈ ਕੰਜਰ ਲਾਣਾ ਜਿਹੜਾ ਨਾ ਤੇ ਮਹਾਰਾਜ ਉਹ ਸਮੇਂ ਦੇ ਵਿੱਚ ਗੁਰੂ ਨਾਨਕ ਦੇ ਬਣੇ ਆ। ਅੱਜ ਉਹ ਮਹਾਰਾਜ ਉਹ ਪੁੰਗਰਾਂ ਫੁੱਟੀਆਂ ਪਈਆਂ ਆ ਜੀ। ਗੁਰੂ ਨਾਨਕ ਮਹਾਰਾਜ ਦੇ ਟਾਈਮ ਤੇ ਮਹਾਰਾਜ ਇਹ ਕੰਮ ਕਰਦੇ ਆ ਤੇ ਹੁਣ ਵੀ ਉਹ ਕੰਮ ਕਰ ਰਹੇ ਆ। ਬਿਲਕੁਲ 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 ਜੀ, ਇਹਨਾਂ ਦਾ ਬਸ ਕੰਮ ਹੀ ਜਿਹੜਾ ਹੈ ਉਹ ਇਹ ਆ ਜੀ। ਸੋ ਤਦੇ ਕਰਕੇ ਵੀਰ ਜੀ, ਇਹਨਾਂ ਸਾਰਿਆਂ ਦੇ ਨਾ ਜਦੋਂ ਆਪਾਂ ਇੰਡਲਾ ਜੀਵਨ ਦੇਖਦੇ, ਜਦੋਂ ਦੁਨੀਆ ਤੋਂ ਜਾਂਦੇ ਨੇ, ਉਹ ਵੀ ਆਪਾਂ ਸੰਗਤਾਂ ਨਾਲ ਜ਼ਰੂਰ ਰੱਖਾਂਗੇ ਵੀ ਫਿਰ ਇਹ ਦੁਨੀਆ ਤੋਂ ਕਿਹੜੇ ਤਰੀਕੇ ਨਾਲ ਗਏ ਨੇ ਜੀ। ਜਿੰਨੇ ਵੀ ਨਿੰਦਕ ਗਏ ਨੇ ਹੈ ਨਾ, ਉਹ ਕੋਈ ਦੇ ਜ਼ੁਬਾਨ ਦੇ ਵਿੱਚ ਕੀੜੇ ਪਏ ਨੇ, ਕਿਸੇ ਦੇ ਕੁਛ ਹੋਇਆ, ਦੁਨੀਆ ਤੋਂ ਵੀ ਇਸ ਤਰੀਕੇ ਦੇ ਨਾਲ ਗਏ ਨੇ ਜੀ 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 ਜੀ। ਸੋ ਇਹ ਵਾਹਿਗੁਰੂ ਰਹਿਮਤਾਂ ਕਰਨ। ਪਰ ਮੈਂ ਜ਼ਰੂਰ ਜੀ ਸੱਚ ਕਰ ਜਾਣਿਓ, ਬਹੁਤ ਦਿਲ ਕਰਦਾ ਕਿ ਮੈਂ ਬਹੁਤ ਪੁਰਾਤਨ ਇਤਿਹਾਸ ਪਿਆ ਆ ਜੀ। ਪਰ ਮਹਾਰਾਜ ਮੈਂ ਨਹੀਂ ਅੱਜ ਤੱਕ ਇਦਾਂ ਦਾ ਕਦੇ ਮੈਂ ਸੁਣਿਆ ਜਾਂ ਨਾ ਮੈਂ ਪੜ੍ਹਿਆ ਲਿਖਿਆ ਨਾ ਇਦਾਂ ਦਾ ਦੇਖਿਆ ਮੈਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਹ ਕਹਿ ਕੇ ਮਹਾਰਾਜ ਇਹ ਗੱਲਾਂ ਪਤਾ ਨਹੀਂ ਕਿੱਥੇ ਤਰਕ ਨਹੀਂ ਜਾਂਦੇ ਆ। ਵੀਰ ਜੀ ਗੱਲ ਤੇ ਇਹ ਹੈ ਨਾ ਵੀ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਹੀ ਨਹੀਂ ਕਰਨੀ, ਜੋ ਮੂੰਹ ਚੋਂ ਆਇਆ ਬੋਲੀ ਜਾਣਾ, ਫਿਰ ਉਹਨੂੰ ਤਾਂ ਤੁਸੀਂ ਜੋ ਮਰਜ਼ੀ ਕਹਿ ਲਓ ਹੈ ਨਾ। ਦੇਖਿਓ ਆਉਣ ਵਾਲੇ ਸਮੇਂ 'ਚ ਕਿਸੇ ਨੇ ਅੰਮ੍ਰਿਤ ਪਾਨ ਨਹੀਂ ਕਰਨਾ। ਕਿਉਂ ਮਹਾਰਾਜ ਅੱਜ ਅਸੀਂ ਇੰਨੀਆਂ ਕਿ ਵੰਡੀਆਂ ਪਾ ਲਈਆਂ, ਇੰਨਾ ਕਿ ਤੋੜ ਕੇ ਸੁੱਟੀ ਜਾਂਦੀਆਂ ਕਿ ਹੱਦੋਂ ਵੱਧ ਕੇ। ਜੀ 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 ਜੀ, ਵਾਹਿਗੁਰੂ ਭਲੀ ਕਰਨਗੇ ਜੀ। ਤੇ ਵੀਰ ਜੀ ਮੈਂ ਜ਼ਰੂਰ ਹੁਣ ਥੋੜ੍ਹਾ ਜਿਹਾ ਖਿਮਾ ਦਾ ਜਾਚਕ, ਮੈਂ ਜ਼ਰੂਰ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਨਾ ਜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬਹੁਤ ਬਹੁਤ ਸਵਾਗਤ ਆ ਬਾਬਾ ਜੀ, ਕੀ ਹਾਲ ਚਾਲ ਹੈ ਜੀ? ਬਸ ਚੜ੍ਹਦੀ ਕਲਾ ਜੀ। ਸਿਹਤਾਂ ਕਿੱਦਾਂ ਜੀ? ਠੀਕ ਆ? ਹਾਂਜੀ ਚੜ੍ਹਦੀ ਕਲਾ ਜੀ। ਜੀ ਬਾਬਾ ਜੀ। ਅੱਛਾ ਜੀ, ਇਹਦੀ ਆਪਾਂ ਗੱਲ ਕਰਦੇ ਸੀਗੇ। ਇਹ ਭਰਮ ਗਿਆਨੀ ਹੈ ਜੀ, ਬਹੁਤ ਜਿਹੜੇ ਨਿੰਦਕ ਲਾਣਾ ਨਾ ਉਹਨਾਂ ਦਾ ਭਰਮ ਗਿਆਨੀ ਹੈ। ਅਸਲੀ ਭਰਮ ਗਿਆਨੀ ਇਹ ਆ ਜੀ, ਜਿਹੜਾ ਕਾਲੇ ਮੂੰਹ ਵਾਲਾ ਅਫਗਾਨਾ ਜੀ। ਇਹ ਸਾਰਿਆਂ ਦਾ ਮੁੱਢ ਹੈ, ਜਿਹੜਾ ਇੱਕ ਨੇਕੀ ਦੇ ਰੇਡੀਓ ਤੇ ਕਥਾ ਵੀ ਕਰਦਾ ਨਾ ਬੰਦਾ। ਜੀ 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 ਜੀ, ਇਹ ਹਾਂਜੀ ਹਾਂਜੀ, ਉਹ ਜਿਹੜਾ ਉਹ ਵੀ ਕੈਨੇਡਾ ਤੋਂ ਹੀ ਆ। ਹਾਂਜੀ ਹਾਂਜੀ, ਕੈਨੇਡਾ ਤੋਂ ਹੀ ਆ ਜੀ ਜੀ ਜੀ। ਤੇ ਇਹ ਝੂਠ ਨੂੰ ਇੰਨਾ ਨਹੀਂ ਪਤਾ ਵੀ ਚਲੋ ਇਹ ਸ਼ਾਇਦ ਸਰੋਤਿਆਂ ਨੂੰ ਪਤਾ ਹੋਵੇ, ਸ਼ਾਇਦ ਵਿੱਚੋਂ ਕਈਆਂ ਨੂੰ ਜਾਂ ਨਾ ਪਤਾ ਹੋਵੇ, ਮੈਨੂੰ ਇਹਦੇ ਬਾਰੇ ਪਤਾ ਨਹੀਂ, ਪਰ ਕੁਝ ਚੰਦ ਬੰਦਿਆਂ ਨੂੰ ਪਤਾ ਕਿ ਕਾਲੇ ਅਫਗਾਨੇ ਦੇ ਉੱਤੇ ਵੀ ਐਲੀਗੇਸ਼ਨ ਲੱਗਾ ਸੀਗਾ। ਇਹ ਚਾਰਜ ਹੋਇਆ ਸੀਗਾ 1992 ਵਿੱਚ। ਕਿੱਦਾਂ ਜੀ? 24 ਫਰਵਰੀ 1992 ਵਿੱਚ BC ਆਪਣੇ ਵੈਨਕੂਵਰ ਦੀ ਕੋਰਟ ਵਿੱਚ ਹੈ ਨਾ, ਬ੍ਰਿਟਿਸ਼ ਕੋਲੰਬੀਆ। ਜੀ ਜੀ ਜੀ। ਇਹਦੇ ਉੱਤੇ ਸੈਕਸ ਅਸਾਲਟ ਲੱਗਾ ਸੀਗਾ ਜਿਹਦੇ। ਹਾਂਜੀ ਹਾਂਜੀ, ਉਹ ਪਹਿਲਾਂ ਬਾਬਾ ਹਾਂਜੀ ਗਿਆਨੀ ਜੀ ਵੀ ਦੱਸ ਕੇ ਗਏ ਨੇ ਵੀ ਇਹਨੂੰ 5000 ਦੇ ਕਰੀਬਨ ਮੇਰੇ ਖਿਆਲ ਨਾਲ ਜੁਰਮਾਨਾ ਹੋਇਆ ਸੀ ਨਾ। ਹਾਂਜੀ, ਬੀਬੀ ਦਾ ਨਾਮ ਸੀਗਾ ਤਰਨਜੀਤ ਕੌਰ ਹੈ ਨਾ, ਤੇ ਉਹਦੇ ਨਾਲ ਇਹਨੇ ਮਤਲਬ ਕੋਈ ਛੇੜਖਾਨੀ ਕੀਤੀ ਸੀ। ਇਹਨੂੰ ਉੱਥੇ ਸੁਪਰੀਮ ਕੋਰਟ ਵਿੱਚ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ ਜੀ ਇਸ ਬੰਦੇ ਨੂੰ। ਜੀ ਜੀ, ਦੇਖੋ ਇਹਨਾਂ ਦਾ ਪਹਿਲੇ ਨੰਬਰ ਤੇ ਜੀਵਨ ਦੇਖੋ ਨਾ, ਇਹਨਾਂ ਦਾ ਵੀ ਜੀਵਨ ਕਿੱਦਾਂ ਦਾ। ਇਹਦਾ ਜੀਵਨ ਦੇਖੋ, ਜਿੱਦਾਂ ਆਪਾਂ ਗੱਲ ਕਰਦੇ ਹਾਂ ਨਾ ਕਿ ਜੇ ਕਿਸੇ ਨੇ ਕੋਈ ਬੁੱਕ ਲਿਖਣੀ ਹੁੰਦੀ ਜਾਂ ਕਿਸੇ ਦੀ ਕੋਈ ਕੁਆਲੀਫਿਕੇਸ਼ਨ ਹੋਵੇ ਨਾ ਕਿਸੇ ਬੰਦੇ ਦੀ ਜੀ, ਤੇ ਤੁਸੀਂ ਕਿਸੇ ਡਾਕਟਰ ਨੂੰ ਮਤਲਬ ਭਾਵੇਂ ਉਹ ਪ੍ਰੈਕਟਿਸ ਕਰ ਰਿਹਾ ਜਾਂ ਨਹੀਂ ਕਰ ਰਿਹਾ, ਜਿਹੜਾ ਪੜ੍ਹਿਆ ਲਿਖਿਆ ਨਾ ਉਸ ਲੈਵਲ ਦਾ ਬੰਦਾ, ਜਿਹੜਾ ਡਾਕਟਰਾਂ ਦੇ ਹਿਸਾਬ ਦਾ, ਬਿਲਕੁਲ ਜੀ, ਕੋਈ ਮਾੜੀ ਮੋਟੀ ਗੱਲ ਪੁੱਛੋ ਤਾਂ ਤੁਹਾਨੂੰ ਫੱਟ ਜਵਾਬ ਦੇ ਦੂਗਾ। ਬਿਲਕੁਲ ਬਿਲਕੁਲ ਜੀ। ਤੇ ਹੁਣ ਜਿਹੜਾ ਸ਼ਖਸ ਇੰਨੀਆਂ ਕਿਤਾਬਾਂ ਲਿਖ ਰਿਹਾ, ਜਿਹਨੂੰ ਕੀਰਤਨ ਸੋਲੇ ਦੇ ਵਿੱਚੋਂ ਮਤਲਬ ਬਾਣੀ ਵਿੱਚੋਂ ਦੀ ਪੰਕਤੀਆਂ ਆਉਂਦੀਆਂ ਜਾਂ ਮਤਲਬ ਉਹਦੇ ਵਿੱਚੋਂ ਪ੍ਰਮਾਣ ਨਹੀਂ ਦੇ ਸਕਦਾ ਬੰਦਾ ਜੀ ਜੀ ਜੀ, ਤੁਸੀਂ ਉਹਦੀ ਵਿਦਵਤਾ ਲਾ ਲਓ ਵੀ ਉਹ ਕਿਤਾਬਾਂ, ਕਿਉਂਕਿ ਇਹ ਸਿਰਫ ਪਪਟ ਸੀਗਾ, ਇਹਦਾ ਨਾਮ ਵਰਤਿਆ ਗਿਆ। ਕਿਤਾਬਾਂ ਲਿਖਣ ਵਾਲੀ ਉਹ ਸਰਕਾਰੀ ਸੀਗੇ, ਜਿਹੜੇ ਮਤਲਬ ਜਿਹੜਾ ਪੰਥ ਵਿਰੋਧੀ ਤਾਕਤਾਂ ਉਹਨਾਂ ਨੇ ਲਿਖੀਆਂ ਸੀਗੀਆਂ, ਨਾਮ ਇਹਦਾ ਵਰਤਿਆ ਗਿਆ, ਜਿੱਦਾਂ ਘੱਗਾ ਕਰ ਰਿਹਾ ਨਾ। ਦੇਖੋ ਜੀ ਬਾਬਾ ਜੀ, ਮੈਂ ਇੱਥੇ ਨਾ ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜੇ ਕਿਸੇ ਨੂੰ ਲੱਗੇ ਨਾ ਵੀ ਕੋਈ ਗੱਲ ਅਸੀਂ ਆਪਣੇ ਕੋਲੋਂ ਕਰ ਰਹੇ, ਇੱਕ ਕਿਤਾਬ ਲਵੋ, ਇੱਕ ਬੁੱਕ ਲੈ ਲਓ,
ਉਹਦੇ ਉੱਤੇ ਕੇਵਲ ਵਾਹਿਗੁਰੂ ਵਾਹਿਗੁਰੂ ਜਾਂ ਜੋ ਵੀ ਤੁਹਾਡਾ ਦਿਲ ਕਰੇ ਉਹ ਇੱਕੋ ਗੱਲ ਲਿਖਣੀ ਸ਼ੁਰੂ ਕਰ ਦਿਓ, ਕੋਈ ਘੋਖ ਵੀ ਨਾ ਕਰੋ, ਤੇ ਬੰਦੇ ਨੂੰ ਏਡੀ ਏਡੀਆਂ ਕਿਤਾਬਾਂ ਲਿਖਣ ਨੂੰ ਸਾਲ ਨਿਕਲ ਜਾਂਦਾ। ਮੈਂ ਨਾ ਇਹਦਾ ਜਿਹੜਾ ਮੈਂ ਤੁਹਾਨੂੰ ਗੱਲ ਕਹੀ ਆ 24 ਫਰਵਰੀ 1992 ਦਾ ਡਿਸੀਜਨ ਜਿਹੜਾ ਕੋਰਟ ਦਾ, ਸੁਪਰੀਮ ਕੋਰਟ ਦਾ, ਮੇਰੇ ਕੋਲ ਸਾਹਮਣੇ ਪਿਆ ਖੁੱਲਿਆ। ਜੀ ਜੀ ਜੀ। ਮੈਂ ਤਾਂ ਨਹੀਂ ਪਾ ਸਕਦਾ ਉੱਪਰ ਕਿ ਉਹ ਉੱਤੇ ਕਮੈਂਟ ਵਿੱਚ ਆਪਸ਼ਨ ਵੀ ਆਉਂਦੀ ਲਾਈਵ ਦੇ ਵਿੱਚ। ਹਾਂਜੀ ਹਾਂਜੀ, ਉਹ ਬਾਅਦ ਚ ਪਾ ਸਕਦੇ, ਆਪਾਂ ਲਾਈਵ ਚ ਨਹੀਂ ਪਾ ਸਕਦੇ। ਆਪਾਂ ਉਹਦੇ ਪਾ ਵੀ ਦੇਵਾਂਗੇ, ਉਹ ਸਾਹਮਣੇ ਪਿਆ ਆ, ਇਹ ਪਤਾ ਵੀ ਕਰ ਸਕਦੇ ਆ। ਇਹਦਾ ਜਿਹੜਾ ਨੰਬਰ ਹੈਗਾ, ਇਹਦਾ ਨੰਬਰ ਵੀ ਲਿਖਿਆ ਆ ਜੀ, ਨੰਬਰ ਹੈਗਾ ਇਹਦਾ 89/1983 ਜਿਹੜੀ ਰਜਿਸਟਰੀ ਹੈ ਇਹਦੀ। ਜੀ ਜੀ ਜੀ, ਇਹ ਸੰਗਤਾਂ ਨੂੰ ਮੇਰੀ ਬੇਨਤੀ ਆ ਵੀ ਇਹ ਜ਼ਰੂਰ ਤੁਸੀਂ ਜਿਹੜਾ ਹੈਗਾ ਉਹ ਕੱਢ ਕੇ ਆਪ ਵੀ ਪੜ੍ਹ ਸਕਦੇ ਹੋ। ਬਾਕੀ ਅਸੀਂ ਵੀ ਜਿਹੜਾ ਹੈਗਾ ਪ੍ਰੋਗਰਾਮ ਤੋਂ ਬਾਅਦ ਕਮੈਂਟਾਂ 'ਚ ਪਾਵਾਂਗੇ, ਹਾਂਜੀ, ਤੇ ਇਹਨਾਂ ਨੂੰ ਜ਼ਰੂਰ ਦੇਖ ਲਿਆ ਜਾਵੇ। ਹਾਂਜੀ, ਜਿਹੜਾ ਸ਼ਖਸ ਦੇਖੋ ਪਹਿਲਾਂ ਇਹ ਸ਼ਖਸ ਕਹਿੰਦੇ ਵੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਪਹਿਲਾਂ ਕਹਿੰਦਾ ਸੀ ਮੈਂ ਬਾਣੀ ਮੰਨਦਾ, ਦਸਮ ਬਾਣੀ ਦੇ ਬਾਰੇ ਕੋਈ ਇਹਨੇ ਕਿਰਤ ਪ੍ਰੰਤੂ ਨਹੀਂ ਕੀਤਾ ਸੀਗਾ। ਜੀ ਜੀ ਬਿਲਕੁਲ, ਇਹਦੇ ਬੋਲ ਆ ਬਾਬਾ ਜੀ, ਕਹਿੰਦਾ ਵੀ ਜਿਹੜਾ ਦਸਮ ਬਾਣੀ ਨੂੰ ਨਹੀਂ ਮੰਨਦਾ ਉਹ ਸਿੱਖ ਹੀ ਨਹੀਂ ਆ। ਹਾਂਜੀ, ਇਹ ਨਾ ਸੰਤਾਂ ਦੀ ਐਕਸਪੀਰੀਅੰਸ ਹੋਈ ਸੀਗੀ ਵਿੱਚ, ਕਹਿੰਦੇ ਕਈ ਪੁਲਿਸ ਵਾਲੇ ਵੀ ਆਏ ਆ ਉੱਤੋਂ ਦੀ ਸ੍ਰੀ ਸਾਹਿਬ ਪਾ ਕੇ ਨਾ, ਜੀ ਜੀ, ਦਾ ਇਸ਼ਾਰਾ ਇਹਦੇ ਹੱਲ ਸੀਗਾ। ਹਾਂਜੀ ਜੀ ਬਿਲਕੁਲ ਬਿਲਕੁਲ ਜੀ। ਹਾਂਜੀ, ਤੇ ਇਹ ਟਾਊਟ ਉੱਥੇ ਟੋਟੀ ਮਾਰਦਾ ਸੀਗਾ, ਤੇ ਉਸ ਤੋਂ ਬਾਅਦ ਚ ਜਦੋਂ ਦੇਖ ਲਓ ਹੁਣ ਮਤਲਬ ਇਹ ਭਰਿਆ ਆ 2 ਸਾਲ ਹੋਏ ਭਰੇ ਜੀ। ਇਹ ਬ੍ਰੈਂਟਨ ਚ ਇਹਦਾ ਜਿਹੜਾ ਇਹਦਾ ਜਦੋਂ ਭਰਿਆ ਨਾ ਉਸ ਤੋਂ ਬਾਅਦ ਇਹਦਾ ਭੋਗ ਪਾਠ ਰਖਾਇਆ ਇਹਨਾਂ ਨੇ ਘਰਦਿਆਂ ਨੇ। ਦੇਖੋ ਗੱਲ ਇਹ ਆ ਵੀ ਸਾਰੀ ਜ਼ਿੰਦਗੀ ਇਹ ਸ਼ਖਸ ਪ੍ਰਚਾਰ ਕਰਦਾ ਰਿਹਾ ਅਖੰਡ ਪਾਠ ਸਾਹਿਬ ਦਾ, ਅਰਦਾਸ ਦਾ, ਹਰ ਇੱਕ ਚੀਜ਼ ਦਾ ਵਿਰੋਧ ਕਰਦਾ ਰਿਹਾ। ਠੀਕ ਹੈ ਨਾ, ਇਹੀ ਆਪਾਂ ਮੰਨਦੇ ਆ ਨਾ। ਇਹਦੀ ਕਿਤਾਬਾਂ ਬਿਲਕੁਲ ਵਾਲੀ ਕਿਤਾਬ ਜਿਹੜੀ ਜਿੱਥੋਂ ਮਰਜ਼ੀ ਇਹਨੂੰ ਪੜ੍ਹਨਾ ਸ਼ੁਰੂ ਕਰ ਦਿਓ, ਇਹਨੇ ਹਰ ਜਗ੍ਹਾ ਤੇ ਵਿਰੋਧ ਕੀਤਾ। ਹਾਂਜੀ, ਜਿੰਨੇ ਇਹਦੇ ਚਿੱਲੇ ਬਲ ਕੇ ਉਹ ਮੰਨਦੇ ਵੀ ਜੋ ਕਾਲਾ ਬਗਾਨਾ ਕਹਿ ਕੇ ਗਿਆ ਉਹ ਸਹੀ ਕਹਿ ਕੇ ਆ, ਇਹੀ ਮੰਨਦੇ ਨਾ ਸਾਰੇ। ਬਿਲਕੁਲ ਜੀ ਬਿਲਕੁਲ। ਅਖੰਡ ਪਾਠਾਂ ਦਾ ਵੀ ਵਿਰੋਧੀ ਹੈ ਜੀ, ਪੁਜਾਰੀ ਹੈ ਜੀ, ਅਰਦਾਸ ਨਹੀਂ ਕਰਨੀ ਚਾਹੀਦੀ, ਆਹ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ, ਪੰਜਾਂ ਬਾਣੀਆਂ ਦਾ ਵਿਰੋਧੀ, ਖੰਡੇ ਬਾਟੇ ਦੀ ਪੌਲ ਦਾ ਵਿਰੋਧੀ, ਹਰ ਇੱਕ ਚੀਜ਼ ਦਾ ਵਿਰੋਧੀ ਆ। ਜੀ ਬਿਲਕੁਲ। ਉਹ ਸ਼ਖਸ ਅਖੀਰਲੇ ਟਾਈਮ ਤੇ ਜਦੋਂ ਮਤਲਬ ਕੋਈ ਬੰਦਾ ਇੰਨੀ ਦ੍ਰਿੜਤਾ ਦੇ ਨਾਲ ਵਿਰੋਧ ਕਰਦਾ ਹੋਵੇ ਕਿਸੇ ਗੱਲ ਦਾ, ਤੇ ਐਂਡ ਤੇ ਤਾਂ ਅਖੀਰ ਤੇ ਇਹੀ ਕਹੂਗਾ ਨਾ ਵੀ ਮਤਲਬ ਜਿੱਦਾਂ ਕਈਆਂ ਨਾਲ ਆਪਣੀ ਲੜਾਈ ਹੁੰਦੀ, ਆਪਾਂ ਕਹਿੰਦੇ ਨਾ ਵੀ ਤੂੰ ਮਤਲਬ ਜੇ ਫਿਰ ਦੁਸ਼ਮਣੀ ਆ ਫਿਰ ਹੱਥ ਨਾ ਲਾਈ ਮੈਨੂੰ। ਠੀਕ ਆ ਨਾ, ਜਦੋਂ ਬੰਦਾ ਕਹਿੰਦਾ ਮੇਰਾ ਮਰੇ ਦਾ ਮੂੰਹ ਨਾ ਦੇਖੀ। ਬਿਲਕੁਲ ਬਿਲਕੁਲ। ਨਾਲੇ ਇੱਕ ਐਗਜ਼ਾਮਪਲ ਦੇ ਤੌਰ ਤੇ ਉਹ ਦੇ ਕੇ ਜਾਂਦਾ ਵੀ ਮੈਂ ਹੁਣ ਮਰਨ ਲੱਗਾ ਆ, ਮੈਂ ਆਹ ਐਗਜ਼ਾਮਪਲ ਦੇ ਕੇ ਚੱਲਿਆ, ਦੇਖੋ ਮੈਂ ਚੱਲਿਆ, ਮੈਨੂੰ ਕੁਝ ਨਹੀਂ ਹੋਇਆ, ਤਾਂ ਤੁਸੀਂ ਵੀ ਏਦਾਂ ਹੀ ਮਗਰ ਆਇਓ। ਹਾਂਜੀ, ਅੱਛਾ, ਇਹਦੇ ਘਰਦਿਆਂ ਨੇ ਪਾਠ ਰਖਾਇਆ ਇਹਦਾ ਜੀ। ਗੁਰਦੁਆਰਾ ਸਾਹਿਬ ਹੈਗਾ ਨਾਨਕਸਰ ਗੋਰ ਰੋਡ ਬ੍ਰੈਂਪਟਨ ਦੇ ਵਿੱਚ ਜੀ, ਜਿਹੜਾ ਗੋਰ ਰੋਡ ਦੇ ਉੱਤੇ ਨਾਨਕਸਰ ਵੀ 2 ਆ, ਤੇ ਇੱਕ ਹੈਗਾ ਗੋਰ ਰੋਡ ਦੇ ਉੱਤੇ ਕੈਸਲ ਮੋੜ ਤੇ ਆਪਣੇ ਗੋਰ ਰੋਡ ਦੇ ਕਾਰਨਰ ਤੇ ਇਹ ਗੁਰਦੁਆਰਾ ਸਾਹਿਬ ਆ ਰਿਹਾ, ਸੌਰੀ ਬ੍ਰੈਂਪਟਨ ਦੇ ਵਿੱਚ। ਜੀ ਜੀ। ਅੱਛਾ, ਪਾਠ ਰਖਾਉਂਦੇ ਆ ਤੇ ਉਹ ਨਾਲ ਲਿਖਾਇਆ ਗੁਰਬਖਸ਼ ਸਿੰਘ ਜੰਜੂਆ। ਅੱਛਾ ਜੀ। ਕਿਤਾਬਾਂ ਦੇ ਵਿੱਚ ਸਾਰੇ ਪਾਸੇ ਇਹਦਾ ਨਾਮ ਵੱਜਦਾ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਜੀ ਜੀ ਜੀ, ਇਹਦੇ ਨਾਲ ਆਪਾਂ ਸਿੰਘ ਨਾ ਬਾਬਾ ਜੀ ਲਾਈਏ, ਹਨਾ? ਨਹੀਂ, ਸਿੰਘ ਨਹੀਂ, ਮਤਲਬ ਮੈਂ ਗੱਲ ਕਰਦਾ ਵੀ ਜੋ ਇਹਨਾਂ ਨੇ ਲਿਖਾਇਆ। ਜੀ ਜੀ, ਠੀਕ ਹੈ ਠੀਕ ਹੈ। ਤੇ ਗੰਗੂ ਮੱਸੇ ਦੀ ਸੰਬੰਧੀ ਲੋਕ ਜੀ 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 ਜੀ, ਬਿਲਕੁਲ ਬਿਲਕੁਲ ਜੀ। ਅੱਛਾ ਜੀ, ਉੱਥੇ ਪਾਠ ਰਖਾਉਂਦਾ ਗੁਰਬਖਸ਼ ਸਿੰਘ ਬਣਾਓ, ਉਹਨਾਂ ਨੂੰ ਕੀ ਪਤਾ ਕੌਣ ਆ, ਗੁਰਦੁਆਰੇ ਨੇ ਪਾਠ ਰੱਖਿਆ, ਅਗਲੇ ਨੇ ਪਾਠ ਸ਼ੁਰੂ ਕਰ ਲਿਆ। ਠੀਕ ਠੀਕ ਠੀਕ। 2 ਦਿਨ ਤਾਂ ਕੋਈ ਨਹੀਂ ਬੋਲੇ ਪਰਿਵਾਰ ਵਾਲੇ। ਤੀਜੇ ਦਿਨ ਕਹਿੰਦੇ ਵੀ ਜਦੋਂ ਅਰਦਾਸ ਕਰਦੀ ਹੈ ਨਾ ਆਪਾਂ, ਜਦੋਂ ਮਤਲਬ ਵੀ ਸ਼ਾਮ ਨੂੰ ਕਹਿੰਦੇ ਦੂਏ ਦਿਨ ਵੀ ਕੱਲ ਨੂੰ ਜਦੋਂ ਅਰਦਾਸ ਕਰਦੀ ਤੇ ਅਰਦਾਸ ਦੂਜੀ ਕਰਨੀ ਆ ਕੋਈ ਇਹ ਨਾਲ ਜਿਹੜੀ ਹੋਊਗੀ ਜੀ। ਉਹ ਕਮੇਟੀ ਵਾਲੇ ਕਹਿੰਦੇ ਵੀ ਤੁਸੀਂ ਕੀ ਮਤਲਬ ਕੀ ਤੁਹਾਡਾ, ਕਹਿੰਦੇ ਵੀ ਸਾਡਾ ਤੁਹਾਨੂੰ ਪਤਾ ਕੌਣ ਆ, ਕਹਿੰਦੇ ਵੀ ਤੁਸੀਂ ਨਹੀਂ ਪਤਾ ਨਹੀਂ, ਕਹਿੰਦੇ ਕੌਣ ਆ, ਕਹਿੰਦੇ ਫਲਾਣਾ ਆ। ਉਹ ਮਾਰ ਬੱਚੇ ਦੇ ਹੱਥ ਜੀ ਜੀ, ਕਿਉਂਕਿ ਜਦੋਂ ਉਹਨਾਂ ਨੇ ਕਾਲਾ ਫਗਾਨਾ ਕਿਹਾ ਤਾਂ ਉਹ ਕਹਿਣ ਵੀ ਲੱਖ ਲਾਂਤ ਵੀ ਕਿੱਥੋਂ ਰੱਖ ਕਿੱਥੋਂ ਲਿਆ ਪਾਠ ਇਹਦਾ। ਜੀ ਬਿਲਕੁਲ ਬਿਲਕੁਲ ਜੀ। ਉਹ ਕਮੇਟੀ ਵਾਲੇ ਕਹਿੰਦੇ ਵੀ ਦੇਖੋ ਜੇ ਕਿਸੇ ਨੇ ਕਨਫਰਮ ਕਰਨਾ ਤਾਂ ਕਨਫਰਮ ਕਰ ਸਕਦੇ। ਇਹ ਗੱਲ ਮੈਂ ਅੱਗੇ ਪੋਸਟ ਵੀ ਇੱਕ ਲਿਖੀ ਸੀ ਜੀ। ਪਰ ਮਤਲਬ ਕਹਿੰਦਾ ਵੀ ਇਹ ਉਹ ਗੁਰਦੁਆਰੇ ਵਾਲੇ ਕਹਿੰਦੇ ਵੀ ਹੁਣ ਦੇਖੋ ਇੱਥੇ ਤਾਂ ਕੰਮ ਜਿੱਦਾਂ ਮਰਿਆਦਾ ਦੇ ਹਿਸਾਬ ਨਾਲ ਚੱਲਦਾ ਉਦਾਂ ਹੀ ਚੱਲਣਾ। ਜੀ ਜੀ ਜੀ। ਜਾਂ ਤੇ ਜੇ ਤੁਸੀਂ ਹਾਂ ਕੰਮ ਕਰਨਾ ਸੀ ਤਾਂ ਸਾਨੂੰ ਪਹਿਲੇ ਦਿਨ ਦੱਸ ਦੇ ਜਿੱਦਣ ਤੁਸੀਂ ਪਾਠ ਰਖਾਉਣਾ ਸੀਗਾ। ਜੀ ਜੀ ਜੀ। ਇੰਨਾ ਸ਼ੁਕਰ ਕਰੋ ਅੱਜ ਹੁਣ ਇਹਦਾ ਹੋ ਗਿਆ, ਨਹੀਂ ਤੁਸੀਂ ਇਹਦਾ ਨਾਂ ਪੂਰਾ ਲੈਂਦੇ ਤਾਂ ਇਹਦਾ ਕਿਸੇ ਨੇ ਪਾਠ ਵੀ ਨਹੀਂ ਕਰਨ ਦੇਣਾ ਹੈ। ਬਿਲਕੁਲ ਬਿਲਕੁਲ ਜੀ, ਕਿਉਂਕਿ ਉਹ ਸਿਧਾਂਤ ਦੇ ਉੱਤੇ ਅਸੀਂ ਹੁਣ ਪਾਠ ਆਰੰਭ ਕਰ ਲਿਆ, ਤੁਹਾਨੂੰ ਵਿੱਚ ਛੱਡ ਨਹੀਂ ਸਕਦੇ ਉਹ। ਹਾਂਜੀ, ਹੁਣ ਅਸੀਂ ਉਹ ਕਰ ਨਹੀਂ ਸਕਦੇ, ਪਾਠ ਵਿੱਚੋਂ ਕੈਂਸਲ ਨਹੀਂ ਸਾਰਾ ਕੁਝ ਕਰ ਸਕਦੇ। ਤੁਹਾਡੀ ਤੇ ਸਾਡੀ ਤੇ ਤੁਹਾਡੀ ਭਲਾਈ ਇਸੇ ਵਿੱਚ ਆ ਵੀ ਚੁੱਪ ਕਰਕੇ ਹੁਣ ਜਿੱਦਾਂ ਹੋਣ ਡਿਆ ਕੰਮ ਖੋਲਣ। ਜੇ ਲੋਕਾਂ ਨੂੰ ਪਤਾ ਲੱਗਿਆ, ਲੋਕਾਂ ਨੇ ਤੁਹਾਡੇ ਵੀ ਛਿੱਤਰ ਫੇਰਨੇ, ਸਾਡੇ ਵੀ ਫੇਰਨੇ। ਜੀ 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 ਜੀ।
ਅੱਛਾ, ਇਹਨਾਂ ਨੇ ਅਖੀਰ ਚ ਫਿਰ ਉਹ ਪੂਰੀ ਅਰਦਾਸ ਜਿਹੜੀ ਆਪਣੀ ਹੈਗੀ ਆ ਪੰਥ ਪ੍ਰਵਾਨ ਤੇ, ਜਾਨੀ ਕਿ ਜੋ ਅਰਦਾਸ ਅਸਲੀ ਹੈਗੀ ਆ ਉਹ ਇਹਨਾਂ ਨੇ ਜੋ 10ਵੇਂ ਪਾਤਸ਼ਾਹ ਦੀ ਲਿਖੀ ਆ ਉਹ ਇਹਨਾਂ ਨੇ ਉੱਥੇ ਪੜ੍ਹੀ ਇਹਦੇ ਪਾਠ। ਜੀ ਜੀ ਦੇਖੋ ਸੂਰਬੀਰ ਬਚਨ ਕੇ ਬਲੀ ਹਨਾ, ਉਸ ਦਿਨ ਆਪਣਾ ਸੀਗਾ ਨਾ ਆਪਣੇ ਭਾਈ ਸੁਰਜੀਤ ਸਿੰਘ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਸੀਗੀ ਵੀ ਜਿਸ ਵੇਲੇ ਰੰਗਾ ਵੀ ਆਇਆ ਨਾ ਅਖੀਰ ਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਰਸ਼ਨ ਜੀ 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 ਬਿਲਕੁਲ ਹਾਂਜੀ ਉਹਨੂੰ ਮਹਾਰਾਜ ਦਰਸ਼ਨ ਦਿਦਾਰੇ ਨਹੀਂ ਹੋ ਸਕੇ ਸੀ। ਮਤਲਬ ਤੁਲਨਾ ਨਹੀਂ ਮੈਂ ਕਰਦਾ, ਮੈਂ ਸਿਰਫ ਗੱਲ ਕਰਦਾ ਵੀ ਜਿਹੜਾ ਬੰਦਾ ਆਪ ਖੁਦ ਡੈਡੀਕੇਟ ਹੋ ਕੇ ਮਤਲਬ ਭਾਵੇਂ ਲਾਹੜੀਆਂ ਵਿੱਚ ਹੀ ਡੈਡੀਕੇਟ ਹੋ ਕੇ ਵਿਰੋਧ ਕਰਦਾ ਰਿਹਾ ਗੁਰੂ ਘਰ ਦਾ ਹੀ ਜਾਂ ਰੀਤੀ ਰਿਵਾਜਾਂ ਦਾ, ਅਰਦਾਸਾਂ ਦਾ, ਬਾਣੀਆਂ ਦਾ, ਹਰ ਇੱਕ ਚੀਜ਼ ਦਾ ਜੀ 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 ਐਂਡ ਤੇ ਅਖੀਰ ਤੇ ਆ ਕੇ ਉਹਦਾ ਪਰਿਵਾਰ ਫੇਰ ਉਸੇ ਗੁਰੂ ਘਰ ਚ ਆ ਕੇ ਅਰਦਾਸ ਕਰਾ ਰਿਹਾ ਜੀ। ਬਿਲਕੁਲ 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 ਸ਼ਾਂਤੀ ਬਖਸ਼। ਮਤਲਬ ਵੀ ਇਹਦਾ ਮਤਲਬ ਇਹ ਆ ਵੀ ਜੋ ਇਹ ਲੋਕ ਕਰਦੇ ਰਹੇ ਜਾਂ ਇਹ ਸੁਣਦੇ ਰਹੇ ਜਾਂ ਜਿੱਦਾਂ ਵੀ ਸੀਗਾ, ਇਹਨਾਂ ਦੇ ਪਰਿਵਾਰ ਨੇ ਵੀ ਉਹ ਗੱਲ ਜਿਹੜੀ ਕਿ ਨਹੀਂ ਸੁਣੀ ਮੰਨੀ ਇਹਨਾਂ ਦੀ। ਦੇਖੋ ਬਾਬਾ ਗੱਲ ਇੱਕ ਹੁੰਦੀ ਆ ਵੀ ਕਈ ਵਾਰੀ ਬੰਦਾ ਨਾ ਕਿਸੇ ਗਲਤ ਅਣਜਾਣਪੁਣੇ ਦੇ ਵਿੱਚ ਕੋਈ ਗਲਤੀ ਕਰਦਾ ਪਰ ਉਹਦੀ ਭਾਵਨਾ ਸੱਚੀ ਹੁੰਦੀ ਆ। ਫਿਰ ਉਹ ਇਹ ਗੱਲ ਕਹਿੰਦਾ ਵੀ ਗੁਰੂ ਸਾਹਿਬ ਦਾ ਮੈਨੂੰ ਹੁਕਮ ਆ, ਗੁਰੂ ਦਾ ਸਿੱਖ ਉਹ ਜੋ ਗੁਰੂ ਵਾਂਗੂ ਚੱਲੇ। ਸੋ ਉਹ ਕਹਿੰਦਾ ਮੈਂ ਆਪਣੇ ਬਚਨਾਂ ਦੇ ਉੱਤੇ ਪਹਿਰਾ ਦੇਣਾ, ਉਹ ਅਖੀਰਲੇ ਟਾਈਮ ਤੱਕ ਜਿਹੜਾ ਉਹ ਪਹਿਰਾ ਦਿੰਦਾ। ਪਰ ਇਹ ਨਿੰਦਕ ਜਿੰਨੇ ਵੀ ਇਹਨਾਂ ਦੀ ਜਾਨ ਵੀ ਉਦੋਂ ਨਿਕਲੀ ਜਦੋਂ ਇਹਨਾਂ ਨੇ ਫਿਰ ਜਾ ਕੇ ਫਿਰ ਅਰਦਾਸ ਸੋਧੀ ਹੈ ਨਾ, ਉਦੋਂ ਪਹਿਲਾਂ ਇਹਨਾਂ ਦੀ ਕਿਸੇ ਦੀ ਜਾਨ ਵੀ ਨਹੀਂ ਨਿਕਲੀ ਆ। ਬਿਲਕੁਲ ਸਹੀ ਗੱਲ ਹੈ। ਸੋ ਇਹ ਜਿਹੜਾ ਆਪਣੇ ਇਹਨਾਂ ਦੀ ਗੱਲਬਾਤ ਹੈਗੀ ਆ। ਦੇਖੋ ਇੱਕ ਪਾਸਿਓਂ ਇਹ ਕਿਵੇਂ ਕੀਤਾ ਗਿਆ, ਮੈਂ ਤੇ ਥੋੜ੍ਹਾ ਜਿਹਾ ਸੰਗਤਾਂ ਨਾਲ ਹੋਰ ਵੀ ਇੱਕ ਗੱਲ ਆਪਾਂ ਦੂਸਰੇ ਪਾਸਿਓਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਆਪਣੇ ਸੰਤਾਂ ਦੀ ਸ਼ਹਾਦਤ ਹੋ ਜਾਂਦੀ ਹੈ ਉਦੋਂ ਬਾਅਦ ਵਿੱਚ ਆਪਣੀ ਖਾੜਕੂ ਲਹਿਰ ਜਿਹੜੀ ਆ ਉਹ ਸਰਮੋਰ ਹੋ ਕੇ ਨਿਕਲਦੀ ਆ। ਉਹਨਾਂ ਨੂੰ ਬੜਾ ਪਿਆਰ ਮਿਲਦਾ ਸਿੱਖ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ, ਜੋ ਇੱਕ ਸੁਭਾਵਿਕ ਵੀ ਆ ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਗਿਣਤੀ ਜ਼ਿਆਦਾ ਆ, ਉਹਨੂੰ ਪਿਆਰ ਮਿਲਣਾ ਵੀ ਸੀ। ਉਸ ਲਹਿਰ ਨੂੰ ਬਦਨਾਮ ਕਰਨ ਦੇ ਲਈ ਦੋ ਤਰੀਕੇ ਵਰਤੇ ਜਾਂਦੇ ਆ। ਇੱਕ ਤਾਂ ਉਸ ਲਹਿਰ ਦੇ ਵਿੱਚ ਆਪਣੇ ਬੰਦੇ ਸ਼ਾਮਲ ਕੀਤੇ ਜਾਂਦੇ ਆ, ਦੂਸਰੇ ਪਾਸੇ ਤੋਂ ਹਮਲੇ ਕਰਾ ਕੇ ਕਦੀ ਕਾਲੇ ਕੱਛਿਆਂ ਵਾਲੇ ਆ ਗਏ, ਕਦੀ ਕੋਈ ਆ ਗਿਆ, ਉਹਨਾਂ ਤੋਂ ਇੰਨਾ ਕੁ ਲੋਕਾਂ ਨੂੰ ਦੁਖੀ ਕਰ ਦਿੱਤਾ ਜਾਂਦਾ ਆ ਵੀ ਲੋਕ ਇਹ ਸੋਚਣ ਦੇ ਮਜਬੂਰ ਹੋ ਜਾਂਦੇ ਆ ਵੀ ਪੁਲਿਸ ਜਿਹੜੀ ਉਹ ਕਾਲੇ ਕੱਛਿਆਂ ਦਾ ਸਫਾਇਆ ਕਰਦੀ ਆ। ਪਰ ਜਦੋਂ ਉਹਨਾਂ ਨੇ ਪਿੱਛਾ ਮੁੜ ਕੇ ਸਾਰਾ ਕੁਝ ਨੂੰ ਦੇਖਿਆ ਤਾਂ ਉਹਨਾਂ ਦੇ ਘਰ ਖਾਲੀ ਹੋ ਚੁੱਕੇ ਸੀ ਸਿੱਖਾਂ ਦੇ। ਘਰਾਂ ਦੇ ਵਿੱਚ ਕੋਈ ਮੁੰਡਾ ਨਹੀਂ ਸੀ ਲੱਭਦਾ। ਹੁਣ ਜੀ ਮੈਂ ਮਾੜੀ ਜਿਹੀ ਗੱਲ ਰੱਖ ਲਵਾਂ ਤੁਹਾਡੀ ਗੱਲ ਦੇ ਵਿੱਚ ਹੀ ਐਡ ਕਰਨੀ ਚਾਹੁੰਦਾ ਗੱਲ। ਜੀ ਜੀ ਹਾਂਜੀ। ਜਿਸ ਵੇਲੇ ਕਾਲੇ ਕੱਛਿਆਂ ਵਾਲੇ ਨੂੰ ਫੜ ਲੈਂਦਾ ਕੋਈ ਪਿੰਡ ਵਾਲਾ ਜੀ ਤਾਂ ਪੁਲਿਸ ਆ ਕੇ ਉਸ ਵੇਲੇ ਛਡਾ ਲੈਂਦੀ ਆ ਵੀ ਦੇਖੋ ਵੀ ਇਹ ਕੋਈ ਨਹੀਂ, ਅਸੀਂ ਆਪੇ ਵੀ ਜੱਟ ਲਵਾਂਗੇ ਇਹਨਾਂ ਨਾਲ। ਬਿਲਕੁਲ ਬਿਲਕੁਲ ਜੀ 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 ਹਾਂਜੀ ਆਪ ਜੀ ਕਰੋ ਗੱਲ। ਸੋ ਇਸੇ ਤਰੀਕੇ ਦੇ ਨਾਲ ਸੇਮ ਥਿਊਰੀ ਸਾਡੇ ਤੇ ਦੂਜੀ ਵਾਰੀ ਅਪਣਾਈ ਗਈ। ਉਹਦੇ ਵਿੱਚ ਸਾਡੇ ਵਿੱਚ ਕੀ ਕੀਤਾ ਗਿਆ, ਇਹ ਨੋ ਡਾਊਟਲੀ ਆ ਵੀ ਸਾਡੇ ਵਿੱਚ ਮਿਕਸਅਪ ਜਿਹੜਾ ਹੋਇਆ ਆ ਉਹ ਸਾਡੇ ਧਾਰਮਿਕ ਅਦਾਰਿਆਂ ਵਿੱਚ, ਸਾਡੇ ਪ੍ਰਚਾਰਕਾਂ 'ਚ ਵੀ ਹੋਇਆ। ਮੈਂ ਇਸ ਗੱਲ ਨੂੰ ਖੁੱਲ੍ਹੇ ਦਿਲ ਨਾਲ ਮੰਨੂਗਾ। ਪਰ ਦੂਸਰੀ ਸਾਈਡ ਤੋਂ ਤੇ ਸਾਡੇ 'ਚ ਇੰਨਾ ਕੁ ਡੇਰਾਵਾਦ ਜਿਹੜਾ ਸੀ ਉਹ ਪ੍ਰਬਲ ਕਰ ਦਿੱਤਾ ਗਿਆ। ਕਿਤੇ ਉਹ ਨੂਰ ਮਹਿਲੀਆ ਆ ਗਿਆ, ਕਿਤੇ ਬਿਆਸ ਵਾਲੇ ਆ ਗਏ, ਕਿਤੇ ਸਰਸੇ ਵਾਲਾ ਆ ਗਿਆ, ਕਦੀ ਕੋਈ ਆ ਗਿਆ, ਨਿੱਕੇ ਮੋਟੇ ਹਰ ਪਿੰਡ 'ਚ ਡੇਰੇ ਬਣਾਤੇ ਗਏ। ਅਤੇ ਜਿਹੜਾ ਲਾਲ ਬਾਦਸ਼ਾਹ ਕਦੀ ਏਸ਼ੀਆ ਦੀ ਧਰਤੀ 'ਤੇ ਨੇ ਉਹਦੇ ਵੀ ਡੇਰੇ ਬਣ ਗਏ ਹੈ ਨਾ। ਹੁਣ ਜਦੋਂ ਇਹ ਤਰਕ ਲੈ ਕੇ ਆਉਂਦੇ ਨੇ ਤੇ ਸਿੱਖਾਂ ਦੇ ਬੱਚੇ ਇਹ ਸੋਚਦੇ ਨੇ ਵੀ ਇਹ ਉਸ ਪਖੰਡ ਨਾਲ ਲੜ ਰਹੇ ਨੇ, ਜਿਵੇਂ ਉਦੋਂ ਸਿੱਖ ਸੋਚਦੇ ਸੀ ਨਾ ਵੀ ਇਹ ਕਾਲੇ ਕੱਛਿਆਂ ਨਾਲ ਲੜ ਰਹੇ ਨੇ, ਉਵੇਂ ਹੀ ਸਾਡੇ ਬੱਚੇ ਅੱਜ ਇਹ ਸੋਚਦੇ ਨੇ ਪਖੰਡ ਨਾਲ ਲੜ ਰਹੇ ਨੇ। ਪਰ ਅਸੀਂ ਇਹ ਚਾਹੁੰਦੇ ਨੇ ਵੀ ਉਹ ਉਸੇ ਤਰੀਕੇ ਨਾਲ ਜਦੋਂ ਇਹ ਐਂਡ ਹੋਣਾ ਨਾ ਇਸ ਗੱਲ ਦਾ, ਤਾਂ ਸਿੱਖਾਂ ਨੇ ਪਿੱਛੇ ਮੁੜ ਕੇ ਦੇਖਣਾ, ਸਿੱਖਾਂ ਕੋਲ ਕੁਝ ਵੀ ਨਹੀਂ ਬਚਿਆ ਹੋਣਾ। ਇਤਿਹਾਸ ਭੰਡ ਚੁੱਕੇ ਨੇ, 10ਵੇਂ ਗ੍ਰੰਥ ਸਾਹਿਬ ਜੀ ਨੂੰ ਭੰਡ ਚੁੱਕੇ ਨੇ, ਅੰਮ੍ਰਿਤ ਦੀਆਂ ਬਾਣੀਆਂ ਨੂੰ ਭੰਡ ਚੁੱਕੇ ਨੇ, ਅਰਦਾਸ ਨੂੰ ਭੰਡ ਚੁੱਕੇ ਨੇ, ਵਾਹਿਗੁਰੂ ਦੇ ਸਿਮਰਨ ਨੂੰ ਭੰਡ ਚੁੱਕੇ ਨੇ, ਭਗਤ ਸਾਹਿਬਾਨਾਂ ਦੀ ਬਾਣੀ ਨੂੰ ਭੰਡ ਚੁੱਕੇ ਨੇ, ਅਤੇ 10 ਪਾਤਸ਼ਾਹੀਆਂ ਨੂੰ ਭੰਡ ਚੁੱਕੇ ਨੇ। ਇੱਥੋਂ ਤੱਕ ਵੀ ਇਹ ਗੱਲ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਸੋਚ ਹੋਰ ਸੀ, ਗੁਰੂ ਨਾਨਕ ਪਾਤਸ਼ਾਹ ਦੀ ਸੋਚ ਹੋਰ ਸੀ। ਦੇਖੋ ਮੈਂ ਇੱਕ ਗੱਲ ਇਹਦੇ ਵਿੱਚ ਜ਼ਰੂਰ ਐਡ ਕਰਨੀ ਚਾਹਾਂਗਾ, ਆਪ ਜੀ ਦੀ ਗੱਲ ਬਿਲਕੁਲ ਦਰੁਸਤ ਹੈ ਜੀ। ਇਹ ਇਸ ਵੇਲੇ ਇਹ ਹਾਲਾਤ ਜਿਹੜੇ ਨੇ ਇਹ ਚੱਲ ਰਹੇ ਨੇ ਜਿਹੜੇ ਆਪ ਜੀ ਨੇ ਬਿਆਨ ਕੀਤੇ ਨੇ। ਜੀ ਜੀ ਜੀ। ਹੁਣ ਜਿਹੜੀ ਅਸਲ 'ਚ ਕਹਾਣੀ ਹੈ ਉਹ ਅਸਲ 'ਚ ਕਹਾਣੀ ਇਹ ਆ ਕਿ ਇਹ ਲੋਕ ਰੱਦ ਕਰ ਚੁੱਕੇ ਨੇ ਚੀਜ਼ਾਂ ਜੀ, ਪਰ ਇਹ ਗੱਲ ਖਿਆਲ ਰੱਖਿਓ ਇਹ ਖੁਦ ਆਪਣੇ ਹੱਥ ਵੱਢ ਚੁੱਕੇ ਨੇ। ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ। ਨਹੀਂ ਉਹਦੇ ਵਿੱਚ ਹੈ ਕਿਉਂਕਿ ਇੱਕ ਹਮਲਾ ਜਿਹੜਾ ਬਾਬਾ ਜੀ ਇੱਦਾਂ ਹੁੰਦੀ ਆ, ਤੁਸੀਂ ਨਾ ਜਦੋਂ ਆਪਾਂ ਕਣਕਾਂ ਨੂੰ ਸਪਰੇਅ ਵੀ ਕਰਦੇ ਹੁੰਦੇ ਸੀ ਨਾ, ਉੱਥੇ ਜਿਹੜਾ ਮਾਮੂਲੀ ਕੀੜਾ ਹੁੰਦਾ ਉਹਨੂੰ ਵੀ ਜਿਹੜੀ 1 ਸਾਲ ਦਵਾਈ ਪਾਤੀ ਉਹ ਦੂਜੇ ਸਾਲ ਉਹਦਾ ਅਸਰ ਜਿਹੜਾ ਉਹ ਨਹੀਂ ਕਰਦਾ।
ਤੇ ਇਹ ਤੇ ਸਿੱਖ ਕੌਮ ਆ, ਇਹ ਤਾਂ ਗੁਰੂ ਪਾਤਸ਼ਾਹ ਦੀ ਜਿਹੜੇ ਹੈਗੇ ਖੰਡੇ ਬਾਟੇ ਦੇ ਵਿੱਚੋਂ ਪੈਦਾ ਹੋਏ ਹੋਏ ਨੇ। ਇਹ ਇੱਕ ਵਾਰੀ ਸਾਡੇ ਘਰ ਖਾਲੀ ਕਰ ਚੁੱਕੇ ਨੇ, ਹੁਣ ਗ੍ਰੰਥ ਨਹੀਂ ਖਾਲੀ ਕਰ ਸਕਦੇ। ਪਰ ਇਹਨਾਂ ਦੀ ਜਿਹੜੀ ਘਿਨਾਉਣੀ ਹਰਕਤ ਆ ਉਹ ਇਹ ਆ। ਹਾਂਜੀ ਬਿਲਕੁਲ, ਮੈਂ ਦੱਸਦਾ ਇਹਨਾਂ ਦਾ ਇੱਕ ਇਤਿਹਾਸਕਾਰ ਅਖੌਤੀ ਜੀ, ਉਹ ਸ੍ਰੀ ਦਸਮ ਬਾਣੀ ਨੂੰ ਰੱਦ ਕਰਦਾ ਜੀ, ਸੂਰਜ ਪ੍ਰਕਾਸ਼ ਨੂੰ ਰੱਦ ਕਰ ਦਿੰਦਾ ਜੀ, ਤੇ ਜਦੋਂ ਕਿਤਾਬਾਂ ਲਿਖ ਰਿਹਾ ਉਹ ਹਾਂਜੀ ਜੀ, ਉਦੋਂ ਪ੍ਰਮਾਣ ਲੈ ਕੇ ਆ ਰਿਹਾ ਜੀ ਇਹ 100 ਸਾਖੀ ਚੋਂ ਲਈ ਗੱਲਬਾਤ। ਮਤਲਬ ਕਹਿੰਦਾ ਜਿਹੜੇ ਹੱਥ ਵੱਡੇ ਦੀ ਗੱਲ ਆ ਨਾ ਜੀ, ਨੁਕਸਾਨ ਉਸ ਚੀਜ਼ ਦਾ ਇਹਨਾਂ ਨੂੰ ਚੁਕਾਉਣਾ ਪੈਂਦਾ। ਕਿਉਂਕਿ ਜੇ ਹੁਣ ਆਪਾਂ ਚਮਕੌਰ ਦੀ ਜੰਗ ਦੀ ਗੱਲ ਕਰਨੀ ਆ ਜੀ, ਬਿਲਕੁਲ ਚਮਕੌਰ ਦੀ ਜੰਗ ਹੁਣ ਇੱਕ ਹੋਰ ਵੀ ਜਦੋਂ ਮੈਂ ਆਪਾਂ ਉਸ ਟੌਪਿਕ ਦੂਜੇ ਪਾਸੇ ਗੱਲ ਚੱਲ ਜਾਣੀ, ਦੂਜੇ ਇਹਨਾਂ ਦੇ ਚੇਲੇ ਬਾਲਕ ਦੇ ਚੱਲ ਜਾਣੀ। ਨਹੀਂ ਨਹੀਂ ਜੀ, ਆਪਾਂ ਹਾਂਜੀ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਜਿਹੜਾ ਕੱਲ ਦਾ ਪ੍ਰੋਗਰਾਮ ਆ ਨਾ, ਹਾਂਜੀ ਕੱਲ ਦਾ ਪ੍ਰੋਗਰਾਮ ਜਿਹੜਾ ਹੈਗਾ ਆਪਾਂ ਦਰਸ਼ਨ ਸਿੰਘ ਹੋਣਾ ਤੇ ਰੱਖਾਂਗੇ। ਇੱਦਾਂ ਹੀ ਆਪਾਂ ਜਿੰਨੇ ਕੁ ਦਿਨ ਘਰੇ ਹਜੇ ਆਪਣੇ ਕੋਲ ਟਾਈਮ ਹੈਗਾ ਆ, ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੇ ਇਕੱਲੇ ਵਿਦਵਾਨ ਦੇ ਉੱਤੇ ਇੱਕ ਪ੍ਰੋਗਰਾਮ ਰੱਖ ਕੇ ਤੇ ਇਹਨਾਂ ਦਾ ਆਪਾਂ ਸਾਬਤ ਵੀ ਕਰੀਏ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਆਪਦਾ ਜੀਵਨ ਕੀ ਸੀ, ਇਹਨਾਂ ਦਾ ਪੈਸੇ ਵੱਲੋਂ ਪਹਿਲੋਂ ਹਾਲਤ ਕੀ ਸੀ ਤੇ ਬਾਅਦ 'ਚ ਕੀ ਸੀ। ਹਾਂਜੀ, ਉਹ ਸ਼ਖਸ ਜਦੋਂ ਮਤਲਬ ਨਾ ਉਹ ਚਮਕੌਰ ਦੀ ਜੰਗ ਦੀ ਜਦੋਂ ਆਪਾਂ ਗੱਲ ਕਰਨੀ ਹੈ, ਜੇ ਕਿਸੇ ਨੂੰ ਪ੍ਰਮਾਣ ਦੇਣਾ ਜੀ, ਹੁਣ ਚਮਕੌਰ ਸਾਹਿਬ ਦੀ ਜੰਗ ਲਿਖੀ ਕਿੱਥੇ ਗਈ ਆ? ਕੇਸ ਗ੍ਰੰਥ 'ਚ ਜੀ ਜੀ ਬਿਲਕੁਲ 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 ਜੀ, ਉਹਦਾ ਜ਼ਿਕਰ ਤਾਂ ਫਿਰ 10ਵੇਂ ਪਾਤਸ਼ਾਹ ਨੇ ਦਸਮ ਬਾਣੀ 'ਚ ਕੀਤਾ ਨਾ। ਬਿਲਕੁਲ ਜੀ ਬਿਲਕੁਲ। ਹੁਣ ਜੇ ਅਸੀਂ ਜੇ ਦਸਮ ਬਾਣੀ ਨੂੰ ਜਿਹੜੇ ਇਹ ਵਿਰੋਧ ਕਰਦੇ ਨੇ, ਜਦੋਂ ਇਹ ਕਰ ਲੈਂਦੇ ਨੇ ਤਾਂ ਇਹ ਹਿਸਾਬ ਲਾ ਲਓ ਤੁਸੀਂ ਕਦੇ ਵੀ ਉਹਨਾਂ ਚੀਜ਼ਾਂ ਤੇ ਬੋਲਣ ਜੋਗੇ ਨੇ ਜਿਵੇਂ ਧੁੰਦਾ ਆ। ਹੁਣ ਉਹਨੂੰ ਤੁਸੀਂ ਕਹਿ ਦੋ ਵੀ ਤੂੰ ਚਮਕੌਰ ਸਾਹਿਬ ਦੀ ਜੰਗ ਦਾ ਵਰਣਨ ਕਰਦਾ, ਉਹਨੇ ਕਦੇ ਸਾਹਿਬਜ਼ਾਦਿਆਂ ਤੇ ਬੋਲਣਾ ਨਹੀਂ। ਕਾਰਨ ਇਹ ਹੈ ਨਾ, ਉਹਨੂੰ ਉਹ ਗੱਲ ਤੁਕਾਂ ਜੇ ਕਿਸੇ ਇਤਿਹਾਸਕਾਰ ਨੂੰ ਲਿਆਊਗਾ ਚਮਕੌਰ ਦੀ ਜੰਗ ਤਾਂ ਉਹਨੇ ਨਾਲ 10ਵੇਂ ਪਾਤਸ਼ਾਹ ਦਾ ਉਹ ਸਾਰਾ ਜ਼ਿਕਰ ਬਿਆਨ ਕੀਤਾ ਹੋਊਗਾ। ਬਿਲਕੁਲ ਬਿਲਕੁਲ ਜੀ, 10ਵੇਂ ਪਾਤਸ਼ਾਹ ਨੇ ਲਿਖਿਆ ਹੈ। ਹੁਣ ਇਹ ਖੁਦ ਮਤਲਬ ਲੋਕ ਨੇ ਨਾ, ਇਹਨਾਂ ਨੂੰ ਲੱਗਦਾ ਜਿੱਦਾਂ ਉਹ ਸੋਨੇ ਦੇ ਕਹਾਣੀ ਨਹੀਂ ਛੋਟੇ ਹੁੰਦੇ ਨਿਆਣੇ ਨੂੰ ਪੜਾਉਂਦੇ ਹੁੰਦੇ ਸੀ ਜੀ ਜੀ ਜੀ, ਪੈਸੇ ਦਾ ਲਾਲਚ ਦੇ ਕੇ ਮੁਰਗੀ ਤਾਂ ਦਿੱਤੀ ਮਾਰ। ਬਿਲਕੁਲ ਜੀ ਬਿਲਕੁਲ। ਪਰ ਇੱਥੇ ਨਾ ਅੰਡਾ ਮਿਲਿਆ ਕੁਛ, ਤਾਂ ਜਿਹੜਾ ਉਹਦਾ ਰੁਜ਼ਗਾਰ ਚੱਲਦਾ ਸੀ ਉਹ ਵੀ ਜਾਂਦਾ ਲੱਗਾ। ਇਹਨਾਂ ਦੇ ਥੈਂ ਤੋਂ ਸਾਰੀ ਕੁੱਤੇ ਖੜੀ ਹੁੰਦੀ ਹੈ ਨਾ ਜੀ ਜੀ ਜੀ। ਭਾਈ ਸਾਹਿਬ ਜੀ ਇੱਕ ਮਿੰਟ, ਮੈਂ ਇੱਕ ਬੇਨਤੀ ਹੋਰ ਕਰ ਲਵਾਂ ਵੀ ਜਿਹੜੇ ਵੀਰ ਨੇ ਕਿਸੇ ਨੇ ਕਾਲ ਕਰਨੀ ਆ ਨਾ, ਉਹ ਕਿਰਪਾ ਕਰਕੇ ਜਾਂ ਤਾਂ ਨੰਬਰ ਦਿੱਤੇ ਹੋਏ ਨੇ ਸਾਨੂੰ ਉੱਤੇ ਕਾਲ ਕਰ ਲਵੋ, ਤੇ ਜਾਂ ਜਿਹੜਾ ਹੈਗਾ ਆ ਵੀ ਸਾਨੂੰ ਉਹ ਕਮੈਂਟ ਦੇ ਵਿੱਚ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ। ਤੇ ਮੇਰੀ ਇਹ ਵੀਰਾਂ ਨੂੰ ਬੇਨਤੀ ਸੀ ਵੀ ਜਿਹੜੇ ਕੋਈ ਵੀ ਵੀਰ ਕਾਲੇ ਅਫਗਾਨੇ ਦੇ ਪੱਖ ਦੇ ਵਿੱਚ ਗੱਲ ਰੱਖਣ ਦੀ, ਜਾਣ ਦੇ ਤਰਕ ਦੇ ਉੱਤੇ ਪੱਖ 'ਚ ਗੱਲ ਰੱਖਦਾ, ਉਹ ਜ਼ਰੂਰ ਸਾਡੇ ਨਾਲ ਜਿਹੜਾ ਹੈਗਾ ਵੀ ਉਹ ਸੰਪਰਕ ਕਰੋ, ਤਾਂ ਜੋ ਆਪਾਂ ਜਿਹੜਾ ਇਹ ਗੱਲ 'ਤੇ ਵਿਚਾਰ ਕਰ ਸਕੀਏ। ਕੋਈ ਇਹ ਵੀਰ ਨਾ ਸਾਨੂੰ ਕੱਲ੍ਹ ਨੂੰ ਕਵੇ ਵੀ ਸਾਡੀ ਉਹ ਤੋਂ ਵਿਚਾਰ ਨਹੀਂ ਸੀ ਲਈ। ਜਿਹੜੇ ਇਹਨਾਂ ਦੇ ਜਿਹੜੇ ਵਿਰੋਧੀ ਵਿਚਾਰਧਾਰਾ ਵਾਲੇ ਨੇ ਉਹਨਾਂ ਵਿੱਚੋਂ ਕਿਸੇ ਦੀ ਕਾਲ ਰਹਿ ਵੀ ਜਾਊਗੀ ਤਾਂ ਕੋਈ ਗੱਲ ਨਹੀਂ, ਉਹਨਾਂ ਦੇ ਜਿਹੜਾ ਹੈ ਅਸੀਂ ਚਰਨਾਂ ਦੇ ਵਿੱਚ ਸਿਰ ਰੱਖ ਕੇ ਵੀ ਮਾਫੀ ਮੰਗ ਲਾਂਗੇ। ਪਰ ਵਿਰੋਧੀ ਜਿਹੜਾ ਹੈ ਉਹ ਜ਼ਰੂਰ ਕਮੈਂਟ ਦੇ ਵਿੱਚ, ਨਹੀਂ ਤਾਂ ਆਪਣਾ ਨੰਬਰ ਛੱਡ ਦਿਓ। ਹਾਂਜੀ ਬਾਬਾ ਜੀ। ਹਾਂਜੀ, ਬਾਕੀ ਇਸ ਤਰ੍ਹਾਂ ਹੈ ਗੱਲ ਕਿ ਜਦੋਂ ਲੋਕ ਕਿਸੇ ਚੀਜ਼ ਨੂੰ, ਚਾਹੇ ਉਹ ਸੂਰਜ ਪ੍ਰਕਾਸ਼ ਨੂੰ ਰੱਦ ਕਰਦੇ ਨੇ ਜੀ ਜੀ ਜੀ, ਉਹ ਆਪਣੇ ਵੱਲੋਂ ਤਾਂ ਰੱਦ ਕਰ ਦਿੰਦੇ ਨੇ। ਜਿੱਦਾਂ ਉਹ ਮੁਰਗੀ ਮਾਰ ਕੇ ਤੇ ਵੀ ਆਂਡੇ ਕੱਢਣ ਦਾ ਲਾਲਚ ਲੈਣਾ, ਭਾਵੇਂ ਉਹ ਪੈਸੇ ਦੇ ਅਧੀਨ ਬੋਲਦੇ ਹੁਣ। ਜਿੱਦਾਂ ਹੁਣ ਦਿੱਲੀ ਵਾਲਾ ਬਲਜੀਤ ਭੈਂਗਾ ਜਿਹੜਾ ਜੀ ਜੀ ਜੀ, ਮੈਂ ਉਹਨੂੰ ਕਾਲ ਕੀਤੀ। ਮੈਂ ਪਹਿਲਾਂ ਤਾਂ ਬੜੇ ਪਿਆਰ ਨਾਲ 2-4 ਦਿਨ ਗੱਲਬਾਤ ਕਰਦਾ ਰਿਹਾ। ਮੈਂ ਕਿਹਾ ਤੁਹਾਨੂੰ ਕੁੱਟਿਆ ਮਾਰਿਆ, ਬੜੀ ਮਾੜੀ ਗੱਲ ਕੀਤੀ ਉਹ ਬੰਦਿਆਂ ਨੇ ਨਾ। ਮੈਂ ਕਿਹਾ ਚਲੋ ਸ਼ਾਇਦ ਪਿਆਰ ਨਾਲ ਗੱਲ ਕਰ ਲਵੇ। ਤਾਂ ਮੈਨੂੰ ਮੈਂ ਕਿਤੇ ਇਹਨੂੰ ਕਾਲ ਲਾਈ, ਮੈਂ ਕਿਹਾ ਜੀ ਆਪਣੇ ਤੁਸੀਂ ਬਈ ਆਪਣੇ ਇੱਕ RSS ਨੇ ਕਿਤਾਬ ਲਿਖੀ ਸੀਗੀ, ਉਹ ਕਹਿ ਰਹੇ ਆ ਵੀ ਮਤਲਬ ਸਰ ਮੈਂ ਗੱਲ ਇਹਦੇ ਨਾਲ ਰਿਲੇਟਡ ਹੀ ਆ, ਮੈਂ ਦੱਸਣਾ ਚਾਹੁੰਦਾ ਜੀ। ਮੈਂ ਕਿਹਾ ਵੀ RSS ਕਿਤਾਬ 'ਚ ਲਿਖਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਜਿਹੜੀ ਸ਼ਹਾਦਤ ਹੈ ਨਾ, ਉਹ ਕਿਸੇ ਹੋਰ ਕਾਰਨ ਕਰਕੇ ਹੋਈ ਸੀ। ਜੀ ਜੀ, ਭੱਦੀ ਸ਼ਬਦਾਵਲੀ ਹੈ ਜੀ। ਹਾਂਜੀ, ਮੰਨ ਲਓ ਸ਼ਬਦਾਵਲੀ ਮੈਂ ਵਰਤ ਨਹੀਂ ਸਕਦਾ ਜੀ। ਬਿਲਕੁਲ ਜੀ। ਕਹਿੰਦਾ ਜੀ ਕਿਤਾਬ ਦਾ ਨਾਮ ਦੱਸੋ। ਮੈਂ ਕਿਹਾ ਵੀ ਤੁਹਾਨੂੰ ਪਤਾ ਹੀ ਹੈ ਬੜਾ ਰੌਲਾ ਪਿਆ, ਚਰਚਾ 'ਚ ਰਹੀ ਹੈ ਨੈਟ ਦੇ ਉੱਤੇ ਉਹ ਕਿਤਾਬ ਹੈ ਨਾ, ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਹਾਂਜੀ, ਮੈਂ ਕਿਹਾ ਅੱਛਾ ਹੁਣ RSS ਤਾਂ ਇਹ ਕਹਿ ਰਹੀ ਵੀ ਉਹ ਕਿਤਾਬ ਮਤਲਬ ਅਸਲ 'ਚ ਇਹ ਗੱਲ ਹੈ। ਹੁਣ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਜਿਹੜੀ ਆ ਹਿੰਦੂਆਂ ਨੂੰ ਬਚਾਉਣ ਕਰਕੇ ਹੋਈ ਆ ਜੀ ਜੀ। ਤੁਸੀਂ ਸੂਰਜ ਪ੍ਰਕਾਸ਼ ਦਾ ਵਿਰੋਧ ਕਿਸੇ ਇਸੇ ਗੱਲ ਕਰਕੇ ਤਾਂ ਨਹੀਂ ਕਰ ਰਹੇ ਜੀ, ਕਿਉਂਕਿ ਤੁਹਾਡੀ ਜੇ ਤੁਸੀਂ ਸੂਰਜ ਪ੍ਰਕਾਸ਼ ਦਾ ਵਿਰੋਧ ਕਰੋਗੇ, ਤੁਸੀਂ RSS ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਥ ਨੂੰ ਢਾਹ ਲਾਉਣ ਤੱਕ। ਉਹ ਬੰਦਾ ਬੋਲਿਆ ਕੁਛ ਨਹੀਂ, ਨਾ ਉਹਨੇ ਕੀਤੀ ਨਾ ਹਾਂ ਕੀਤੀ, ਉਹ ਕਾਲ ਕੱਟ ਗਿਆ ਕਿ ਉਹਨੂੰ ਪਤਾ ਲੱਗਿਆ ਸੀ ਮੈਂ ਫਸ ਗਿਆ। ਜੀ 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 ਜੀ, ਕਿਉਂਕਿ ਇਹ ਜਿਹੜੇ ਲੋਕ ਨਾ ਜੋ ਸੂਰਜ ਪ੍ਰਕਾਸ਼ ਨੂੰ ਜਾਂ ਕਿਸੇ ਹੋਰ ਗ੍ਰੰਥ ਨੂੰ ਰੱਦ ਕਰਦੇ ਨੇ, ਤਾਂ ਉਹ ਮਤਲਬ ਏਦਾਂ ਹੀ ਮਤਲਬ ਉਹ ਦੇਖੋ ਉਹ ਸਦਾ ਵਾਸਤੇ ਨਾ ਉਹਨੇ ਆਪਣੇ ਹੱਥ ਵੱਢ ਕੇ ਚੰਦ ਪੈਸਿਆਂ ਖਾਤਰ, ਚਾਹੇ ਕੋਈ ਏਜੰਸੀ ਹੋਵੇ, ਚਾਹੇ ਕੋਈ ਉਹਦਾ ਆਕਾ ਕੋਈ ਵੀ ਹੋਵੇ, ਉਹਨਾਂ ਨੂੰ ਹੱਥ ਵੱਢ ਕੇ ਟੁੰਡੇ ਹੋ ਜਾਂਦੇ, ਮੁੜ ਕੇ ਲਿਖਣ ਦੇ ਲੋਕ ਨਹੀਂ ਰਹਿੰਦੇ।
ਜੀ ਦੇਖੋ ਭਾਈ ਸਾਹਿਬ ਜੀ, ਮੈਂ ਨਾ ਇੱਥੇ ਇੱਕ ਬੜੀ ਮੈਨੂੰ ਵਧੀਆ ਗੱਲ ਚੇਤੇ ਆ ਰਹੀ ਆ। ਜਦੋਂ ਨਾ ਇਹਨੇ ਕਾਲੇ ਅਫਗਾਨੀ ਨੂੰ ਡਿਫੈਂਡ ਕਰਨ ਦੇ ਲਈ ਇਹਨਾਂ ਦੇ ਵਿਦਵਾਨ ਆਉਂਦੇ ਨੇ ਨਾ, ਟੀਵੀ ਦੇ ਉੱਤੇ ਡਿਬੇਟ ਚੱਲਦੀ ਆ, ਤੇ ਉਹ ਕੀ ਕਹਿੰਦੇ ਨੇ ਵੀ ਕਾਲੇ ਅਫਗਾਨੇ ਦੀਆਂ ਤੁਸੀਂ ਨਾ 70-80 ਗਲਤੀਆਂ ਕਹਿੰਦਾ ਕੱਢ ਕੇ ਹੈ ਨਾ, ਤੇ ਤੁਸੀਂ ਉਹਨੂੰ ਭੰਡਣ ਤੁਰ ਪਏ। ਕਹਿੰਦਾ 14 ਪੇਜ ਨੇ ਜਿਨ੍ਹਾਂ ਵਿੱਚ ਗੁਰੂ ਸਾਹਿਬ ਦੀ ਉਹਨੇ ਉਸਤਤ ਕੀਤੀ ਆ, ਠੀਕ ਹੈ ਜੀ। ਕਹਿੰਦਾ ਉਹਦੀ ਸ਼ਰਧਾ 14 ਪੇਜਾਂ ਤੋਂ ਝਲਕਦੀ ਆ, ਤੇ 70 ਪੇਜਾਂ ਦੇ ਵਿੱਚ ਉਹ ਕਹਿੰਦਾ ਵੀ ਉਹਦੀ ਵਿਰੋਧਤਾ ਝਲਕਦੀ ਆ। ਆਪਦੇ ਬਿਆਨ ਨੇ ਉਹਦੇ, ਮੈਂ ਉਹ ਲਿੰਕ ਪਾਉਣੇ ਆਪਾਂ ਬਾਅਦ 'ਚ ਇੱਥੇ। ਅਤੇ ਮੈਂ ਉਦੋਂ ਇਹ ਸੋਚ ਰਿਹਾ ਸੀ ਵੀ ਭਲਿਓ ਤੁਹਾਨੂੰ ਇਹ ਤਾਂ ਦਿਖ ਗਿਆ ਵੀ ਉਹਦੇ 70 ਪੇਜ ਅਤੇ 14 ਪੇਜ ਦਿਖ ਗਏ, ਅਤੇ ਤੁਹਾਡੇ ਕੋਲੋਂ 14 ਜਲਤਾਂ ਦੇ ਵਿੱਚੋਂ ਅੱਜ 60 ਸਵਾਲ ਨੇ, ਉਹ ਵੀ ਜਿਹੜੇ ਕੌਮ ਪਹਿਲੋਂ ਹੱਲ ਕਰ ਚੁੱਕੀ ਆ। ਬਿਲਕੁਲ ਉਹ ਇੱਦਾਂ ਦੇ ਬਿਲਕੁਲ ਬਿਲਕੁਲ ਤੁਸੀਂ ਇੱਕ ਨਫ਼ਰਤ ਭਰੀ ਨਿਗਾਹਾਂ ਦੇ ਨਾਲ ਵੀ 60 ਸਵਾਲ ਤਿਆਰ ਕੀਤੇ, ਅਤੇ ਜਦ ਕਿ 2.5 ਲੱਖ ਸਤਰਾਂ ਜਿਹੜੀਆਂ ਉਹਦੀ ਔਸਤ 'ਚ ਹੁਣ ਤਾਂ ਤੁਸੀਂ ਫੇਰ ਵੀ ਕੈਂਸਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਭਾਈ ਅਮਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਆ ਜੀ। ਜੀ ਬਿਲਕੁਲ ਬਿਲਕੁਲ ਜੀ, ਤੁਹਾਡੀ ਕਾਲ ਫਿਰ ਸਾਡੇ ਲਈ ਘੰਟੀ ਹੁੰਦੀ ਆ ਵੀ ਪ੍ਰੋਗਰਾਮ ਸਮਾਪਤੀ ਵੱਲ ਵਧਾ ਦਿਓ। ਜੀ ਆਪਾਂ ਜੇ ਇਹ ਕਾਲੇ ਧੱਬੇ ਦੀ ਗੱਲ ਸ਼ੁਰੂ ਕੀਤੀ ਆ, ਤਾਂ ਪਹਿਲਾਂ ਜਿੱਦਾਂ ਮਹਾਭਾਰਤ ਦੀ ਗੱਲ ਕੀਤੀ ਜਾਂਦੀ ਤੇ ਭੀਸ਼ਮ ਪਿਤਾਮੇ ਦੀ ਗੱਲ ਸ਼ੁਰੂ ਹੁੰਦੀ ਆ, ਤੇ ਜਦੋਂ ਨਾਸਤਿਕ ਲੋਕਾਂ ਦੀ ਜੜ ਦੀ ਗੱਲ ਕੀਤੀ ਜਾਂਦੀ ਆ, ਜੀ ਜੀ ਜੀ, ਗੱਲ ਕਾਲੇ ਅਫਗਾਨੇ ਤੋਂ ਸ਼ੁਰੂ ਹੁੰਦੀ ਆ। ਜੀ ਜੀ ਜੀ, ਇਹ ਲੋਕ ਕੌਣ ਆ ਤੇ ਕਿਉਂ ਸਿੱਖ ਧਰਮ ਦੇ ਵਿੱਚ ਆਏ ਆ ਜੀ, ਤੇ ਜਿਹੜਾ ਇਹ ਪਹਿਲਾ ਬੂਟਾ ਸਿੱਖੀ ਦੇ ਵਿੱਚ ਕਿਉਂ ਲਾਇਆ ਗਿਆ ਆ, ਇਹਨੂੰ ਆਪਾਂ ਥੋੜਾ ਜਿਹਾ ਸਮਝ ਲਈਏ। ਜੀ ਜੀ ਜੀ, ਜੇ ਅਗਰ ਪ੍ਰਾਤਨ ਸਮੇਂ ਦੇ ਸਿੱਖਾਂ ਦੇ ਸੰਦਰਭ ਦੇ ਵਿੱਚ ਆਪਾਂ ਪਿੱਛੇ ਨੂੰ ਮੁੜ ਕੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਇੱਕ ਝਾਤ ਮਾਰੀਏ, ਜੀ, ਉਹਨਾਂ ਦੇ ਦਿਨਾਂ ਦੇ ਵਿੱਚ ਨਾ ਤੇ ਪ੍ਰਿੰਟਿੰਗ ਪ੍ਰੈਸ ਕਰਦੀ ਸੀਗੀ, ਜੀ, ਨਾ ਪੋਥੀਆਂ ਛਪੇ ਸੀ, ਨਾ ਇਤਿਹਾਸ ਦੇ ਗ੍ਰੰਥ ਛਪੇ ਹੋਏ ਸਨ ਜੀ। ਪਰ ਇੱਕ ਬੜੀ ਕਮਾਲ ਦੀ ਗੱਲ ਸੀ ਕਿ ਸਿੱਖਾਂ ਦਾ ਜੀਵਨ ਬਹੁਤ ਉੱਚਾ ਸੀ। ਮੌਜੂਦਾ ਸਮੇਂ ਦੇ ਸਿੱਖਾਂ ਦਾ ਜੀਵਨ ਇਸ ਸਮੇਂ ਦੇ ਨਾਲ ਬਹੁਤ ਜ਼ਿਆਦਾ ਉੱਚਾ ਸੀਗਾ। ਬਿਲਕੁਲ ਬਿਲਕੁਲ ਜੀ। ਫਿਰ ਸਾਨੂੰ ਇਹ ਪਤਾ, ਇਹ ਗੱਲ ਸਮਝਣੀ ਪਊਗੀ, ਪਿੰਡਾਂ ਦੇ ਵਿੱਚ ਸਕੂਲ ਹੈ ਨਹੀਂ ਸੀ, ਪੜ੍ਹਾਈ ਲਿਖਾਈ ਹੈ ਨਹੀਂ ਸੀਗੀ, ਤੇ ਫਿਰ ਕਿਉਂ ਸੀ ਇੰਨਾ? ਜਿਹੜੀ ਅੱਜ ਗੱਲ ਆਖੀ ਜਾ ਰਹੀ ਆ ਕਿ ਬੁੱਧੀ ਦੀ ਪ੍ਰਾਇਓਰਟੀ ਆ, ਤੁਹਾਨੂੰ ਜਿਹੜੀ ਆ ਵਿਦਵਤਾ ਨੂੰ ਪਹਿਲ ਦੇਣੀ ਚਾਹੀਦੀ, ਗਿਆਨ ਨੂੰ ਪਹਿਲ ਦੇਣੀ ਚਾਹੀਦੀ, ਉਹਨਾਂ ਦਿਨਾਂ ਵਿੱਚ ਗਿਆਨ ਦੀ ਕਮੀ ਸੀਗੀ। ਔਰ ਸਿੱਖ ਦੇ ਵਿੱਚ ਵੀ ਪਿੰਡ 'ਚ ਜੇ ਕਿਸੇ ਦੇ ਚਿੱਠੀ ਆ ਜਾਂਦੀ ਸੀਗੀ ਤੇ ਉਹ 2-2 3-3 ਦਿਨ ਬੀਬੀਆਂ ਫੜ ਕੇ ਰੱਖ ਦਿੰਦੀਆਂ, ਤੁਹਾਡਾ ਮੁੰਡਾ ਸਕੂਲੋਂ ਕਦੋਂ ਆਊਗਾ। ਭਾਈ ਸਾਹਿਬ ਜੀ, ਮੈਂ ਥੋੜ੍ਹੀ ਜਿਹੀ ਆਪ ਜੀ ਦੀ ਗੱਲ ਦੇ ਵਿੱਚ, ਚਲੋ ਇਹ ਮੈਂ ਮਾਫੀ ਚਾਹੁੰਦਾ, ਮੈਨੂੰ ਨਾ ਪਰ ਮੇਰੇ ਤੋਂ ਰਹਿ ਨਹੀਂ ਹੋਇਆ ਗੱਲ ਰੱਖੇ ਬਗੈਰ, ਵੀ ਉਸ ਸਮੇਂ ਦੇ ਵਿੱਚ ਤੇ ਨਾ ਬੀਬੀ ਫਿਰ ਵੀ ਕਿਸੇ ਨਾ ਕਿਸੇ ਬੱਚੇ ਦੇ ਕੋਲ ਚਿੱਠੀ ਲਿਜਾ ਕੇ ਪੜ੍ਹਾ ਲੈਂਦੀ ਸੀਗੀ। ਪਰ ਤੁਸੀਂ ਇੱਕ ਇਮੈਜਿਨ ਕਰਕੇ ਦੇਖੋ, ਰਣਜੀਤ ਸਿੰਘ ਬੈਠਾ ਹੋਵੇ, ਘੱਗਾ ਬੈਠਾ ਹੋਵੇ, ਚਿੱਠੀ ਆ ਜਾਵੇ, ਦੋਨਾਂ ਨੂੰ ਨਹੀਂ ਪੜ੍ਹਨੀ ਆਉਣੀ। ਉਹਦੇ ਤੇ ਬੰਦੇ ਉਹਨਾਂ ਦੇ ਕੋਲ ਹੀ ਆ, ਉਹ ਬੜੇ ਪਰਦੇਸੀ ਆ ਜਿਨ੍ਹਾਂ ਦੇ ਨਾਲ ਉਹਨਾਂ ਨੇ ਰਹਿਣਾ। ਖੈਰ ਕੋਈ ਗੱਲ ਨਹੀਂ। ਅੱਛਾ, ਹੁਣ ਤੂੰ ਜਦੋਂ ਅਗਾਂਹ ਨੂੰ ਤੁਰੀਏ ਵੀ ਉਹਨਾਂ ਦੇ ਕੋਲ ਕੀ ਸੀਗਾ? ਬਾਣੀ ਪੜ੍ਹਨ ਵਾਸਤੇ 20-3 ਪਿੰਡਾਂ ਚ ਅੱਧਾ ਜੀ ਜੀ ਜੀ, ਬਾਬਾ ਗੁਰਬਚਨ ਸਿੰਘ ਖਾਲਸਾ ਜਾਂ ਹੋਰ ਸੰਤ ਮਹਾਤਮਾ ਪੈਦਲ ਤੁਰ ਕੇ ਪਿੰਡਾਂ ਦੇ ਵਿੱਚ 5-5 ਦਿਨ ਦੇ ਦੀਵਾਨ ਲਾਇਆ ਕਰਦੇ ਸੀਗੇ। ਅੱਗੇ ਨੂੰ ਆ ਜਾਈਏ ਆਪਾਂ। ਜੀ ਜੀ ਜੀ, ਅੱਛਾ, ਉਹ ਕਿਹੜੀ ਸ਼ਕਤੀ ਸੀਗੀ ਜਿਹਨੇ ਜੇਲ੍ਹ ਦੇ ਵਿੱਚ 1.25 ਮਣ ਦੇ ਪੀਸਣੇ, ਇੱਕ ਬੁਰਕੀ ਪ੍ਰਸ਼ਾਦੇ ਦੀ ਵਾਸਤੇ ਪੀਸਣ ਵਾਸਤੇ ਉਹਨਾਂ ਸਿੰਘਣੀਆਂ ਨੂੰ ਸ਼ਕਤੀ ਦਿੱਤੀ, ਬੱਚਿਆਂ ਦੇ ਟੁਕੜੇ ਕਰਾ ਲਏ, ਝੋਲੀਆਂ 'ਚ ਹਾਰ। ਕਿਹੜੀ ਸ਼ਕਤੀ ਸੀ? ਉਹਨਾਂ ਨੇ ਕੋਈ ਵਿਦਵਾਨ ਨੂੰ ਤਾਂ ਪੜ੍ਹਿਆ ਨਹੀਂ, ਉਹਨਾਂ ਨੇ ਨਹੀਂ ਕੀਤਾ ਸੀ। ਉਹਨਾਂ ਦੇ ਅੰਦਰ ਉਹ ਜਜ਼ਬਾ ਕਿੱਥੋਂ ਪੈਦਾ ਹੋਇਆ ਕਿ ਉਹਨਾਂ ਨੇ ਮੌਤ ਨੂੰ ਤਾਂਡਵ ਨਾਚ ਕਰਦਿਆਂ, ਸ਼ਿਵ ਜੀ ਦੇ ਦੌੜੂ ਵਜਾਉਂਦਿਆਂ, ਨਿੱਕੇ ਨਿੱਕੇ ਬੱਚੇ ਅਸਮਾਨ ਨੂੰ ਲੱਤਾਂ ਤੋਂ ਫੜ ਕੇ ਤਾਂ ਨੂੰ ਚੱਕ ਕੇ ਮਾਰੇ, ਥੱਲੇ ਵਰਸ਼ੀ ਕਰਤੀ, ਆਰ ਪਾਰ ਲੰਘ ਗਈ। ਔਰ ਉਹ ਹਾਲਾਤਾਂ ਨੂੰ ਦੇਖ ਕੇ ਇੱਕ ਬੀਬੀ ਨੇ ਦੇਖਿਆ, ਮੇਰੀ ਨਾਲ ਦੇ ਬੱਚੇ ਦਾ ਆਹ ਹਾਲ ਹੋਇਆ, ਹੁਣ ਮੇਰੇ ਬੱਚੇ ਦੀ ਵਾਰੀ ਆ। ਪਰ ਉਹ ਵਾਹਿਗੁਰੂ ਦਾ ਜਾਪ ਕਰਦੀ ਆ, ਉਹ ਅਕੀਦਾ ਜੀ 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 ਜਗ੍ਹਾ ਤੋਂ ਪੈਦਾ ਹੋਇਆ। ਜੀ 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 ਜੀ, ਬਿਲਕੁਲ ਜੀ।
ਅਗਰ ਉਹ ਉਸ ਸਮੇਂ ਉਹ ਹੌਸਲਾ ਉਹਨਾਂ ਦੇ ਕੋਲੋਂ ਜਿਹੜੀ ਚੀਜ਼ ਤੋਂ ਪੈਦਾ ਹੋ ਗਿਆ ਤੇ ਅੱਜ ਉਸ ਹੌਸਲੇ ਨੂੰ ਕਿਹੜੀ ਚੀਜ਼ ਉਹ ਇੱਥੇ ਮੈਂ ਅੱਜ ਇੱਕ ਗੱਲ ਬਾਬਾ ਜੀ, ਮੈਂ ਮਾਫੀ ਚਾਹੁੰਦਾ, ਮੈਂ ਫਿਰ ਵਿੱਚ ਇੱਕ ਛੋਟੀ ਜਿਹੀ ਗੱਲ ਰੱਖ ਦਿਆਂ। ਉਹ ਹੌਸਲਾ ਇੱਥੋਂ ਨਿਕਲਦਾ ਸੀ ਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਸਾਡਾ ਗੁਰੂ ਆ ਉਹ ਸਾਡਾ ਹਲਤ ਤੇ ਪਲਤ ਦੋਨੋਂ ਹੀ ਸਵਾਰ ਰਿਹਾ। ਸਹੀ। ਉਹਨਾਂ ਨੇ ਉਦੋਂ ਇਹ ਨਹੀਂ ਸੀ ਕਿਹਾ ਵੀ ਜਿਹੜਾ ਹਾਥੀ ਆ ਉਹ ਗੁਰੂ ਸਾਹਿਬ ਨੂੰ ਇਹ ਹਾਥੀ ਵਜੋਂ ਪੇਸ਼ ਕਰ ਰਹੇ, ਅਸੀਂ ਗੁਰੂ ਸਾਹਿਬ ਨੂੰ ਆਮ ਬਣਾ ਕੇ ਪੇਸ਼ ਕਰੀਏ। ਜਿਸ ਦਿਨ ਦੀ ਸਿੱਖ ਕੌਮ ਦੇ ਵਿੱਚ ਆਈ ਆ ਜੀ, ਦਿਨ ਦੀ ਸਮੇਂ ਦੀ ਸਰਕਾਰ ਇਹਦੇ ਨਾਲ ਮਾੜੀ ਕਰਨੋਂ ਨਹੀਂ ਟਲੀ। ਜੀ ਬਿਲਕੁਲ। ਜਿਹੜੀ ਚੀਜ਼ ਮਨੁੱਖ ਦੀਆਂ ਨਜ਼ਰਾਂ ਨੂੰ ਚੰਗੀ ਲੱਗੀ ਇਹਨੇ ਉਹਨਾਂ ਬੁਰੀ ਕਰਨੋਂ ਨਹੀਂ ਟਲਿਆ। ਗੁਲਾਬ ਦੇ ਫੁੱਲ ਦਾ ਕੀ ਕਸੂਰ ਆ ਜੀ, ਉਹਨੂੰ ਸੋਹਣਾ ਲੱਗਿਆ ਡਾਲੀ ਨਾਲੋਂ ਤੋੜਿਆ ਜੀ, ਤੇਜਾਂ ਦੇ ਮਚਲਿਆ ਸਵੇਰ ਨੂੰ ਚੱਕ ਕੇ ਲਿਜਾ ਕੇ ਗਾਰਬੇਜ ਵਿੱਚ ਛੱਡ ਦਿੱਤਾ। ਇਸੇ ਤਰੀਕੇ ਦੇ ਨਾਲ ਜਦੋਂ ਦੀਆਂ ਸਰਕਾਰਾਂ ਪੈਦਾ ਹੋਈਆਂ ਉਹਨਾਂ ਨੇ ਸਿੱਖੀ ਵਿਰੋਧਤਾ ਕੀਤੀ ਆ। ਔਰ ਜਦੋਂ ਆਪਾਂ ਹੁਣ ਅੱਗੇ ਨੂੰ ਆ ਜਾਈਏ ਮੁਸਲਮਾਨਾਂ ਦੀਆਂ ਸਰਕਾਰਾਂ ਉਸ ਤੋਂ ਬਾਅਦ ਵਿੱਚ ਅੰਗਰੇਜ਼ਾਂ ਦੀਆਂ ਸਰਕਾਰਾਂ ਦਾ ਦੌਰ ਸ਼ੁਰੂ ਹੋ ਗਿਆ ਜੀ। ਔਰ ਇਹਨਾਂ ਸਮਿਆਂ ਦੇ ਦੌਰਾਨ ਹੋਲਡ ਬ੍ਰੇਕ ਚੱਕਣ ਵਾਪਸ ਸਾਡੀ ਦੇਖੋ ਬਾਬਾ ਜੀ ਜਿਹੜੀ ਹੈ ਨਾ ਮੈਨੂੰ ਮੇਰੇ 5-10 ਮਿੰਟ ਦੀ ਗੱਲ ਹੈ, ਮੈਨੂੰ ਮੇਰਾ ਲਾਈ ਔਨ ਡਾਊਨ ਕੀਤਾ ਮੈਨੂੰ ਕਰ ਲੈਣ ਦਿਓ। ਜੀ ਜੀ ਜੀ, ਹਾਂਜੀ ਹਾਂਜੀ, ਕਰੋ ਤੁਸੀਂ। ਅੱਛਾ, ਉਹ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਆ ਉਹਨਾਂ ਨੇ ਅੰਤਾਂ ਦੇ ਜ਼ੁਲਮ ਕੀਤੇ। ਜਦੋਂ ਅਸੀਂ ਮੁਸਲਮਾਨ ਦਾ ਰਾਜ ਭਾਗ ਦੇਖਿਆ ਤੇ ਉਹਨਾਂ ਨੇ ਆਪਣਾ ਜਿਹੜਾ ਆ ਜੋ ਵੀ ਸੰਭਵ ਤੇ ਜੁਰਮਾਨਾ ਤੇ ਜ਼ਾਲਮਾਂ ਦਾ ਤਰੀਕਾ ਵਰਤਾਉਣਾ ਇਹਨੂੰ ਵਰਤਾਇਆ ਜੀ। ਇਹਦੇ ਵਾਸਤੇ ਵੀ ਸਿੱਖੀ ਦਾ ਲੱਕ ਤੋੜ ਕੇ ਇਹਨੂੰ ਡਿਜ਼ੋਲਵ ਕਰਕੇ ਨਾਸਤੋ ਨਬੂਦ ਕਰਕੇ ਜਿਸ ਤਰੀਕੇ ਦੇ ਨਾਲ ਪੈਰਾਲਾਈਜ਼ ਜੀ ਕਰ ਦਿੱਤਾ ਜਾਵੇ ਜੀ। ਅੱਛਾ, ਉਸ ਤੋਂ ਉਪਰੰਤ ਆਜ਼ਾਦੀ ਦਾ ਇਤਿਹਾਸ ਪੜ੍ਹੋ। 83 ਸਿੱਖਾਂ ਨੇ ਦੇ ਦਿੱਤੇ ਫਿਰ ਜੀ, ਉਹ ਅੰਗਰੇਜ਼ ਹਿੱਲ ਗਏ ਜੀ। ਉਸ ਤੋਂ ਬਾਅਦ ਵਿੱਚ ਜਦੋਂ ਭਾਰਤ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਦਾ ਹਿੰਦੂ ਰਾਜ ਭਾਗ ਖੜਾ ਹੋਇਆ ਜੀ, ਉਹਨਾਂ ਵਾਸਤੇ ਇਹ ਇੱਕ ਬਹੁਤ ਵੱਡਾ ਚੈਲੰਜ ਸੀਗਾ। ਆਪਣੇ ਆਪ ਅੰਦਰ ਵੀ ਸਿੱਖਾਂ ਨੂੰ ਪੈਰਾਲਾਈਜ਼ ਕਰਕੇ ਲੰਗੜੇ ਜਿਹਦਾ ਬੰਦਾ ਹੈਂਡੀਕੈਪ ਹੋ ਜਾਂਦਾ ਜੀ ਜੀ ਜੀ, ਇਹਨਾਂ ਨੂੰ ਬਣਾ ਕੇ ਰੱਖਣਾ ਜੀ। ਉਹਦੇ ਵਿੱਚੋਂ ਹੀ 84 ਨਿਕਲੀ ਆ ਜੀ। 84 ਦੇ ਵਿੱਚ ਉਹਨਾਂ ਨੇ ਜਿਹੜੇ ਜ਼ੁਲਮ ਇਸਲਾਮ ਦੇ ਕੋਲ ਰਹਿ ਗਏ ਸੀਗੇ ਜੀ, ਅੰਗਰੇਜ਼ਾਂ ਕੋਲ ਰਹਿ ਗਏ ਸੀਗੇ ਜੀ ਜੀ, ਇਤਿਹਾਸ ਨੂੰ ਦੁਬਾਰਾ ਫਿਰ ਰਿਪੀਟ ਕੀਤਾ। ਸਿੰਘਾਂ ਨੂੰ ਕੜਾਹਿਆਂ ਵਿੱਚ ਉਬਾਲਿਆ ਗਿਆ, ਜੀਪ ਦੇ ਨਾਲ ਬੰਨ ਕੇ ਦੋ ਵੱਖਰੀਆਂ ਜੀਪਾਂ ਦੇ ਗੇਅਰ ਪਾ ਕੇ ਦੋ ਵੱਖਰੇ ਭਾਰਤ ਨੂੰ ਪਾ ਦਿੱਤਾ ਗਿਆ। ਜੀ ਜੀ ਬਿਲਕੁਲ। ਬੱਚਿਆਂ ਦੀਆਂ ਛਾਤੀਆਂ 'ਚ ਗੋਲੀਆਂ, ਬੱਚਿਆਂ ਦੇ ਮੂੰਹ 'ਚ ਕੈਰੋਸੀਨ ਪਾ ਕੇ ਅੱਗ ਲਾ ਦਿੱਤੀ, ਇੰਤਹਾ ਕਰ ਦਿੱਤੀ। ਬਿਲਕੁਲ ਬਿਲਕੁਲ ਜੀ, ਛੋਟੇ ਛੋਟੇ ਬੱਚਿਆਂ ਨੂੰ ਥਾਣਿਆਂ 'ਚ ਉਬਾਲ ਦਿੱਤਾ ਗਿਆ। ਅੱਛਾ, ਹੁਣ ਆਪਾਂ ਉਸ ਗੱਲਬਾਤ ਦੇ ਵਿੱਚ ਹਿੱਸਾ ਲੈਂਦੇ ਹਾਂ ਕਿ ਕਾਲਾ ਅਫਗਾਨਾ ਜੀ ਇਸ ਤਰੀਕੇ ਦੇ ਨਾਲ ਸਾਡੇ ਵਿੱਚ ਪ੍ਰਵੇਸ਼ ਹੋਈ ਆ ਜੀ। ਉਹਨਾਂ ਨੇ ਸਿੱਖਾਂ ਕਿੱਥੋਂ ਮਿਲਦੀ ਆ? ਜੀ ਜੀ ਜੀ, ਇਹ ਸਿੱਖ ਜਿਹੜੇ ਆ ਇੰਨਾ ਕੁਛ ਹੋਣ ਦੇ ਬਾਵਜੂਦ ਨਹੀਂ ਆ ਰਿਹਾ, ਤਾਂ ਨੂੰ ਹੀ ਤਰਦੇ ਜਾਂਦੇ, ਜਿੰਨਾ ਨੱਪਦੇ ਆ ਓਨਾ ਹੀ ਉੱਪਰ ਨੂੰ ਉੱਭਰਦੇ ਆ। ਜੀ ਇਹ ਤਾਕਤ ਕਿੱਥੋਂ ਆ ਰਹੀ ਆ? ਜੀ, ਜਿਹੜਾ ਉਹਨਾਂ ਦੇ ਉਹਨਾਂ ਨੇ ਇਹ ਐਨਾਲਾਈਜ਼ ਕੀਤੇ ਆ ਜੀ, ਇਹ ਤਾਕਤ ਉੱਥੋਂ ਹੀ ਆ ਰਹੀ ਆ। ਜੀ, ਤਾਕਤ 18ਵੀਂ ਸਦੀ ਦੇ ਵਿੱਚ ਉਹਨਾਂ ਨੂੰ ਮਿਲੀ ਤੇ ਉਹਨੇ ਅੱਜ ਹੋਈ ਆ। ਅਰਦਾਸ, ਅੰਮ੍ਰਿਤ ਵੇਲਾ, ਸਿਮਰਨ, ਨਿਤਨੇਮ, ਬਾਣੀ, ਬਾਣਾ, ਸਹਿਜ, ਬੰਦਗੀ, ਪਰਉਪਕਾਰ। ਜੀ। ਫਿਰ ਉਹਨਾਂ ਨੇ ਕਿਹਾ ਵੀ ਇਹ ਜੀਵ ਦੇ ਵਰਤਨੇ ਨਿਕੇ ਕਿਉਂ ਜਿਹੜੇ ਇਹਨਾਂ ਦੇ ਅੰਦਰ ਦੇਵੀਪਣ ਪੈਦਾ ਕਰਨ ਵਾਲੇ ਉਹ ਸਾਰੇ ਸਰੋਤ ਆ। ਦੇਵੀਪਣ ਪੈਦਾ ਉਹਦੇ ਨਾਲ ਇਹ ਸਾਰੇ ਗੁਣਾਂ ਦੇ ਨਾਲ ਸਰਸ਼ਾਰ ਹੋ ਜਾਂਦੇ ਆ ਜੀ। ਉਹ ਦੇਵੀ ਗੁਣ ਦੇ ਆਧਾਰ ਦੇ ਇਹ ਲੋਕ ਬੰਦ ਕਟਵਾਉਣ ਨੂੰ ਜੀ ਦੇ ਵਿੱਚ ਇਹਨਾਂ ਤੇ ਗਰਮ ਕਰਕੇ ਤੀਖਾ ਢੱਕ ਲਿਆ ਪਰ ਬੱਤੀਆਂ ਉੱਪਰੋਂ ਗੱਲ ਕਰਦੇ ਵਾਹਿਗੁਰੂ ਵਾਹਿਗੁਰੂ। ਜੀ ਜੀ ਜੀ,
ਜੀ ਬਿਲਕੁਲ ਬਿਲਕੁਲ ਜੀ। ਉਹ ਸੋਚ ਕੀ ਸੀਗਾ ਜਿਹੜਾ 10ਵੇਂ ਪਾਤਸ਼ਾਹ ਨੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਜ਼ੁਲਮ ਦੇ ਵਿਰੋਧ ਵਿੱਚ ਯੁੱਧ ਦੇ ਲੜਨ ਦਾ ਚਾਅ ਬਾਣੀ ਦੇ ਵਿੱਚ ਜੀ। ਉਹ ਸ਼੍ਰੀ ਦਸਮ ਗ੍ਰੰਥ ਨੂੰ ਕੁਛ ਸੀਗਾ ਇਹਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ। ਜੀ ਜੀ ਜੀ। ਇਹਨਾਂ ਦੇ ਕੋਲੋਂ ਅੰਮ੍ਰਿਤ ਵੇਲਾ ਖੋਲਿਆ ਜਾਵੇ। ਜੀ ਜੀ ਜੀ। ਇਹਨਾਂ ਦੇ ਕੋਲੋਂ ਖੋਲਿਆ ਜਾਵੇ, ਇਹਨਾਂ ਦੇ ਕੋਲੋਂ ਬੰਦਗੀ ਖੋਲੀ ਜਾਵੇ। ਜਦੋਂ ਉਹਨਾਂ ਦੇ ਅੰਦਰ ਦੇਵੀ ਪਣ ਸਾਰੇ ਸਰੋਤ ਖੋਲਾ ਜਾ ਕੇ ਜੀ ਜੀ ਜੀ। ਬਾਬਾ ਜੀ ਤੁਹਾਡੀ ਆਵਾਜ਼ ਕੱਟ ਹੋ ਰਹੀ ਹੈ ਜੀ। ਹਾਂਜੀ ਬਹੁਤ ਵਧੀਆ ਬਚਨ ਨੇ ਜਿਹਦੇ ਪਰ ਉਹ ਜਿਹੜੀ ਕੱਟ ਕੇ ਆਵਾਜ਼ ਆ ਰਹੀ ਹੈ। ਹਾਂਜੀ ਦਾਸ ਬੇਨਤੀ ਕਰ ਰਿਹਾ ਹੈਗਾ ਕਿ ਉਹਨਾਂ ਦਾ ਇਹ ਟਾਰਗੇਟ ਬਣ ਗਿਆ, ਉਹਨਾਂ ਨੇ ਗੋਲ ਸੈੱਟ ਕੀਤਾ ਵੀ ਜਿਸ ਜਿਹੜੇ ਸਰੋਤ ਦੇ ਨਾਲ ਦੇਵੀਪਣ ਪੈਦਾ ਹੋ ਰਿਹਾ ਇਹਨਾਂ ਦੇ ਵਿੱਚ। ਜੀ ਜੀ ਜੀ। ਦੇਵੀਪਣ ਤੋਂ ਭਾਵ ਹੈ ਕਿ ਇੱਕ ਅੰਦਰੂਨੀ ਤੌਰ ਤੇ ਰੂਹਾਨੀਅਤ ਸ਼ਕਤੀ ਪੈਦਾ ਹੋ ਰਹੀ ਆ ਜੀ, ਜਿਹੜੀ ਇਹਨਾਂ ਦੇ ਅੰਦਰੋਂ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦੀ ਭਾਵਨਾ ਨੂੰ ਠੰਡਾ ਨਹੀਂ ਪੈਣ ਦਿੰਦੀ। ਜੀ ਜੀ ਜੀ। ਕਿਸੇ ਵੀ ਹਾਲਾਤ 'ਚ ਸਿੱਖ ਭਾਵੇਂ ਭੁੱਖਾ ਹੋਵੇ, ਮਰ ਗਿਆ ਹੋਵੇ, ਕੱਖ ਨਾ ਪੱਲੇ ਹੋਵੇ, ਫੇਰ ਵੀ ਉਹਦੇ ਦਰ ਤੇ ਕੋਈ ਬੰਦਾ ਭੁੱਖਾ ਆ ਜਾਵੇ, ਆਪਣੀ ਥਾਲੀ ਚੋਂ ਕੱਢ ਕੇ ਰੋਟੀ ਦੇਣ ਦੀ ਭਾਵਨਾ ਇੱਕ ਦੇਵੀਪਣ ਆ। ਜੀ ਜੀ ਜੀ। ਸਿੱਖ ਮਰਿਆ ਵੀ ਹੋਵੇ ਜੀ ਤੇ ਉਹ ਆਪਣੇ ਹੋਏ ਮਰੇ ਹੋਏ ਸਰੀਰ ਦੇ ਵਿੱਚੋਂ ਵੀ ਕੋਈ ਭਾਵਨਾ ਇਹੋ ਜਿਹੀ ਰੱਖਦਾ ਕਿ ਮੈਂ ਕਿਸੇ ਦਾ ਭਲਾ ਕਰ ਦੇਵਾਂ। ਜ਼ਬਰ ਤੇ ਜ਼ੁਲਮ ਦੇ ਖਿਲਾਫ ਜਿਹੜੀ ਉਹ ਹਰ ਵੇਲੇ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਆ। ਅੱਜ ਉਸ ਹੀ ਦੇਵੀਪਣ ਦਾ ਹਿੱਸਾ ਆ ਜਿਨ੍ਹਾਂ ਨੇ 1984 ਚ ਜਿਨ੍ਹਾਂ ਗਲੀਆਂ ਦੇ ਵਿੱਚ ਸਿੱਖਾਂ ਨੂੰ ਕੋਹ ਕੇ ਮਾਰਿਆ, ਉਹਨਾਂ ਗਲੀਆਂ ਦੇ ਵਿੱਚ ਕੋਹ ਮਾਰਨ ਵਾਲਿਆਂ ਦੇ ਬੂਹੇ ਖੜਕਾ ਕੇ ਸਿੱਖ ਹੱਥਾਂ ਵਿੱਚ ਰੋਟੀ ਦੀਆਂ ਟੋਕਰੀਆਂ ਤੇ ਦਾਲ ਵਾਲੀਆਂ ਬਾਲਟੀਆਂ ਫੜ ਕੇ ਪੁੱਛਦੇ ਆ ਭਾਈ ਸਾਹਿਬ ਭੁੱਖੇ ਤਾਂ ਨਹੀਂ ਗਏ। ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਸਿਧਾਂਤ ਆ ਜੀ। ਦੇਵੀਪਣ ਦੇਖੋ ਇਹਨਾਂ ਦੇ ਅੰਦਰ ਉਹ ਦੇਵੀ ਗੁਣਾਂ ਦਾ ਸਰਸਾਰ ਕਿੱਡਾ ਵੱਡਾ ਆ। ਜੀ ਜੀ ਜੀ। ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਨਾਲ ਇਹ ਕੁਛ ਕੀਤਾ, ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚ ਕੈਰੋਸੀਨ ਪਾ ਕੇ ਅੱਗ ਲਾਈ, ਜੀ ਸਾਡੇ ਸਿੱਖ ਅੱਜ ਉਹਨਾਂ ਦੇ ਦਰਾਂ ਮੂਹਰੇ ਖੜਕਾ ਕੇ ਬੂਹਾ ਪੁੱਛਦੇ ਆ ਭਾਈ ਸਾਹਿਬ ਪ੍ਰਸ਼ਾਦੇ ਤੋਂ ਤਾਂ ਨਹੀਂ ਭੁੱਖੇ, ਪ੍ਰਸ਼ਾਦਾ ਲਓ, ਦਾਲਾਂ ਲਓ, ਜੀ ਜੀ ਨਹੀਂ ਜੀ ਹੋਣਾ ਤੁਸੀਂ। ਜੀ ਜੀ ਜੀ। ਇਹ ਚੀਜ਼ ਨੂੰ ਖਤਮ ਉਹਨਾਂ ਨੇ ਸਿੱਖਾਂ ਦੇ ਅੰਦਰ ਜਿਹੜਾ ਦੇਵੀਪਣ ਆ, ਸਪਿਰਚੁਅਲ ਤੱਤ ਆ, ਉਹਨੂੰ ਖਤਮ ਕਰਨ ਦੇ ਜਿਹੜੇ ਸੋਰਸ ਸੀਗੇ ਨਾਮ ਸਿਮਰਨ, ਬੰਦਗੀ, ਅੰਮ੍ਰਿਤ ਵੇਲਾ, ਬਾਣੀ ਦਾ ਕੰਠ ਕਰਨਾ, ਬਾਣੀ ਦਾ ਜਾਪ ਕਰਨਾ, ਉਹ ਸਾਰਿਆਂ ਪ੍ਰਤੀ ਦੁਬਿਧਾ ਪੈਦਾ ਕਰਨ ਵਾਸਤੇ ਮਸ਼ੀਨਰੀ ਕਾਲਜ ਦਾ ਜਿਹੜਾ ਆ 1996 ਚ ਆਜ਼ਾਦ ਕੀਤਾ। ਔਰ ਉਹਨਾਂ ਦੇ ਵਿੱਚੋਂ ਇਹ ਬੰਦੇ ਜਿਵੇਂ ਇਹ ਗੱਲ ਕਹਿੰਦੇ ਆ ਨਾ ਸੰਤ ਅੰਗਰੇਜ਼ਾਂ ਨੇ ਪੈਦਾ ਕੀਤੇ, ਅੱਜ ਤੱਕ ਮਸ਼ੀਨਰੀ ਕਾਲਜ ਦੇ ਜਿੰਨੇ ਪ੍ਰਿੰਸੀਪਲ ਹੋਏ ਸਾਰੇ ਪੰਜਾਬ ਪੁਲਿਸ ਵਿੱਚੋਂ ਆਏ ਆ। ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਨਿਗਾਹ ਮਾਰੋ ਬੱਚੇ ਨੂੰ, ਪੰਜਾਬ ਪੁਲਿਸ ਦੀ ਲੈਂਗੁਏਜ ਸਾਰੇ ਅਨਪੜ੍ਹ ਤੇ ਉਹਦੇ ਵਿੱਚ ਤੁਸੀਂ ਹੁਣ ਦੇਖੋ ਵੀ ਇਹ ਸਿੱਖਾਂ ਦੇ ਵਿੱਚੋਂ ਜਿਹੜਾ ਨਿਆਰਾਪਨ ਖਤਮ ਕਰਨ ਦਾ, ਜਿਹੜੀ ਸਿੱਖਾਂ ਦੇ ਅੰਦਰੋਂ ਦੇਵੀ ਸ਼ਕਤੀ ਨੂੰ ਤਬਾਹ ਕਰਨ ਦਾ, ਜਿਹੜੀ ਸਿੱਖਾਂ ਦੇ ਅੰਦਰ ਬਖਰੇਵਾ ਪੈਦਾ ਕਰਦੀ ਆ, ਉਹਦੇ ਵਾਸਤੇ ਇਹ ਬੰਦਿਆਂ ਨੇ ਸ੍ਰੀ ਦਸਮ ਬਾਣੀ ਪਹਿਲਾ ਸਟਾਰਟਿੰਗ ਚਰਿਤਰੋਪਖਿਆਨ ਦੇ ਉੱਤੇ ਜੀ ਬਿਲਕੁਲ ਚਰਿਤਰੋਪਖਿਆਨ ਦੇ ਉੱਤੇ ਉਂਗਲ ਚੱਕੀ ਜੀ। ਹੌਲੀ ਹੌਲੀ ਇਹਨਾਂ ਨੇ ਉਹਦੇ ਵਾਸਤੇ ਹਥਿਆਰ ਕੀ ਸ਼ੁਰੂ ਕੀਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ। ਜੀ ਜੀ ਜੀ। ਇੱਕ ਮੈਂ ਗੱਲ ਇੱਥੇ ਕਰੈਕਟ ਕਰਨੀ ਚਾਹੁੰਦਾ ਆਪ ਜੀ ਇਹ ਕਹਿੰਦੇ ਵੀ ਸੰਤ ਗੋਰਿਆਂ ਨੇ ਪੈਦਾ ਕੀਤੇ ਆ। ਜੀ ਜੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਪੜ੍ਹ ਕੇ ਦੇਖ ਲਓ ਜਾਂ ਹੋਰ ਜਿਹੜੇ ਸੰਤਾਂ ਦੇ ਪੁਸਤਕ ਦੇ ਵਿੱਚ ਸ਼ਬਦ ਲਿਖੇ ਨੇ ਹਾਂਜੀ ਜੀ, ਉਹ ਮਤਲਬ ਫਿਰ ਕਿਹੜੇ ਸੰਤ ਹੋਏ? ਜੇ ਸੰਤ ਇਹਨਾਂ ਦੇ ਪ੍ਰੋਫੈਸਰ ਦਾ 100% ਤਾਂ ਕਨਫਰਮਡ ਆ ਨਾ ਕਿ ਘੱਗੇ ਵਰਗੇ ਬੰਦੇ ਜਿਹੜੇ ਅਨਪੜ੍ਹ ਆ ਬੰਦੇ, ਉਹ ਆਪਣੇ ਆਪ ਦੱਸਦਾ ਮੈਨੂੰ ਪੜ੍ਹਾਇਆ ਵੀ ਘਰਦਿਆਂ ਨੇ, ਮੈਂ ਤਾਰਾ ਤੂਰਾ ਚੱਕ ਕੇ ਵੇਚਦਾ ਰਿਹਾ ਉੱਥੋਂ ਹਨਾ ਆਪਣੇ ਪੰਜਾਬ। ਇਹਨਾਂ ਦਾ ਜੀਵਨ ਬਿਉਰਾ ਆਪਾਂ ਸਾਰਾ ਜੀ ਇੱਕ ਇੱਕ ਕਰਕੇ ਜ਼ਰੂਰ ਆਪਾਂ ਕੱਲ ਤੋਂ ਜਿਹੜਾ ਵੀ ਆਪਾਂ ਲਗਾਤਾਰ ਹੀ ਵਿਚਾਰਾਂਗੇ ਜੀ। ਹੁਣ ਤੁਸੀਂ ਇੰਦਰ ਘੱਗੇ ਦਾ ਅੱਜ ਨਾਂ ਨਾ ਲਓ ਕਿਉਂਕਿ ਫਿਰ ਇਹ ਮਸਾਲਾ ਅੱਜ ਮੁੱਕ ਗਿਆ ਤੇ ਜਿੱਦਣ ਉਹਨਾਂ ਨੂੰ ਸਰੋਪਾ ਦੇਣਾ ਤੇ ਫਿਰ ਉਦਣ ਨਹੀਂ ਜੀ ਇੰਦਰ ਘੱਗਾ ਸਾਹਿਬ ਦੇ ਲਈ ਹਨਾ ਤੁਸੀਂ ਸੱਚ ਕਰ ਜਾਣਿਓ। ਘੱਗਾ ਸਾਹਿਬ ਜੀ ਤਾਂ ਬਰੂਦ ਦੇ ਉੱਤੇ ਬੈਠ ਕੇ ਨਾ ਕੰਕਲੂਡ ਕਰ ਦੇਵਾਂ ਜੀ, ਮੂਲ ਰੂਪ ਦੇ ਵਿੱਚ ਇਹ ਲੋਕ ਸਿੱਖਾਂ ਦੇ
ਮਾਨ ਖਤਮ ਕਰਨ ਵਾਸਤੇ ਕਾਲਜ ਸਥਾਪਿਤ ਕੀਤਾ, ਧਰਕਾਂ ਖੜੀਆਂ ਕੀਤੀਆਂ, ਦੁਬਦਾ ਖੜੀ ਕੀਤੀ, ਸਿੱਖਾਂ ਦੇ ਅੰਦਰ ਨਾਸਤਿਕਤਾ ਪੈਦਾ ਕੀਤੀ ਜਾ ਰਹੀ ਹੈ। ਸੋ ਇਹ ਜਿਹੜਾ ਨਾਸਤਿਕਤਾ ਦਾ ਜਿਹੜਾ ਪਹਿਲਾ ਪਤਾਮਾ ਹੋਇਆ ਆ, ਇਹ ਕਾਲਾ ਫੁਗਾਨਾ ਆ, ਜਿਹਨੇ ਜਾਣੀ ਕਿ ਸਿੱਖੀ ਦੇ ਵਿੱਚ ਦੁਬਦਾ ਪਾਈ ਆ। ਇਹ ਢੰਡਰੀਆਂ ਵਾਲਾ ਅੱਜ ਜੋ ਪੰਥ ਪ੍ਰੀਤ ਜੋ ਜਿੰਨੇ ਵੀ ਆਪਾਂ ਗੱਲ ਲਈਏ, ਜਿੰਨੇ ਵੀ ਲੱਲੀ ਛੱਲੀ ਜਿੰਨੇ ਵੀ ਨੇ, ਇਹ ਸਾਰੇ ਦੇ ਸਾਰੇ ਜਿਹੜੇ ਆ ਸਮੁੱਚੇ ਰੂਪ ਦੇ ਵਿੱਚ ਇਹਨਾਂ ਦਾ ਜਿਹੜਾ ਗੰਦ ਦਾ ਬੀਜ ਆ ਉਹ ਕਾਲਾ ਅਫਗਾਨਾ ਹੈ। ਇਹਨੇ ਇਦੋਂ ਪਹਿਲਾਂ ਵੀ ਸੀਗਾ, ਇੱਕ ਇਦੋਂ ਪਹਿਲਾਂ ਸੀਗਾ ਭਾਗ ਸਿੰਘ ਅੰਬਾਲਾ, ਉਹਦਾ ਇਹ ਚੇਲਾ ਗਾਂ ਨਿਕਲਿਆ ਜਾਣਗੇ, ਪਰ ਉਹਨਾਂ ਨੇ ਇਸ ਪੱਧਰ ਤੱਕ ਨਹੀਂ ਹੈ ਕਿ ਜਿਸ ਪੱਧਰ ਤੱਕ ਇਹਨੇ ਖਲਾਰਾ ਪਾਇਆ। ਦੇਖੋ ਜੀ ਜੀ ਉਹ ਇਹ ਹੈ ਵੀ ਉਹ ਜਿੱਦਾਂ ਥੋੜੇ ਪੁਰਾਣੇ ਹੋ ਗਏ, ਪਰ ਉਹਨਾਂ ਦੇ ਅਖੀਰ ਚ ਟੱਪਰ ਆਣ ਕੇ ਮਾਫੀ ਮੰਗੇ ਸੀ ਅਕਾਲ ਤਖਤ ਸਾਹਿਬ ਤੋਂ। ਉਦੋਂ ਗੱਲ ਇਹ ਸੀਗੀ ਜੀ ਕਿ ਉਸ ਸਮੇਂ ਜਿਹੜਾ ਸੀ ਨਾ, ਉਸ ਸਮੇਂ ਸਿੱਖਾਂ ਦਾ ਜਿਹੜਾ ਬੋਲਬਾਲਾ ਸੀ ਨਾ, ਔਰ ਸਿੱਖਾਂ ਦੇ ਵਿੱਚ ਇੱਕ ਭੈ ਸੀ, ਉਸ ਭੈ ਨੂੰ ਇੱਕਦਮ ਨਹੀਂ ਸੀ ਕੱਢਿਆ ਜਾ ਸਕਦਾ। ਸੋ ਜੇ ਮੇਰੇ ਖਿਆਲ ਨਾਲ ਹੁਣ ਆਪਾਂ ਸਮਾਪਤੀਆਂ ਨੂੰ ਵੱਧਦੇ ਹਾਂ ਤੇ ਕੋਈ ਬਚਾ ਰਹਿ ਗਿਆ ਬਾਬਾ ਜੀ ਰੱਖਣ ਵਾਲਾ? ਕੱਲ ਨੂੰ ਆਪਾਂ ਜੀ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਹੜਾ ਹੈਗਾ ਆ ਵੀ ਉਹ ਦਰਸ਼ਨ ਰੋਗੀ ਹੁਣਾਂ ਨੂੰ ਆਪਾਂ ਪ੍ਰਚਾਰਾਂਗੇ, ਕਿਉਂਕਿ ਮੈਂ ਉਹਨਾਂ ਦਾ ਮਗਰ ਸਿੰਘ ਨਹੀਂ ਲਾ ਸਕਦਾ ਜਿਹੜਾ ਪੰਥ 'ਚੋਂ ਛੇਕਿਆ ਹੋਇਆ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ। ਜੀ 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 ਜੇ ਹੋ ਸਕੇ ਤਾਂ ਮੈਂ ਵੈਸੇ ਕਾਲ ਲਾਉਣ ਦਾ ਯਤਨ ਕੀਤਾ ਸੀਗਾ, ਉਦੋਂ ਡਾਇਰੈਕਟ ਕਾਲ ਲਾਈ ਸੀ ਮੈਂ, ਕਮਰ ਰਜੀਤ ਸਿੰਘ ਜੀ ਨੂੰ ਆਪਾਂ ਲੈ ਕੇ ਆਈਏ, ਇਹਦਾ ਪਾਰਟ 2 ਰੱਖ ਲਓ, ਤੇ ਜੇ ਹੁਣ ਰਗੜਨਾ ਤਾਂ ਇਹਨੂੰ ਹਲਾਲ ਕਰਕੇ ਜੀ। ਜੇ ਆਪਾਂ ਇੱਦਾਂ ਕਰਦੇ ਹਾਂ ਜੀ, ਜੇ ਆਪਾਂ ਇੱਦਾਂ ਕਰਦੇ ਹਾਂ ਵੀ ਜੇ ਆਪਣਾ ਉਹਨਾਂ ਦੇ ਨਾਲ ਸੰਪਰਕ ਹੋ ਜਾਂਦਾ ਆ ਗਿਆਨੀ ਜੀ ਦੇ ਨਾਲ, ਤੇ ਫਿਰ ਆਪਾਂ ਕੱਲ੍ਹ ਦਾ ਪ੍ਰੋਗਰਾਮ ਇਹਨਾਂ 'ਤੇ ਰੱਖ ਲਾਂਗੇ। ਜੇ ਆਪਣਾ ਕਿਸੇ ਕਾਰਨ ਨਾ ਬਣ ਸਕਿਆ ਤੇ ਫਿਰ ਜਿੰਨੇ ਚੱਕਰ ਉਹਨਾਂ ਨਾਲ ਸੰਪਰਕ ਨਹੀਂ ਬਣਦਾ, ਆਪਾਂ ਇਹਦਾ ਦੂਸਰਾ ਭਾਗ ਜਿਹੜਾ ਉਹ ਉਦੋਂ ਬਾਅਦ 'ਚ ਕਰ ਲਾਂਗੇ, ਤੇ ਆਪਾਂ ਕੱਲ੍ਹ ਨੂੰ ਫਿਰ ਜਿਹੜਾ ਪ੍ਰੋਗਰਾਮ ਅਗਲਾ ਇੱਧਰ ਰੱਖ ਲਾਂਗੇ। ਸੋ ਐਂਡ ਦੇ ਉੱਤੇ ਜਿਹੜੀ ਆ ਸੰਗਤਾਂ ਨੂੰ ਬੇਨਤੀ ਆ ਮੇਰੀ ਇਹ ਆ ਵੀ ਦੇਖੋ, ਇੱਕ ਗੱਲ ਮੈਂ ਆਪ ਜੀ ਦੇ ਨਾਲ ਕੁਝ ਬਚਨ ਸਾਂਝੇ ਕਰਾਂਗਾ ਗੁਰੂ ਸਾਹਿਬ ਜੀ ਦੇ। ਜ਼ਰੂਰ ਇੱਕ ਵਾਰੀ ਆਪਣੇ ਬੱਚਿਆਂ ਵੱਲ ਦੇਖ ਕੇ ਬਚਨ ਜ਼ਰੂਰ ਸਰਵਣ ਕਰ ਲਿਓ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਸਿੱਖ ਦੋਏ ਸੰਗਤੀ ਪੰਜੀ ਪਰਮੇਸ਼ਵਰ ਦਾ ਸਥਾਨ ਦੇਤਾ। ਜਦੋਂ ਸਾਡਾ ਬੱਚੇ ਨਾ ਇੱਕ ਹੁੰਦਾ, ਉਹ ਕਹਿੰਦਾ ਮੈਂ ਸੰਗਤ ਕਰ ਰਿਹਾ, ਮੈਂ ਬਾਣੀ ਪੜ੍ਹ ਰਿਹਾ, ਦੋ ਇਕੱਠੇ ਹੁੰਦੇ ਨੇ ਸੰਗਤ ਕਰਦੇ, ਜਦੋਂ ਪੰਜ ਇਕੱਠੇ ਹੋ ਜਾਂਦੇ ਨੇ ਕਹਿੰਦੇ ਅਸੀਂ ਪਰਮੇਸ਼ਵਰ ਦਾ ਰੂਪ ਲੈ ਲਿਆ, ਹੁਣ ਸਾਨੂੰ ਕਿਸੇ ਦਾ ਭੈ ਨਹੀਂ। ਠੀਕ ਹੈ ਜੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜਾ ਹੈ ਇੱਕ ਜਗ੍ਹਾ 'ਤੇ ਜਾ ਕੇ ਸਾਨੂੰ ਜ਼ਰੂਰ ਸੱਚੇ ਪਾਤਸ਼ਾਹ ਜੀ ਜਿਹੜਾ ਅਗਾਹ ਕਰਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਬਈ ਦੀਨ ਦਿਆਲ ਜੀ ਕਹਿੰਦੇ ਨੇ ਵੀ ਖਾਲਸਾ ਜਦੋਂ ਤੱਕ ਜਿਹੜਾ ਖਾਲਸਾ ਹੈ ਉਹ ਰਹਿਣੀ ਬਹਿਣੀ ਦੇ ਵਿੱਚ ਪੂਰਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਾ ਕੁਝ ਜਿੰਨਾ ਮੇਰਾ ਬਲ ਹੈ ਉਹ ਮੇਰੇ ਖਾਲਸੇ ਦੇ ਕੋਲ ਹੈ। ਸੱਚੇ ਪਾਤਸ਼ਾਹ ਜੀ ਆਪਣਾ ਹਰ ਇੱਕ ਜਿਹੜਾ ਬਲ ਹੈ ਉਹ ਖਾਲਸੇ ਦੀ ਝੋਲੀ ਦੇ ਵਿੱਚ ਪਾਉਂਦੇ ਨੇ। ਪਰ ਜਦੋਂ ਖਾਲਸਾ ਜਦ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਬ ਜੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ, ਜਦੋਂ ਖਾਲਸਾ ਵਿਪਰਨ ਦੀ ਰੀਤ 'ਚ ਚਲੇ ਜਾਊਗਾ ਮੈਂ ਇਹਦੀ ਪ੍ਰਤੀਤ ਨਹੀਂ ਕਰਦਾ। ਖਾਲਸਾ ਜੀ ਇਸ ਚੀਜ਼ ਨੂੰ ਸਾਡੇ ਦੁਸ਼ਮਣਾਂ ਨੇ ਯਕੀਨ ਕੀਤਾ, ਇਸ ਚੀਜ਼ ਨੂੰ ਸਾਡੇ ਦੁਸ਼ਮਣਾਂ ਨੇ ਬੜਾ ਸਤਿਗੁਰਾਂ ਦੇ ਉੱਤੇ ਯਕੀਨ ਕੀਤਾ, ਪਰ ਖਾਲਸੇ ਨੇ ਕੀਤਾ, ਪਰ ਸਾਡੇ ਵਿੱਚੋਂ ਕੁਝ ਟੁਕੜ ਬੋਚਾਂ ਨੇ ਨਹੀਂ ਕੀਤਾ। ਮੈਂ ਇੱਥੇ ਇਹ ਵੀ ਗੱਲ ਕਹਿ ਦੂੰਗਾ, ਸਾਡੀ SGPC ਨੇ ਵੀ ਨਹੀਂ ਕੀਤਾ। ਸੋ ਮੈਂ ਇਸ ਗੱਲ ਨੂੰ ਆਪਣੀ ਜ਼ਿੰਮੇਵਾਰੀ ਤੇ ਕਹੂੰਗਾ, ਆਪਣੀ ਟੀਮ ਦੀ ਜ਼ਿੰਮੇਵਾਰੀ ਤੇ ਨਹੀਂ, ਸਾਡੀ SGPC ਨੇ ਵੀ ਨਹੀਂ ਕੀਤਾ। ਜੇ SGPC ਨੇ ਆਪਣਾ ਰੋਲ ਪੂਰੇ ਤਰੀਕੇ ਨਾਲ ਨਿਭਾਇਆ ਹੁੰਦਾ ਤੇ ਕਾਲੇ ਅਫਗਾਨਾ ਜਿਹੜਾ ਪੰਥ ਵਿੱਚੋਂ ਛੇਕਦਾ ਗਿਆ ਸੀ ਉਹਦਾ ਲਿਟਰੇਚਰ ਕਿਉਂ ਨਾ ਖਤਮ ਕੀਤਾ ਗਿਆ। ਜਿੰਨਾ ਵੀ ਫੰਡਿੰਗ ਹੋ ਰਹੀ ਆ ਇਹ 96 ਦੀ ਕਤੀੜ ਨੂੰ, ਇਹ ਜਿਹੜੇ ਮਿਸ਼ਨਰੀ ਨੇ ਇਹ ਇੱਕ ਨਰਕ ਧਾਰੀ ਆ ਜਿਹੜਾ ਇਹ ਕਾਲਾ ਅਫਗਾਨਾ ਹੈ। ਜਦੋਂ ਪੰਥ ਵਿੱਚੋਂ ਛੇਕ ਦਿੱਤਾ ਉਹਦਿਆਂ ਲਿਟਰੇਚਰਾਂ ਨੂੰ ਇਹ ਪ੍ਰਮੋਟ ਕਰਨ, ਸ਼੍ਰੋਮਣੀ ਕਮੇਟੀ ਇਹਨਾਂ ਨੂੰ ਪੈਸੇ ਨਾਲ ਫੰਡਿੰਗ ਕਰੇ ਤੇ ਫਿਰ ਉਹਨੂੰ ਕੀ ਕਹੋਗੇ। ਇੱਕ ਪਾਸੇ ਸਾਨੂੰ ਇਹ ਦ੍ਰਿੜ ਕਰਵਾਇਆ ਜਾ ਰਿਹਾ ਬਈ ਜਿਹੜਾ ਪੰਥ ਵਿੱਚੋਂ ਛੇਕਿਆ ਗਿਆ ਉਹਦੇ ਨਾਲ ਸਾਡੀ ਰੋਟੀ ਬੁਰਕੀ ਦੀ ਸਾਂਝ ਖਤਮ ਹੋ ਗਈ, ਤੇ ਜੇ ਸਾਡੀ ਸਾਂਝ ਖਤਮ ਹੋ ਗਈ ਤੇ ਲਿਖਤਾਂ ਕੀ ਕਰ ਰਹੀਆਂ, ਤੇ ਜਿਹੜੇ ਲਿਖਤਾਂ ਨੂੰ ਪ੍ਰਮੋਟ ਕਰ ਰਹੇ ਨੇ ਤੇ ਉਹ ਸਾਡੇ ਕਿੱਥੋਂ ਰਹਿ ਗਏ, ਤੇ ਜੇ ਉਹ ਸਾਡੇ ਨਹੀਂ ਤੇ ਫਿਰ ਉਹਨਾਂ ਨੂੰ ਪ੍ਰਮੋਟ ਕਿਉਂ ਕੀਤਾ ਗਿਆ। ਸੋ ਇਹ ਜਿਹੜੇ ਸੀ ਅਸੀਂ ਆਪਣੇ ਰੋਲ ਨਾ ਨਿਭਾਉਣ ਦਾ ਕਰਕੇ ਸਾਡੀ ਅੱਜ ਜਿਹੜੀ ਇਹ ਹਾਲਤ ਖਾਲਸਾ ਜੀ ਹੋਈ ਆ। ਸੋ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਹੁਣ ਇਹ ਜਿਹੜਾ ਸਾਡੇ ਦੇ ਉੱਤੇ ਇੱਕ ਸਵਾਲ ਚੱਕਿਆ ਜਾ ਰਿਹਾ ਬਈ ਜਿਹੜਾ ਇਹ ਧੇਲੇ ਦਾ ਬੰਦਾ ਢੰਡਰੀ ਸਵਾਲ ਚੱਕ ਰਿਹਾ, ਮੈਂ ਐਂਡ ਇਹਦੇ ਸਵਾਲ 'ਤੇ ਕਰੂੰਗਾ ਤੇ ਇੰਨੀ ਕੁ ਖਿਮਾ ਬਖਸ਼ ਲਿਓ, ਕਿਉਂਕਿ ਇਹ ਜਿੰਨੀ ਬਕਵਾਸ ਕਰ ਰਿਹਾ ਹਰ ਪ੍ਰੋਗਰਾਮ ਦੇ ਵਿੱਚ ਐਂਡ ਮੈਨੂੰ ਇਹਦੇ 'ਤੇ ਕਰਨਾ ਪਿਆ ਕਰਨਾ ਜਿੰਨਾ ਚੱਕਰ ਹੋਸਟ ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਇਹ ਕਹਿ ਰਿਹਾ ਵੀ ਜਿਹੜਾ ਗੁਰੂ ਸਾਹਿਬ ਜੀ ਸੀਗੇ ਉਹਨਾਂ ਨੂੰ ਤੁਸੀਂ
ਆਮ ਰਹਿਣ ਦਿੰਦੇ ਤੇ ਉਹਨਾਂ ਦੇ ਅਸੀਂ ਕਹਿੰਦੇ ਵੀ ਦੱਸੇ ਹੋਏ ਰਾਸਤੇ 'ਤੇ ਅਸੀਂ ਚੱਲਣਾ, ਕਿਉਂਕਿ ਉਹ ਕਰ ਸਕਦੇ ਸੀ ਤੇ ਅਸੀਂ ਵੀ ਕਰ ਸਕਦੇ ਹਾਂ। ਇਹ ਅੱਜ ਸੋਚ ਦੇ ਰਹੇ ਨੇ। ਇਹ ਕਾਲੇ ਅਫਗਾਨੇ ਦੀ ਸੋਚ ਹੈ, ਢੰਡਰੀ ਦੀ ਸੋਚ ਨਹੀਂ ਗੀ। ਇਹ ਜਿੱਥੋਂ ਉਹਨਾਂ ਦਾ ਪਿਤਾਮਾ ਚੱਲਿਆ ਨਾ, ਇਹ ਉੱਥੋਂ ਦੀ ਸੋਚ ਆ। ਮੇਰੀ ਗੱਲ ਦੇ ਨਾਲ ਨਾਲ ਰਿਓ, ਇਹ ਉੱਥੋਂ ਦੀ ਸੋਚ ਹੈ। ਸੋ ਇਹ ਕਹਿ ਰਹੇ ਨੇ ਵੀ ਜੇ ਗੁਰੂ ਸਾਹਿਬ ਜੀ ਨੂੰ ਆਮ ਰਹਿਣ ਦਿੰਦੇ, ਫਿਰ ਇਹ ਐਗਜ਼ਾਮਪਲ ਯੂਜ਼ ਕਰਦਾ ਵੀ ਜੇ ਆਪਾਂ ਕਹੀਏ ਬਾਹਰ ਇੱਕ ਬੋਰੀ ਸੀਗੀ, ਉਹ ਬੰਦੇ ਨੇ ਚੱਕੀ ਤੇ ਦੂਜਾ ਕਹੂਗਾ ਮੈਂ ਵੀ ਚੱਕ ਸਕਦਾ। ਜੇ ਉਹ ਕਹਾਂਗੇ ਹਾਥੀ ਨੇ ਚੱਕ ਲਈ ਤਾਂ ਉਹ ਕਹੂਗਾ ਹਾਥੀ ਚੱਕ ਸਕਦਾ, ਮੈਂ ਨਹੀਂ ਚੱਕ ਸਕਦਾ। ਇਸ ਐਗਜ਼ਾਮਪਲ 'ਤੇ ਚੱਲੇ। ਮੈਂ ਪੁੱਛਣਾ ਚਾਹੁੰਦਾ ਵੀ ਜਦੋਂ ਕਾਲੇ ਅਫਗਾਨੇ ਤੋਂ ਬਾਅਦ ਜਦੋਂ ਕਿੰਤੂ ਪਰੰਤੂ 'ਚ ਕੌਮ ਪੈ ਗਈ ਆ, ਉਦੋਂ ਬਾਅਦ ਦੀ ਕੌਮ ਇੱਕ ਪ੍ਰਾਪਤੀ ਦੱਸੇ ਸਾਡੀ ਆਹ ਪ੍ਰਾਪਤੀ ਆ। ਜਿਨ੍ਹਾਂ ਨੇ ਇਹ ਗੱਲ ਕਹੀ ਕਿ ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਨੇ, ਸੱਚੇ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਜੀ ਕਾਇਨਾਤ ਦੇ ਮਾਲਕ ਨੇ, ਦੀਨ ਦਿਆਲ ਜੀ, ਉਹਨਾਂ ਨੇ ਕੀ ਕੀਤਾ? ਉਹਨਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲੀ ਐਗਜ਼ਾਮਪਲ ਤੁਹਾਨੂੰ ਦੇਣੀ ਚਾਹੁੰਦਾ, ਖਾਲਸਾ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼। ਠੀਕ ਆ ਜੀ। ਪਹਿਲੇ ਨੰਬਰ ਦੇ ਉੱਤੇ ਇੰਦਰਾ ਗਾਂਧੀ ਐਮਰਜੈਂਸੀ ਲਾਉਂਦੀ ਆ। ਉਸ ਐਮਰਜੈਂਸੀ ਦਾ ਵਿਰੋਧ ਦੇ ਵਿੱਚ ਮਹਾਂਪੁਰਸ਼ ਜਿਹੜੇ ਨੇ ਉਹ ਆਪਣੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਪ੍ਰਚਾਰ ਕਰਦੇ ਨੇ ਸਿੱਖੀ ਦਾ। ਔਰ ਕੈਸਾ ਪ੍ਰਚਾਰ ਕਰਦੇ ਨੇ? ਉਸ ਸਮੇਂ 4 ਚੁਫੇਰੇ ਜਿਹੜੀਆਂ ਹੈਗੀਆਂ ਦਸਤਾਰਾਂ ਸੋਭ ਜਾਂਦੀਆਂ ਨੇ, ਦਮਾਲੇ ਸੋਭ ਜਾਂਦੇ ਨੇ। ਉਸੇ ਹੀ ਪ੍ਰਚਾਰ ਦੇ ਵਿੱਚੋਂ ਅੱਗੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਨੇ ਜਿਹੜਾ ਅੱਗੇ ਘਾਲਣਾ, ਜਿਹੜੀ ਘੋਲ ਕਮਾਈ ਕੀਤੀ, ਉਸੇ ਹੀ ਪ੍ਰਚਾਰ ਦੇ ਸਿੱਟੇ ਵਜੋਂ ਅੱਗੇ ਆ ਕੇ ਨਿਕਲਦੀ ਆ। ਸੋ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਆ, ਉਸ ਸਮੇਂ ਉਹ ਕੀ ਕਹਿੰਦੇ ਨੇ? ਜਦੋਂ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਸਰਜਰੀ ਕਰਵਾ ਲਓ, ਤੁਹਾਡੀ ਸਰਜਰੀ ਕਰਕੇ ਤੁਹਾਡੀ ਜਾਨ ਬਚਾਈ ਜਾ ਸਕਦੀ ਆ। ਤੇ ਖਾਲਸਾ ਜੀ ਬੋਲ ਸੁਣੋ ਸੰਤਾਂ ਦੀ। ਕਹਿੰਦੇ ਭਾਈ ਜਿਹਨਾਂ ਕੇਸਾਂ ਦੀ, ਜਿਹੜੇ ਕਕਾਰਾਂ ਦੀ ਸਾਰੀ ਉਮਰ ਜਿਹੜਾ ਪ੍ਰਚਾਰ ਕੀਤਾ ਆ, ਉਹ 4 ਸਵਾਸਾਂ ਦੇ ਲਈ ਉਹਨਾਂ ਕੇਸਾਂ ਦੀ, ਉਹਨਾਂ ਰੋਮਾਂ ਦੀ ਬੇਅਬਦੀ ਕਰਾ ਲਈਏ, ਕਦਾਚਿਤ ਨਹੀਂ ਹੋ ਸਕਦਾ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਬਿਲਕੁਲ ਬਾਈ ਪ੍ਰੂਫ ਕਹਿ ਰਹੇ ਹਾਂ ਜੀ, ਲਿਖਤਾਂ ਵੀ ਮੌਜੂਦ ਨੇ। 5 ਮੈਂਬਰੀ ਕਮੇਟੀ ਬਣ ਕੇ ਜਾਂਦੀ ਵੀ 5 ਸਿੰਘਾਂ ਦਾ ਜੱਥਾ ਭੇਜਿਆ ਜਾਂਦਾ ਵੀ ਤੁਸੀਂ ਹੁਕਮ ਦੇ ਕੇ ਜਿਹੜੇ ਹੈਗੇ ਉਹਨਾਂ ਨੂੰ ਕਹਿ ਦਿਓ ਵੀ ਤੁਸੀਂ ਆਪਣੀ ਸਰਜਰੀ ਕਰਾ ਲਓ, ਕੇਸ ਕਤਲ ਕਰਵਾ ਲਓ। ਜਦੋਂ 5 ਸਿੰਘ ਜਾਂਦੇ ਨੇ, ਕਿਉਂਕਿ 5 ਦੇ ਵਿੱਚ ਗੁਰੂ ਆਪ ਵਿਚਰਦਾ, 1 ਸਿੱਖ 2 ਸੰਘ ਦੇ 5 ਪਰਮੇਸ਼ਵਰ। ਜਦੋਂ ਉਹ 5 ਪਰਮੇਸ਼ਵਰਾਂ ਦੇ ਵਿੱਚ ਜਾ ਕੇ ਉਹ ਜਾ ਕੇ ਮੁੱਖ ਵੱਲ ਤੱਕਦੇ ਨੇ ਤੇ ਮੁੱਖ ਦੇ ਵਿੱਚ ਐਸਾ ਤਰਲਾ ਸੀ ਗੁਰੂ ਸਾਹਿਬ ਜੀ ਦੇ ਅੱਗੇ, ਉਹ 5 ਜਿਹੜੇ ਸਿੰਘ ਨੇ ਉਹ ਆਖਰੀ ਫਤਿਹ ਬੁਲਾ ਕੇ ਆ ਜਾਂਦੇ ਨੇ, ਪਰ ਹੁਕਮ ਨਹੀਂ ਦਿੰਦੇ ਕਿ ਤੁਸੀਂ ਕੇਸ ਕਤਲ ਕਰਵਾ ਲਓ। ਇਹ ਸੀ ਸਿੱਖੀ ਦੀ ਜੜ। ਇਹ ਸੀ ਉਹ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਿਆ। ਸਵਾਸ ਛੱਡ ਦਿੱਤੇ, ਸਵਾਸਾਂ ਦਾ ਮੋਹ ਨਹੀਂ ਕੀਤਾ। ਜਿਨ੍ਹਾਂ ਨੂੰ ਕਹਿ ਰਿਹਾ ਜਾਂਦਾ ਆ ਕਿ ਫਲਾਣੇ ਸੰਤ ਉੱਥੋਂ ਆਏ। ਸੰਤ ਲਫ਼ਜ਼ ਕਿੱਥੋਂ ਆਏ? ਸੰਤ ਲਫ਼ਜ਼ ਇੱਥੋਂ ਆਏ ਕਿ ਜਦੋਂ ਸੰਤ ਬਣ ਕੇ ਇਸ ਦੁਨੀਆ ਤੋਂ ਚਲੇ ਗਏ ਪਰ ਰੋਮਾਂ ਦੀ ਬੇਅਬਦੀ ਨਹੀਂ ਹੋਣ ਦਿੱਤੀ। ਇਹ ਸੀ ਸੰਤ। ਅਸੀਂ ਉਹਨਾਂ ਦੇ ਸਰੀਰ ਨੂੰ ਸੰਤ ਨਹੀਂ ਕਹਿੰਦੇ, ਉਹਨਾਂ ਦੇ ਗੁਣਾਂ ਨੂੰ ਸੰਤ ਕਹਿੰਦੇ ਆ। ਜੇ ਤੁਹਾਨੂੰ ਲੱਗਦਾ ਕਿ ਸੰਤ ਲਫ਼ਜ਼ ਇਹ ਨਿਗਾ, ਤੇ ਫਿਰ ਤੁਹਾਡੀਆਂ ਪਜਾਮੀਆਂ ਕੋਲ ਲਿਬੜਦੀਆਂ ਫਿਰਦੀਆਂ। ਤੁਸੀਂ ਤਾਂ ਗੁਰੂ ਨੂੰ ਆਮ ਜਾਣਿਆ ਸੀ। ਉਹ ਗੁਰੂ ਲੱਖਾਂ ਦੇ ਇਕੱਠ ਦੇ ਵਿੱਚ ਆਪਣਾ ਛੋਟੇ ਭੁਜੰਗੀ ਨੂੰ ਥਾਪੜਾ ਦੇ ਕੇ ਤੋਰਦਾ ਵੀ ਜਾ ਪੁੱਤਰਾ, ਅੱਜ ਮੈਂ ਤੇਰੇ ਸਰੀਰ ਦੇ ਵਿੱਚ ਤੈਨੂੰ ਬਰਸ਼ੀ ਖਾਂਦੇ ਨੂੰ ਦੇਖਣਾ। ਜਦੋਂ ਤੇਰੇ ਸਰੀਰ ਦੇ ਵਿੱਚ ਬਰਸ਼ੀ ਆਰ ਪਾਰ ਹੋਵੇ, ਤੂੰ ਚੜ੍ਹਦੀ ਕਲਾ ਦੇ ਵਿੱਚ ਹੋਵੇਂ ਤੇ ਤੁਹਾਡੀਆਂ ਪਜਾਮੀਆਂ ਲਿਬੜ ਜਾਣ। ਤੁਸੀਂ ਤਾਂ ਗੁਰੂ ਨੂੰ ਆਮ ਕਰਕੇ ਜਾਣਿਆ ਸੀ। ਤੁਹਾਡੇ ਕੋਲ ਭਲਿਓ ਕੀ ਹੋਇਆ ਉਹਦੇ ਤੋਂ ਜਿਹਨੇ ਇਹ ਗੱਲ ਕਹੀ ਕਿ ਮੈਂ ਆਪਣੇ ਰੋਮ ਨਹੀਂ ਜਾਣ ਦੇਣੇ, ਸਰੀਰ ਜਾਂਦਾ ਚਲੇ ਜਾਵੇ। ਉਸ ਤੋਂ ਅੱਗੇ ਵਧੋ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ ਬਥੇਰੇ ਅੱਜ ਬਕਵਾਸ ਕਰਦੇ ਨੇ ਨੇਕੀ ਵਰਗੇ ਮਾਂ ਨੂੰ ਵੇਸ਼ਵਾ ਕਹਾ ਕੇ, ਪਰ ਖਾਲਸਾ ਜੀ ਜੋ ਬਚਨ ਉਸ ਸੂਰਮੇ ਨੇ ਮੁੱਖ ਦੇ ਵਿੱਚੋਂ ਕਹਿ ਦਿੱਤੇ, ਸਿਰ ਦੇ ਨਾਲ ਨਿਭਾਏ। ਅੱਜ ਦੇ ਕਿਸੇ ਜਿਹੜੇ ਟੁਕੜਬੋਚ ਇਹਨਾਂ ਨੂੰ ਸੁਣਨ ਵਾਲੇ ਨੇ, ਇਹਨਾਂ ਨੂੰ ਪੁੱਛੋਗੇ ਉਹ ਲੱਖਾਂ ਇਲਜ਼ਾਮ ਲਾਉਣਗੇ। ਜਿੱਦਾਂ ਹਿੰਦੂ ਕਹੀ ਜਾਂਦੇ ਸਾਡਾ 33 ਕਰੋੜ ਮਾਰਤਾ ਜੀ, ਸਾਡਾ 35,000 ਬੰਦਾ ਮਾਰਤਾ ਬਾਬਾ ਜਰਨੈਲ ਸਿੰਘ ਹੋਣਾ ਨੇ। ਜਦੋਂ ਕਹੀਦੇ ਕੋਈ FR ਕਢਾ ਕੇ ਲਿਆਓ ਵੀ ਤੁਹਾਡੀ ਸਰਕਾਰ ਸੀ, ਮਹਾਂਪੁਰਸ਼ਾਂ ਦੇ ਖਿਲਾਫ FR ਕਿਹੜੀ ਸੀ? ਕਹਿੰਦੇ ਕੋਈ ਵੀ ਨਹੀਂ। ਜਦੋਂ ਪੁੱਛੀਦਾ ਵੀ ਉਹ 35,000 ਪਰਿਵਾਰ ਵਿੱਚੋਂ 3500 ਦੀ ਸਾਨੂੰ ਲਿਸਟ ਦੇ ਦਿਓ, ਉਹ ਕਿਹੜੇ ਬੰਦੇ ਸੀ, ਕਿੱਥੇ ਰਹਿੰਦੇ ਸੀ, ਇਸ ਧਰਤੀ ਦੇ ਸੀਗੇ, ਸਾਨੂੰ ਦਿਓ ਲਿਸਟ। ਕਹਿੰਦੇ ਸਾਡੇ ਕੋਲ ਹੈ ਨਹੀਂ। ਇਸੇ ਤਰੀਕੇ ਨਾਲ ਜਦੋਂ ਨੇਕੀ ਐਲੀਗੇਸ਼ਨ ਲਾਉਂਦਾ, ਫਲਾਨੀ ਬੀਬੀ ਨੂੰ ਆਹ ਕੁੱਟਮਾਰ ਕਰਦੀ ਗਈ, ਫਲਾਣੇ ਭਾਈ ਦੀ ਕੁੱਟਮਾਰ ਕਰਦੀ ਗਈ, ਜਦੋਂ ਪੁੱਛੀਦਾ ਵੀ ਲਿਆ ਭਾਈ ਉਸ ਬੀਬੀ ਦਾ ਅੱਗਾ ਤੱਗਾ ਕੋਈ ਉਸ ਬੰਦੇ ਦਾ ਲਿਆ, ਕਹਿੰਦੇ ਸਾਡੇ ਕੋਲ ਹੈ ਨਹੀਂ। ਉਹ ਨਾ ਮਹਾਂਪੁਰਸ਼ਾਂ ਨੇ ਕੀ ਕਿਹਾ? ਕਹਿੰਦੇ ਜੇ ਜਿਹੜਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਧਾਰਨਾ ਪੜ੍ਹੀ, ਸਿਰ ਚਲੇ ਗਿਆ, ਸਦਕ ਨਹੀਂ ਗਿਆ। ਉਸ ਸਮੇਂ ਜਿਹੜੇ ਨਾਲ ਦੇ ਸਿੰਘ ਨੇ ਉਹਨਾਂ ਦਾ ਜੋਸ਼ ਦੇਖੋ। ਭਾਈ ਰਛਪਾਲ ਸਿੰਘ ਜੀ ਹੁਣੀ ਆਪਦੇ ਸਰੀਰ ਦੇ ਵਿੱਚ ਦੀ ਗੋਲੀ ਨਿਕਲਦੀ ਆ, ਗਾਂ ਬੱਚੇ ਦੇ ਲੱਗਦੀ ਆ, ਗਾਂ ਉਹਨਾਂ ਦੀ ਸਿੰਘਣੀ ਦੇ ਲੱਗਦੀ ਆ, ਚੜ੍ਹਦੀ ਕਲਾ ਦੇਖੋ। ਉਹ ਬੀਬੀ 2 ਹਫ਼ਤਿਆਂ ਤੱਕ ਜਿਹੜੀ ਉਹ ਜੇਲ੍ਹ ਦੇ ਵਿੱਚ ਰਹਿੰਦੀ, ਭੁੱਖੀ ਨਿਭਾਣੀ। ਤੇ ਉਦੋਂ ਬਾਅਦ ਦੇ ਵਿੱਚ ਜਦੋਂ ਵੈਦਿਆ ਦੀ ਘਰ ਵਾਲੀ ਪ੍ਰਸ਼ਾਦਾ ਦਿੰਦੀ ਆ ਮਾਤਾ ਪ੍ਰੀਤਮ ਕੌਰ ਨੂੰ, ਤੇ ਉਹ ਪ੍ਰਸ਼ਾਦਾ ਫੜ ਲੈਂਦੀ। ਪਤਾ ਨਹੀਂ ਸੀ ਵੀ ਇਹ ਉਸ ਜਰਨੈਲ ਦੀ ਘਰ ਵਾਲੀ ਆ। ਜਦੋਂ ਕੋਈ ਦੱਸਦਾ ਕਹਿੰਦਾ ਵੀ ਵੈਦਿਆ ਦੀ ਘਰ ਵਾਲੀ ਆ, ਪ੍ਰਸ਼ਾਦਾ ਚੱਕ ਕੇ ਮੂਹਰੇ ਮਾਰਦੀ ਆ, ਕਹਿੰਦੀ ਪੁੱਤਰ ਸ਼ਹੀਦ ਕਰਾ ਲਿਆ,
ਜਿਹੜਾ ਸਿਰ ਦਾ ਸੁਹਾਗ ਸੀ ਉਹ ਸ਼ਹੀਦ ਕਰਾ ਲਿਆ, ਅਤੇ ਇਹ ਤੁਸੀਂ ਮੈਨੂੰ ਇੱਕ ਬੁਰਕੀ ਦੇ ਖਰੀਦਣਾ ਚਾਹੁੰਦੇ ਹੋ। ਇਹ ਸੀ ਉਹ ਜਿਨ੍ਹਾਂ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਿਆ। ਅਤੇ ਜਿਹੜੇ ਕਾਲੇ ਅਫਗਾਨ ਵਰਗੇ ਟੁਕੜਬੋਚ ਸਰਕਾਰ ਦੇ ਜਿਹੜੇ ਪੁਲਿਸ ਦੇ ਵਿੱਚੋਂ ਟੌਟ ਜਾ ਕੇ ਇਹ ਲਿਖਤਾਂ ਲਿਖਦੇ ਨੇ, ਇਹ ਘਾੜਤਾਂ ਘੜਦੇ ਨੇ, ਉਹ ਆਪ ਕੀ ਕਰਦੇ ਨੇ 60-65 ਸਾਲ ਦੀ ਉਮਰ ਵਿੱਚ ਬੀਬੀਆਂ ਨੂੰ ਕਾਲ ਕਰਦੇ ਹੋਏ 5000 ਦਾ ਜੁਰਮਾਨਾ ਭਰਦੇ ਨੇ। ਉਹਨਾਂ ਦੇ ਮੁੰਡੇ ਗਾਂ ਕੀ ਕਰਦੇ ਨੇ, ਗੁਰੂ ਘਰ ਦੀ ਪਾਰਕ ਦੇ ਵਿੱਚ ਕੁਕਰਮ ਕਰਦੇ ਹੋਏ ਬੀਬੀ ਨਾਲ ਫੜ ਹੁੰਦੇ ਨੇ। ਉਹਨਾਂ ਦੇ ਜਿਹੜੇ ਢੰਡਰੀਆਂ ਵਾਲਾ ਕੀ ਕਰਦਾ ਫੜ ਹੁੰਦਾ, ਉਹਦੇ ਡੇਰੇ ਦੇ ਵਿੱਚ ਬੀਬੀ ਮਰ ਜਾਂਦੀ ਆ, ਧੀ ਮਰ ਜਾਂਦੀ ਆ, ਪਰਿਵਾਰ ਨੂੰ 7-8 ਲੱਖ ਰੁਪਈਆ ਦੇ ਕੇ ਰਾਜੀਨਾਮਾ ਕਰਦਾ। ਖਾਲਸਾ ਜੀ ਸੋਚਣਾ ਤੁਸੀਂ ਆ ਕਿ ਹੁਣ ਤੁਸੀਂ ਜਿਹੜਾ ਸੀ ਉਹ ਹਾਥੀ ਮੰਨ ਕੇ ਚੱਲਣਾ ਜਾਂ ਇਨਸਾਨ ਮੰਨ ਕੇ ਚੱਲਣਾ। ਕਾਇਨਾਤ ਦੇ ਮਾਲਕ ਨੇ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨ, ਉੱਥੇ ਹਲਤ ਦੇ ਪਲਤ ਖਾਲਸਾ ਜੀ ਦੋਨੋਂ ਸਵਾਰੀਆਂ ਜਾਂਦੀਆਂ। ਸੋ ਮੈਂ ਇੰਨੀ ਕੁ ਜਿਹੜੀ ਗੱਲ ਦੇ ਨਾਲ ਆਪਣੀ ਤੁਹਾਡੇ ਚਰਨਾਂ ਦੇ ਵਿੱਚ ਤਰਲਾ ਲੈਣਾ ਖਾਲਸਾ ਜੀ ਕਿ ਆਪਾਂ ਆਪਣੇ ਇਤਿਹਾਸਕ ਗ੍ਰੰਥਾਂ ਨੂੰ ਪੜ੍ਹੀਏ। ਅਸੀਂ ਅੱਜ ਲੈ ਆਵਾਂਗੇ ਕਿਤਾਬਾਂ ਲਿਖਣ ਵਾਲੇ ਵਿਦਵਾਨ ਜਿਹੜੇ ਨੇ ਉਹਨਾਂ ਦਾ ਮਿਹਨਤ ਤਾਲਾ ਕਰਕੇ ਲੈ ਆਵਾਂਗੇ। ਤੁਸੀਂ ਅੱਧੇ ਘੰਟੇ 'ਚ ਸੁਣ ਕੇ 2 ਮਿੰਟ ਸੋਚ ਲਓਗੇ ਵੀ ਹਾਂ ਵੀ ਕਾਲਾ ਅਫਗਾਨਾ ਗਲਤ ਸੀ, ਅਤੇ ਜਿੱਦਣ ਇਹਨਾਂ ਵਿਦਵਾਨਾਂ ਨੇ ਵੀ ਜਿਹੜਾ ਸੀ ਉਹ ਬੈਠੇ ਨਹੀਂ ਰਹਿਣਾ, ਇੱਕ ਦਿਨ ਉਹਨਾਂ ਨੇ ਚੜ੍ਹਾਈ ਕਰਨੀ ਆ, ਫਿਰ ਕੀ ਕਰੋਗੇ? ਫਿਰ ਤੁਹਾਨੂੰ ਇਹਨਾਂ ਨੂੰ ਕਿਤਾਬਾਂ ਨੂੰ ਪੜ੍ਹਨਾ ਪੈਣਾ ਆ। ਸੋ ਕੱਲ੍ਹ ਜੋ ਪੜ੍ਹਨਾ ਅੱਜ ਪੜ੍ਹੋ। ਕੱਲੇ ਕੱਲੇ ਵਿਦਵਾਨ ਨੇ ਇਹਨਾਂ ਦੇ ਮੂੰਹ ਭੰਨੇ ਹੋਏ ਨੇ, ਕਾਲੇ ਅਫਗਾਨੇ ਦਾ ਮੂੰਹ ਮੋੜ ਕੇ ਲੱਤਾਂ ਥੱਲੋਂ ਦੀ ਕੱਢ ਕੇ ਦੂਸਰੇ ਬੰਨੇ ਲਾਇਆ ਹੋਇਆ, ਪਰ ਤੁਸੀਂ ਪੜ੍ਹਦੇ ਨਹੀਂ ਹੋ। ਸੋ ਆਪਾਂ ਆਪਣੇ ਇਤਿਹਾਸ ਨੂੰ ਪੜ੍ਹੀਏ, ਆਪਾਂ ਆਪਣੇ ਵਿਦਵਾਨਾਂ ਨੂੰ ਪੜ੍ਹੀਏ। ਸੋ ਪ੍ਰੋਗਰਾਮ ਕਰਦੇ ਤਾਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਦੇ ਜਾਚਕਾਂ ਜੀ। ਸੋ ਜੇ ਕਿਸੇ ਵੀ ਗੁਰਸਿੱਖ ਪਿਆਰੇ ਦਾ ਹਿਰਦਾ ਦੁਖੇ ਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਖਿਮਾ ਦੇ ਜਾਚਕਾਂ। ਪਰ ਜੇ ਕਿਸੇ ਨਿੰਦਕ ਨੂੰ ਦੁੱਖ ਲੱਗਾ ਆ ਤਾਂ ਮੈਂ ਆਪਣੇ ਭਾਗ ਸਮਝਦਾ ਵੀ ਕਿਤੇ ਤੁਹਾਡਾ ਵੀ ਦਿਲ ਦੁਖਿਆ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਜੀ, ਚੜ੍ਹਦੀ ਕਲਾ ਬਖਸ਼ਣ। ਸੋ ਕੱਲ੍ਹ ਜੀ ਇੱਕ ਹਾਂਜੀ ਸੌਰੀ ਜੀ ਇੱਕ ਹੀ ਬੇਨਤੀ ਕਰਨੀ ਸੀਗੀ। ਮੈਂ ਇਹਨਾਂ ਦੇ ਟ੍ਰੈਂਡ ਚਲਾਇਆ ਹੋਇਆ ਜੀ, ਆ ਫਲਾਣਾ ਬੋਲਦਾ ਜੀ, ਮੈਂ ਆਖੇ ਜੀ ਸੋਢੀ ਦੇ ਨਾਲ ਰਿਹਾ ਤੇ ਮੈਂ ਸਾਤਾ ਦੇ ਨਾਲ ਰਿਹਾ ਹੋਇਆ ਜੀ। ਇੱਕ ਇਹਨੇ ਟ੍ਰੈਂਡ ਨਹੀਂ ਚਲਾਇਆ, ਕੋਲਰ ਲਿਆਉਣੇ ਆਪਣੇ ਬੰਦੇ ਲਿਆਉਣੇ ਆ, ਉਹਨਾਂ ਤੋਂ ਕਿਹਾ ਰਹਿਣਾ ਮੈਂ ਉਹਦੇ ਨਾਲ ਰਿਹਾ ਜੀ, ਉਹ ਫਲਾਣਾ ਤਾਂ ਆਹ ਕੰਮ ਕਰਦਾ ਰਿਹਾ, ਮੈਂ ਤਾਂ ਅੱਖੀ ਡਿੱਠਾ ਦੇਖਿਆ ਸਾਰਾ ਕੁਛ, ਠੀਕ ਹੈ ਜੀ। ਉਹ ਜਾਂ ਤਾਂ ਉਹ ਜਿਹੜਾ ਸ਼ਖਸ ਆਉਂਦਾ ਆ ਕੋਈ ਆਪਣਾ ਭਾਈ ਸਾਹਿਬ ਜੀ, ਜਿਹੜਾ ਇਹਨਾਂ ਦਾ ਇਤਿਹਾਸ ਸੁਣਾਉਣ ਨਹੀਂ ਜਾਂਦਾ ਕਨੇਡਾ ਵਾਲਾ, ਇੱਥੋਂ ਜਿਹੜਾ ਜਾਂਦਾ ਆ, ਜਿਹੜਾ ਇਹਨਾਂ ਦਾ ਕਨੇਡਾ ਵਾਲਾ ਨਹੀਂ, ਉੱਥੇ ਜਾ ਕੇ ਤੇ ਉਹ ਕਰਦਾ ਆ ਸੂਰਜ ਪ੍ਰਕਾਸ਼ ਦੇ ਉੱਤੇ ਕਿੰਤੂ ਪ੍ਰੰਤੂ ਕਰਦਾ ਜੀ। ਬਾਬਾ ਜੀ ਹੁਣਾਂ ਦੀ ਆਵਾਜ਼ ਕੱਟੀ ਗਈ ਆ। ਸੋ ਉਹਨੂੰ ਦਾਸ ਨੇ ਕਾਲ ਕੀਤੀ ਸੀਗੀ ਤੇ ਉਹਦੇ ਕੋਲੋਂ ਵਿਚਾਰ ਲਈ। ਹਾਂਜੀ ਬਾਬਾ ਜੀ ਜੀ ਫੋਨ ਨੰਬਰ ਦੱਸੇ, ਮੈਂ ਫਲਾਣੇ ਪਿੰਡ ਦਾ ਤੇ ਬਿਲਕੁਲ ਜੀ ਉਹ ਪ੍ਰਮਾਣ ਜੀ। ਬਾਬਾ ਜੀ ਤੁਹਾਡੀ ਆਵਾਜ਼ ਘੱਟ ਹੁੰਦੀ ਆ, ਮੈਂ ਤੁਹਾਡੀ ਕਹੋ ਤਾਂ ਗੱਲ ਨੂੰ ਕੰਪਲੀਟ ਕਰ ਦਿੰਦਾ ਜੀ। ਉਹ ਜਿਹੜੀ ਗੱਲ ਖਾਲਸਾ ਜੀ ਹੈ ਕਿ ਜਿਹੜੇ ਨੇਕੀ ਵਰਗੇ ਜਾਂ ਹੋਰ ਟੁਕੜਬੋਚ ਜਿਹੜੇ ਨੇ ਉਹ ਆਪਣੇ ਬੰਦੇ ਪੇੜ ਲਿਆਣ ਕੇ ਅਤੇ ਉਹ ਕਹਿੰਦੇ ਵੀ ਕੋਈ ਕਹਿੰਦਾ ਮੈਂ ਭਾਈ ਸੋਢੀ ਦੇ ਨਾਲ ਰਿਹਾ ਹੋਇਆ, ਕੋਈ ਕਹਿੰਦਾ ਮੈਂ ਕਿਸੇ ਸਿੰਘ ਦੇ ਨਾਲ ਰਿਹਾ। ਸਵਾਦ ਤਾਂ ਹੈ ਖਾਲਸਾ ਜੀ ਉਹਨਾਂ ਦੇ ਸਬੂਤ ਰੱਖੇ ਜਾਣ, ਉਹਨਾਂ ਦੇ ਨੰਬਰ ਨਸ਼ਰ ਕੀਤੇ ਜਾਣ ਵੀ ਆਹ ਲਓ ਫੜੋ ਇਹਨਾਂ ਨਾਲ ਗੱਲ ਕਰੋ, ਫਿਰ ਕੋਈ ਗੱਲ ਬਣੇ। ਇਹ ਹਵਾ ਦੇ ਵਿੱਚ ਜਿਹੜੇ ਤੀਰ ਮਾਰੇ ਜਾਂਦੇ ਨੇ ਆਪਾਂ ਉਹਨਾਂ ਤੋਂ ਗੁਰੇਜ਼ ਕਰੀਏ, ਉਹਨਾਂ ਤੋਂ ਬਚੀਏ। ਅਤੇ ਜਦੋਂ ਕੋਈ ਸਾਨੂੰ ਆਣ ਕੇ ਕਹਿੰਦਾ ਹੈ ਕਿ ਆਹ ਕਰਮ ਕੀਤਾ ਹੈ ਜੀ, ਇੱਦਾਂ ਕੀਤੀ ਹੈ, ਉਹਨੂੰ ਸਵਾਲ ਕਰੀਏ ਵੀ ਭਾਈ ਲਿਆ ਸਾਨੂੰ ਸਬੂਤ ਦੇ। ਸਬੂਤ ਗੁਰਬਾਣੀ ਤੋਂ ਆਪਾਂ ਬਹੁਤ ਮੰਗ ਲਏ, ਹਰਿਮੰਦਰ ਸਾਹਿਬ ਤੋਂ ਬਹੁਤ ਮੰਗ ਲਏ, ਇਹਨਾਂ ਤੋਂ ਵੀ ਮੰਗ ਕੇ ਦੇਖ ਲਓ ਵੀ ਪੱਲੇ ਕੁਛ ਹੈਗਾ। ਸੋ ਇੰਨੀਆਂ ਕੁ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ ਜੀ। ਸੋ ਕੱਲ੍ਹ ਦਾ ਜਿਹੜਾ ਹੈ ਉਹ ਆਪਾਂ ਗਿਆਨੀ ਜੀ ਹੁਣਾਂ ਨਾਲ ਸੰਪਰਕ ਕਰਨ ਤੋਂ ਬਾਅਦ ਜਿਹੜਾ ਹੈ ਤੁਹਾਡੇ ਨਾਲ ਉਹ ਜ਼ਰੂਰ ਆਪਾਂ ਸਾਂਝ ਪਾ ਲਾਂਗੇ ਕਿ ਕੱਲ੍ਹ ਨੂੰ ਇਹ ਜਿਹੜਾ ਅਫਗਾਨਾ ਪਾਪੀ ਹੈ ਆਪਾਂ ਇਹਨੂੰ ਹੀ ਅੱਗੇ ਵਧਾਉਣਾ ਆ, ਅਤੇ ਜਾਂ ਆਪਾਂ ਜਿਹੜਾ ਹੈਗਾ ਆ ਕਿ ਉਹ ਦਰਸ਼ਨ ਸਿੰਘ ਹੁਣਾਂ ਨੂੰ ਦਰਸ਼ਨ ਰੋਗੀ ਨੂੰ ਆਪਾਂ ਲਿਆਉਣਾ। ਮੈਂ ਮਾਫੀ ਚਾਹੁੰਦਾ, ਮੈਂ ਸਿੰਘ ਕਹਿ ਗਿਆ ਕਿਉਂਕਿ ਉਹ ਪੰਥ 'ਚੋਂ ਛੇਕਿਆ ਹੋਇਆ ਬੰਦਾ, ਸੋ ਸਿੰਘ ਕਹਾਉਣ ਦਾ ਹੱਕਦਾਰ ਨਹੀਂ ਹੈ। ਸੋ ਆਪਾਂ ਉਹਦੇ ਉੱਤੇ ਜ਼ਰੂਰ ਕੱਲ੍ਹ ਵਿਚਾਰ ਕਰਾਂਗੇ ਜੀ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਜੁੜੇ ਨੇ। ਸੋ ਜੇ ਠੀਕ ਲੱਗੇ ਤਾਂ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਨਾ ਜੀ। ਸੋ ਬਹੁਤ ਤਹਿ ਦਿਲ ਤੋਂ ਧੰਨਵਾਦ ਹੈ ਆਪ ਜੀ ਦਾ। ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।